ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਅਨਿਲ ਮੁਖੋਤਮਾ ਟੀਵੀ ਡਿਫਰੈਂਟ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 6 ਮਾਰਚ 2025 23 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸ ਦਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸਮਾਤਮਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਅਤੇ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਵਾਲਿਆਂ ਨੂੰ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਵਾਸ਼ਿੰਗਟਨ ਸਟੇਟ ਪੰਥ ਨੂੰ ਪਿਆਰ ਕਰਨ ਵਾਲੇ ਡਾਕਟਰ ਕਪਲ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਜਿਹੜੀ ਆ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਡਾਕਟਰ ਕਪਲ ਜੋੜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਆਮਦ ਨੇ 80 ਸਾਲ ਪੁਰਾਣੇ ਵਰਲਡ ਆਰਡਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਨੇ ਔਰ ਭਵਿੱਖ ਨੂੰ ਲੈ ਕੇ ਸਭ ਨੂੰ ਆਪਣੇ ਹੱਥਾਂ ਪੈਰਾਂ ਦੀ ਪਈ ਹੋਈ ਹੈ। ਔਰ ਅਮਰੀਕਾ ਦਾ ਯੂਕਰੇਨ ਮੁੱਦੇ ਤੇ ਰੂਸ ਵੱਲ ਝੁਕਾ ਯੂਰਪ ਦੇ ਮੁਲਕਾਂ ਲਈ ਇੱਕ ਖਤਰੇ ਦੀ ਝੰਡੀ ਹੈ। ਔਰ ਫਰਾਂਸ ਦੇ ਪ੍ਰਧਾਨ ਮੈਕਰੋਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਫਰਾਂਸ ਯੂਰਪ ਦੇ ਮੁਲਕਾਂ ਦੀ ਰਾਖੀ ਲਈ ਨਿਊਕਲੀਅਰ ਛਤਰੀ ਬਣਨ ਲਈ ਤਿਆਰ ਹੈ। ਸੋ ਰੂਸ ਨੇ ਇਸ ਨੂੰ ਰੂਸ ਦੇ ਖਿਲਾਫ ਨਿਊਕਲੀਅਰ ਜੰਗ ਦੀ ਧਮਕੀ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਿਐਟਲ ਵਾਸ਼ਿੰਗਟਨ ਡੀਸੀ ਤੋਂ ਇੱਕ ਬਹੁਤ ਹੀ ਪਿਆਰੀ ਜੋੜੀ, ਦੋਵੇਂ ਡਾਕਟਰ ਨੇ ਔਰ ਉਹ ਇੰਨੇ ਪੋਲਾਈਟ ਔਰ ਹੰਬਲ ਨੇ ਕਿ ਉਹ ਆਪਣਾ ਨਾਮ ਵੀ ਨਹੀਂ ਦੇਣਾ ਚਾਹੁੰਦੇ ਔਰ ਉਹ ਲਗਾਤਾਰਤਾ ਨਾਲ ਟੀਵੀ 84 ਦੇ ਨਾਲ ਵੀ ਜੁੜੇ ਹੋਏ ਨੇ, ਪ੍ਰੋਗਰਾਮ ਵੀ ਦੇਖਦੇ ਨੇ, ਆਪਣੀ ਇਨਪੁਟ ਵੀ ਦਿੰਦੇ ਨੇ ਔਰ ਬਹੁਤ ਐਡਮਾਇਰ ਕਰਦੇ ਨੇ। ਔਰ ਮੈਂ ਸਮਝਦਾ ਹਾਂ ਕਿ ਵੀ ਬਹੁਤ ਵਾਰ ਜਦੋਂ ਅਸੀਂ ਸੰਗਤ ਦੇ ਵਿੱਚ ਵਿਚਰਦੇ ਹਾਂ ਤੇ ਇਸ ਕਿਸਮ ਦੇ ਵੀਰਾਂ ਭੈਣਾਂ ਦੇ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਤੇ ਉਹ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਕਿ ਇਸ ਲੈਵਲ ਦੇ ਉੱਤੇ, ਕਿਉਂਕਿ ਅਕਸਰ ਇਹ ਜਦੋਂ ਤੁਸੀਂ ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਬਿਠਾਏ ਇਹਨਾਂ ਦੇ ਪੇਡ ਏਜੰਟ ਨੇ, ਉਹ ਜਦੋਂ ਖਾਲਿਸਤਾਨ ਦੀ ਤਹਿਰੀਕ ਨੂੰ ਖਾਸ ਤੌਰ ਤੇ ਡਾਇਸਪੋਰਾ ਦੇ ਹਵਾਲੇ ਨਾਲ ਜਿਹੜਾ ਉਹ ਪੁੱਟ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਬਹੁਤ ਵਾਰ ਇਸ ਨੂੰ ਕਿ ਜੀ ਇਹ ਤਾਂ ਜਿਹੜੀ ਹੈ ਇਹ ਹੌਬੀ ਹੈ, ਵੀਕਐਂਡ ਹੌਬੀ ਹੈ ਟੈਕਸੀ ਡਰਾਈਵਰਾਂ ਦੀ, ਟਰੱਕ ਡਰਾਈਵਰਾਂ ਦੀ, ਦੂਜੇ ਕਿ ਆਮ ਜਿਹੜੇ ਸਿੱਖ ਨੇ, ਪੜ੍ਹੇ ਲਿਖੇ ਸਿੱਖ ਨਾਲ ਨਹੀਂ ਨੇ, ਤਾਂ ਐਵੇਂ ਅਨਪੜ੍ਹਾਂ ਦਾ ਟੋਲਾ ਜਿਹੜੇ ਬ੍ਰੇਨ ਵਾਸ਼ਡ ਨੇ, ਕਈ ਪਾਕਿਸਤਾਨ ਦੇ ਏਜੰਟ ਬਣਾ ਦਿੰਦੇ ਨੇ, ਕਈ ਜਿਹੜੇ ਨੇ ਉਹਨਾਂ ਨੂੰ ਗੁਰਦੁਆਰਿਆਂ ਤੇ ਕਬਜ਼ੇ ਦੇ ਨਾਂ ਥੱਲੇ ਕਹਿੰਦੇ ਨੇ। ਪਰ ਇਹ ਮੈਂ ਇਸ ਸਾਰੇ ਪੀਰੀਅਡ 'ਚ ਜਦੋਂ ਕਿ ਦੇਖਦਾ ਕਿ ਇੱਕ ਸਟੇਜ ਤੇ ਇਹ ਠੀਕ ਹੈ ਕਿ 84 ਤੋਂ ਬਾਅਦ ਖਾਲਿਸਤਾਨ ਦੀ ਮੂਵਮੈਂਟ 'ਚ ਜਿਹੜੇ ਜੁਆਇਨ ਕੀਤੇ ਬਹੁਤ ਸਾਰੇ ਨੌਜਵਾਨ ਜਿਹੜੇ ਐਮੋਸ਼ਨ ਡਰਿਵਨ ਸੀ, ਜਜ਼ਬਾਤਾਂ ਦੇ ਰਾਹੀਂ ਆਏ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਕੁਰਬਾਨੀਆਂ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਪੇਂਡੂ ਸਮਾਜ 'ਚੋਂ ਨਿਕਲੇ ਸਾਡੇ ਨੌਜਵਾਨਾਂ ਨੇ ਕੀਤੀਆਂ। ਹਾਲਾਂਕਿ ਉਸ ਮੂਵਮੈਂਟ 'ਚ ਵੀ ਜਿਹੜੀ ਹਥਿਆਰਬੰਦ ਮੂਵਮੈਂਟ ਸੀ ਉਹਦੇ 'ਚ ਬਹੁਤ ਸਾਰੇ ਪੜ੍ਹੇ ਲਿਖੇ, ਜਿਨ੍ਹਾਂ 'ਚ ਰਿਟਾਇਰਡ ਈਵਨ
ਜਿਹੜੇ ਨੇ ਡਾਇਰੈਕਟਰ, ਡਿਪਟੀ ਡਾਇਰੈਕਟਰ ਹੈਲਥ ਸਰਵਿਸਿਜ਼, ਐਨੀਮਲ ਹਸਬੈਂਡਰੀ, ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਵੀ ਵੈਟਨੇਰੀਅਨ ਔਰ ਅਦਰਵਾਈਜ਼ ਡਾਕਟਰਸ, ਇੰਜੀਨੀਅਰਸ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਕਿੰਨੇ ਸਟੂਡੈਂਟ ਆਏ ਉਸ ਪੀਰੀਅਡ 'ਚ ਵੀ। ਲੇਕਿਨ ਫਿਰ ਵੀ ਜੇ ਕਹਿਣਾ ਹੋਏ ਕਿ ਬਹੁਤ ਵੱਡਾ ਜਿਹੜਾ ਤਬਕਾ ਜਿਹੜਾ ਬੌਧਿਕ ਪੱਧਰ ਤੇ ਜਾਂ ਜਿਹਨਾਂ ਨੂੰ ਬੁੱਧੀਜੀਵੀ ਕਿਹਾ ਜਾਂਦਾ ਹੈ, ਉਹ ਜਿਹਨੂੰ ਤੁਸੀਂ ਡਰਾਇੰਗ ਰੂਮ ਜਾਂ ਆਮ ਚੇਅਰ ਫਿਲਾਸਫਰ ਕਹਿੰਦੇ ਹੋ, ਉਸ ਲੈਵਲ ਤੇ ਤਾਂ ਉਹਨਾਂ ਦੀ ਚਰਚਾ ਜ਼ਰੂਰ ਹੋਈ, ਲੇਕਿਨ ਉਹਨਾਂ ਦੀ ਕੋਈ ਬਹੁਤੀ ਪਾਰਟਿਸਿਪੇਸ਼ਨ ਨਜ਼ਰ ਨਹੀਂ ਆਈ। ਉਹਦੇ 'ਚ ਇੱਕ ਡਰ ਵੀ ਹੈ ਕਿਉਂਕਿ ਜਿਹੜਾ ਬੰਦਾ ਫਿਰ ਥੋੜਾ ਬਹੁਤ ਪੜ੍ਹ ਲਿਖ ਕੇ ਆਪਣੇ ਸਟੇਚਰ ਦੇ ਮੁਤਾਬਕ ਐਸਟੈਬਲਿਸ਼ ਹੋ ਜਾਂਦਾ ਹੈ, ਉਹ ਓਪਨਲੀ ਨਹੀਂ ਆਉਣਾ ਚਾਹੁੰਦਾ। ਕਿਸੇ ਹੱਦ ਤੱਕ ਜਿਹੜੀ ਆਪ ਹੁਦਰਾਪਨ ਵੀ ਸਾਡੀਆਂ ਧਿਰਾਂ ਦੇ ਵਿੱਚ ਹੁੰਦਾ ਜਾਂ ਅੱਜ ਵੀ ਹੈ। ਅੱਜ ਵੀ ਸਾਡਾ ਇੱਕ ਤਬਕਾ ਜਿਵੇਂ ਬਿਹੇਵ ਕਰਦਾ ਹੈ, ਉਹਦੇ ਥੱਲੇ ਉਹ ਉਹਨਾਂ ਨੂੰ ਸਪੇਸ ਨਹੀਂ ਦਿੰਦੇ ਜਿਹੜੇ ਕਿ ਤੁਹਾਡੇ ਨਾਲ ਡਿਸਐਗਰੀ ਵੀ ਕਰਦੇ ਹੋ। ਕੋਈ ਜ਼ਰੂਰੀ ਨਹੀਂ ਹੈ ਵੀ ਜਦੋਂ ਜੇ ਤਾਂ ਅਸੀਂ ਇਹੀ ਕ੍ਰਾਈਟੇਰੀਆ ਰੱਖਣਾ ਹੈ ਕਿ ਬਈ ਜਿਹੜਾ ਪੂਰੀ ਤਰ੍ਹਾਂ ਪ੍ਰਤੀਬੱਧ ਵੀ ਹੋਏ, ਪ੍ਰਤੀਬੱਧਤਾ ਵੀ ਹੋਏ, ਖਾਲਸਾਈ ਸਰੂਪ ਵੀ ਹੋਏ, ਅੰਮ੍ਰਿਤਧਾਰੀ ਵੀ ਹੋਏ, ਔਰ ਦੂਸਰਾ ਵੀ, ਫਿਰ ਤਾਂ ਜਗ ਮੈਂ ਉੱਤਮ ਕਾਂਢੀਏ ਫਿਰਲੇ ਕਈ ਕੇ ਵਾਲੀ ਗੱਲ ਹੁੰਦੀ ਹੈ। ਸੋ ਸਾਨੂੰ ਇਹ ਮੰਨ ਕੇ ਤੁਰਨਾ ਹੋਏਗਾ ਕਿ ਭਾਈ ਜਦੋਂ ਅਸੀਂ ਇੱਕ ਇਸ ਕਿਸਮ ਦੀ ਮੂਵਮੈਂਟ ਨੂੰ ਰਨ ਕਰਦੇ ਤਾਂ ਫਿਰ ਸਾਨੂੰ ਉਹਨਾਂ ਨੂੰ ਵੀ ਜਿਹੜੇ ਸ਼ਾਇਦ ਪ੍ਰੈਕਟੀਕਲ ਲਾਈਫ ਦੇ ਵਿੱਚ ਉਵੇਂ ਪ੍ਰੈਕਟਿਸਿੰਗ ਨਾ ਹੋਣ ਜਾਂ ਬਾਹਰ ਮੁਖੀ ਤੌਰ ਦੇ ਉੱਤੇ ਉਹਨਾਂ 'ਚ ਕੁਝ ਕਮਜ਼ੋਰੀਆਂ ਵੀ ਹੋਣ, ਲੇਕਿਨ ਜਿਹੜੇ ਪੰਥ ਦੇ ਇਸ ਸੰਘਰਸ਼ ਦੇ ਨਾਲ ਖਲੋਤੇ ਨੇ ਦਿਲੋਂ, ਜਿਹੜੇ ਨੇ ਉਹ ਗੁਰੂ ਚਰਨਾਂ 'ਚ ਅਰਦਾਸ, ਮੈਂ ਤਾਂ ਇਹ ਸਮਝਦਾ ਵੀ ਜਿਹੜਾ ਕੋਈ ਵੀ ਨਹੀਂ ਕੁਝ ਕਰ ਰਿਹਾ, ਜੇ ਅਰਦਾਸ ਕਰਦਾ ਪੰਥ ਦੇ ਲਈ, ਉਹ ਵੀ ਸਾਡਾ ਸਾਥੀ ਸਹਿਯੋਗੀ ਹੈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਵੇਲੇ ਔਰ ਇਹਨਾਂ 40 ਸਾਲਾਂ 'ਚ ਹੋ ਸਕਦਾ ਹੈ ਜੂਨ 84 ਤੋਂ ਇੱਕਦਮ ਬਾਅਦ ਭਾਵੁਕਤਾ ਜਿਹੜੀ ਹੈ ਉਹ ਡਰਾਈਵ ਕਰ ਰਹੀ ਸੀ, ਐਮੋਸ਼ਨ ਡਰਾਈਵ ਕਰਦਾ ਸੀ। 1994-95 ਤੱਕ ਆਉਂਦਿਆਂ ਜਿਹੜਾ ਇੱਕ ਡਾਊਨਵਰਡ ਟ੍ਰੈਂਡ ਸਰਕਾਰੀ ਜ਼ੁਲਮ ਨੇ ਜਾਂ ਇਹ ਸਾਰੀ ਮੂਵਮੈਂਟ ਨੂੰ ਕਾਲਾ ਦੌਰ ਔਰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਇਵੇਂ ਬਦਨਾਮ ਕੀਤਾ। ਔਰ ਸਾਡੀਆਂ ਧਿਰਾਂ ਦੇ ਕੋਲ ਉਸ ਵੇਲੇ ਕੋਈ ਐਸੇ ਪਲੇਟਫਾਰਮ ਨਹੀਂ ਸੀ ਜਿਹਦੇ ਰਾਹੀਂ ਉਹ ਆਪਣਾ ਕੇਸ ਪ੍ਰੈਜ਼ੈਂਟ ਕਰ ਸਕਦੇ। ਪਰ ਓਵਰ ਏ ਪੀਰੀਅਡ ਆਫ ਟਾਈਮ, ਜਦੋਂ ਹੁਣ ਅਸੀਂ 40 ਸਾਲਾਂ ਦੀ ਗੱਲ ਕਰ ਰਹੇ ਹਾਂ ਸੰਘਰਸ਼ ਜੂਨ 84 ਤੋਂ ਬਾਅਦ ਦੀ, ਫਿਰ ਕਿੰਨਾ ਕੁਛ ਇਸ ਵਿਚਾਲੇ ਆਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਕਿਸਾਨ ਮੂਵਮੈਂਟ ਜਿਹੜੀ ਅੱਜ ਵੀ ਚੱਲ ਰਹੀ ਹੈ, ਔਰ ਜਿਹੜਾ ਰਵੱਈਆ ਦਿੱਲੀ ਦੇ ਵਿੱਚ ਜਾਂ ਹਿੰਦੂ ਤਵੀਆਂ ਦਾ ਓਵਰਆਲ, ਜਾਂ 40 ਸਾਲਾਂ 'ਚ ਇਨਸਾਫ ਨਾਂ ਦੀ ਕੋਈ ਚੀਜ਼ ਨਾ ਹੋਣਾ, ਪੰਜਾਬ ਦੀ ਲੁੱਟ ਖਸੁੱਟ। ਸੋ ਇਸ ਨੇ ਹੁਣ ਉਹ ਤਬਕਾ ਵੀ ਜਿਹੜਾ ਇੱਕ ਸਟੇਜ ਦੇ ਉੱਤੇ ਜਿਹੜਾ ਉਹ ਆਪਣੇ ਆਪ ਨੂੰ ਬਹੁਤ ਸੀਮਤ ਦਾਇਰੇ 'ਚ ਰੱਖ ਕੇ ਸੋਚਦਾ ਸੀ, ਅੱਜ ਵੀ ਬੇਸ਼ੱਕ ਉਹ ਖੁੱਲ੍ਹ ਕੇ ਸ਼ਾਇਦ ਆਉਣ ਲਈ ਜਿਹੜੀ ਉਹ ਨਾ ਹੋਣ ਤਿਆਰ, ਲੇਕਿਨ ਉਹ ਹਮਦਰਦੀ ਵੀ ਰੱਖਦੇ ਨੇ। ਉਹ ਸਾਰੇ ਚਾਹੁੰਦੇ ਵੀ ਨੇ ਕਿ ਭਾਈ ਸਿੱਖਾਂ ਦਾ ਕੁਝ ਬਣਨਾ ਚਾਹੀਦਾ। ਔਰ ਇਹ ਭਾਵਨਾ ਕਾਫੀ ਵੱਡੇ ਪੈਮਾਨੇ ਤੇ ਮੈਂ ਇਸ ਤਬਦੀਲੀ ਨੂੰ ਦੇਖਦਾ। ਸੋ ਅਸੀਂ ਸਮਝਦੇ ਹਾਂ ਵੀ TV 84 ਇੱਕ ਉਹ ਪਲੇਟਫਾਰਮ ਹੈ ਪੰਥਕ ਆਵਾਜ਼ ਦਾ। ਹਾਲਾਂਕਿ ਜਦੋਂ ਹੁਣ ਅਸੀਂ ਇਹ ਸਾਡੀ ਟਾਈਮਿੰਗ ਪ੍ਰਾਈਮ, ਸਾਡਾ ਨਾਈਟ ਟਾਈਮ ਸ਼ੋਅ ਚੱਲ ਰਿਹਾ ਹੁੰਦਾ, ਮੇਰਾ ਖਿਆਲ ਹੈ 3-4 ਹੋਰ ਪ੍ਰੋਗਰਾਮ ਵੀ ਜਿਹੜੇ ਨੇ ਲਾਈਵ ਥਾਂ ਥਾਈਂ ਚੱਲ ਰਹੇ ਨੇ। ਹਾਲਾਂਕਿ ਇੱਕ ਸੱਜਣ ਅੱਜ ਮੈਨੂੰ ਕਾਲ ਕਰਕੇ ਕਹਿਣ ਲੱਗੇ ਕਿ ਜੀ ਇਹਨਾਂ ਨੂੰ ਟਾਈਮ ਵੱਖਰਾ ਰੱਖਣਾ ਚਾਹੀਦਾ ਹੈ ਜਦੋਂ ਆਲਰੇਡੀ ਇਹ, ਮੈਂ ਕਿਹਾ ਜੀ ਕੋਈ ਗੱਲ ਨਹੀਂ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਅਸੀਂ 13 ਸਾਲ ਪਹਿਲਾਂ ਇਸ ਪਲੇਟਫਾਰਮ ਨੂੰ ਲਾਂਚ ਕੀਤਾ ਤਾਂ ਉਦੋਂ ਸਾਡੀ ਇਕੱਲੀ ਆਵਾਜ਼ ਸੀ। ਔਰ ਨਤੀਜੇ ਦੇ ਤੌਰ ਦੇ ਉੱਤੇ ਬੇਸ਼ੱਕ ਉਸ ਪੀਰੀਅਡ 'ਚ ਇੱਕ ਸਟੈਂਡਰਡ ਐਸਟੈਬਲਿਸ਼ ਕਰਨਾ, ਇੱਕ ਕਲਾਸਿਕ, ਔਰ ਜਿਹੜੇ ਸਾਡੇ ਖਾਸ ਤੌਰ 'ਤੇ ਪਾਕਿਸਤਾਨੀ ਭਰਾਵਾਂ ਨੇ ਸ਼ੁਰੂ 'ਚ ਸਾਨੂੰ ਜੁਆਇਨ ਕੀਤਾ ਜਾਂ ਲਿਖਣਾ, ਉਹਨਾਂ ਨੇ ਇਹ ਕਹਿਣਾ ਕਿ ਵੀ ਅਸੀਂ ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਪੰਜਾਬੀ ਜ਼ਬਾਨ ਦੇ ਵਿੱਚ ਵੀ ਇੰਟਰਨੈਸ਼ਨਲ ਪੋਲਿਟਿਕਸ ਡਿਸਕਸ ਹੋ ਸਕਦੀ ਹੈ, ਜਾਂ ਪੰਜਾਬੀ ਜ਼ਬਾਨ ਰਾਹੀਂ ਇਸ ਪੱਧਰ ਦੇ ਉੱਤੇ ਜਿਹੜਾ ਮਾਤ ਕਰਨ ਵਾਲਾ ਹੈ ਦੂਸਰਿਆਂ ਇੰਟਰਨੈਸ਼ਨਲ ਸ਼ੋਜ਼ ਨੂੰ ਵੀ ਕਿ ਵੀ ਸ਼ੋਅ ਨਿਰਧਾਰਿਤ ਕੀਤਾ ਜਾ ਸਕਦਾ ਹੈ। ਫਿਰ ਅਸੀਂ ਪਹਿਲਾਂ ਇੱਕ ਸਿੰਗਲ ਗੋ ਵਾਲਾ ਹੀ ਪ੍ਰੋਗਰਾਮ ਹੁੰਦਾ ਸੀ, 1 ਘੰਟੇ ਦਾ, ਫਿਰ 1.5 ਘੰਟੇ ਦਾ ਕੀਤਾ, ਫਿਰ ਸੈਗਮੈਂਟਸ ਬਣਾਉਣੇ ਸ਼ੁਰੂ ਕੀਤੇ। ਪਰ ਮੈਂ ਦੇਖਦਾ ਵੀ ਜਿਹੜੇ ਪੈਟਰਨ ਤੱਕ ਪਹੁੰਚਣ ਲਈ ਅਸੀਂ ਉਹ ਸਾਰਾ ਸਫ਼ਰ ਤੈਅ ਕੀਤਾ, ਜਿਹੜੇ ਹੁਣੇ ਹੀ ਨਵੇਂ ਸਾਲ 2 ਸਾਲ 'ਚ ਜਿਹੜੇ ਲਾਂਚ ਹੋਏ ਜਾਂ ਆਏ ਨੇ, ਉਹਨਾਂ ਨੇ ਉਹੀ ਪੈਟਰਨ ਅਖਤਿਆਰ ਕੀਤਾ ਕਿ ਉਵੇਂ ਹੀ ਉਹ ਕਰਦੇ ਨੇ। ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਵੀ ਚਲੋ ਐਟਲੀਸਟ ਭਾਵੇਂ ਇੱਕ
ਆਪਣੇ ਕਿਸਮ ਦਾ ਕੰਪੀਟੀਸ਼ਨ ਕੀ ਹੈ ਜਿਹੜਾ ਪੰਥ ਦੀ ਗੱਲ ਕਰਦਾ ਹੈ ਬਿਲਕੁਲ। ਕਿਸੇ ਵੀ ਪਲੇਟਫਾਰਮ ਤੋਂ ਖਲੋ ਕੇ ਜਾਂ ਕਿਸੇ ਵੀ ਅੰਦਾਜ਼ੇ ਦੇ ਨਾਲ ਉਹ ਜਿਹੜਾ ਪੰਥ ਦੀ ਸੇਵਾ ਹੀ ਕਰਦਾ ਹੈ। ਸੋ ਅਸੀਂ ਇਹ ਜਿਹੜੀ ਪਿਆਰੀ ਡਾਕਟਰ ਜੋੜੀ ਹੈ ਜਿਨ੍ਹਾਂ ਦੀ ਮਹਿਮਾਨ ਨਵਾਜ਼ੀ ਦਾ ਵੀ ਅਸੀਂ ਆਨੰਦ ਮਾਣਿਆ ਆਪਣੀ ਪਿਛਲੀ ਵਿਜ਼ਿਟ ਵੇਲੇ ਜਦੋਂ ਅਸੀਂ ਕੈਨੇਡਾ ਤੋਂ ਸਿਐਟਲ ਰੁਕੇ ਔਰ ਮਹਾਰਾਜ ਰਹਿਮਤ ਕਰਨ ਇਹਨਾਂ ਨੂੰ ਚੜ੍ਹਦੀ ਕਲਾ ਦੇਣ ਔਰ ਇਵੇਂ ਹੀ ਪੰਥ ਦੀ ਸੇਵਾ ਕਰਨ। ਔਰ ਅਸੀਂ ਇਹ ਨਾਲ ਗੁਜ਼ਾਰਿਸ਼ ਵੀ ਕਰਾਂਗੇ ਕਿ ਵੀ ਸਾਨੂੰ ਡੇ ਟੂ ਡੇ ਕਹਿਣ ਦੀ ਲੋੜ ਨਹੀਂ ਹੋਣੀ ਚਾਹੀਦੀ। ਤੁਹਾਡੀ ਸਪਾਂਸਰਸ਼ਿਪ ਜੋ ਵੀ ਤੁਸੀਂ ਹਾਲਾਂਕਿ ਇਹ ਪੁੱਛਦੇ ਨੇ ਜੀ ਕਿੰਨਾ ਅਮਾਉਂਟ ਹੈ ਜਾਂ ਕੀ ਹੈ, ਮੈਂ ਕਿਹਾ ਜੀ ਜਿੰਨੇ ਸਾਡੇ ਖਰਚੇ ਨੇ ਜੇ ਸਾਨੂੰ $1000 ਦੀ ਸਪਾਂਸਰਸ਼ਿਪ ਮਿਨੀਮਮ ਆਏ ਤਾਂ ਅਸੀਂ ਬ੍ਰੇਕ ਈਵਨ ਹੁੰਦੇ ਆ। ਪਰ ਜਿਹੜੇ ਵੀਰ ਭੈਣਾਂ ਜੋ ਵੀ ਅਫੋਰਡ ਕਰ ਸਕਦੇ ਨੇ ਸਾਡਾ ਇਹ ਵੀ ਯਤਨ ਹੈ ਕਿ ਸਾਡਾ ਇਨਕਲੂਸਿਵ ਹੋਏ, ਇਹ ਇੱਕ ਖਾਸ ਕਲੱਬ ਤੱਕ ਮਹਿਦੂਦ ਨਾ ਰਹੇ, ਆਮ ਸਿੱਖ ਸੰਗਤ ਦੀ ਵੀ ਪਾਰਟਿਸਿਪੇਸ਼ਨ ਹੋਏ। ਔਰ ਤੁਸੀਂ ਜਿਹੜਾ ਕਿਉਂਕਿ ਸਟਰਗਲਿੰਗ ਹੁੰਦਾ ਹੀ ਆ ਆਲਵੇਜ਼ ਜਦੋਂ ਤੁਸੀਂ ਇਸ ਲੈਵਲ ਦਾ ਜਿਹੜਾ ਇੱਕ ਐਂਡੇਵਰ ਸ਼ੁਰੂ ਕਰਦੇ ਹੋ ਫਿਰ ਕੱਲਾ ਇਹੀ ਨਹੀਂ ਹੈ ਵੀ ਸਾਡਾ ਚਲੋ ਇੱਕ ਪੰਥਕ ਪਲੇਟਫਾਰਮ ਹੈ, ਲੇਕਿਨ ਇਸ ਦੇ ਨਾਲ ਨਾਲ ਘੱਟੋ ਘੱਟ 15 ਸਿੱਖ ਪਰਿਵਾਰ ਨੇ ਜਿਹੜੇ TV 84 ਲਈ ਜਿਹੜੇ ਇੰਡੀਵਿਜੂਅਲਸ ਕੰਮ ਕਰਦੇ ਨੇ ਉਹਨਾਂ ਦੀ ਰੋਟੀ ਰੋਜ਼ੀ ਵੀ ਇਸ ਦੇ ਨਾਲ ਜੁੜੀ ਹੋਈ ਹੈ। ਸੋ ਇਹ ਵੀ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਵੀ ਇੱਕ ਖਿਦਮਤ ਹੈ ਜਦੋਂ ਅਸੀਂ ਈਵਨ ਜਿਹੜੀ ਟੀਮ ਸਾਡੀ ਆਲ ਓਵਰ ਕੁਛ ਜਿਹੜੇ ਨੇ ਆਪਣੀ ਆਪ ਨੂੰ ਖਤਰੇ 'ਚ ਪਾ ਕੇ ਕੁਛ ਆਪਣੀ ਆਈਡੈਂਟੀਟੀ ਲੁਕੋ ਕੇ ਸਰਵ ਕਰਦੇ ਨੇ। ਸੋ ਤੁਹਾਡੀ ਹਮਾਇਤ ਜਿਹੜੀ ਹੈ ਫਾਈਨੈਂਸ਼ੀਅਲ ਜਿਹੜੀ ਹੈ ਉਹ ਸਾਡੇ ਲਈ ਬੜੀ ਅਹਿਮ ਹੈ। ਗੱਲ ਜਦੋਂ ਅਸੀਂ ਇੰਟਰਨੈਸ਼ਨਲ ਪਲੇਟਫਾਰਮ ਦੀ ਕਰਦੇ ਹਾਂ, ਹਾਲਾਂ ਜਦੋਂ ਅਸੀਂ ਡੀਕੋਡ ਕੀਤਾ ਪ੍ਰੈਜ਼ੀਡੈਂਟ ਟਰੰਪ ਦੀ ਪੌਣੇ 2 ਘੰਟੇ ਦੀ ਜਿਹੜੀ ਉਹਨਾਂ ਦੀ ਜੁਆਇੰਟ ਸੈਸ਼ਨ ਜੁਆਇੰਟ ਇਜਲਾਸ ਜਿਹਨੂੰ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਕਹਿੰਦੇ ਨੇ ਉਸ ਦੀ ਬਹੁਤਿਆਂ ਨੇ ਤਾਰੀਫ ਕੀਤੀ। ਇੱਕ ਦੋ ਵੀਰਾਂ ਨੇ ਇਹ ਵੀ ਲਿਖਿਆ ਕਿ ਜੀ ਤੁਸੀਂ ਪੰਜਾਬ ਦੇ ਇਸ਼ੂ ਹੀ ਡਿਸਕਸ ਕਰਿਆ ਕਰੋ, ਲੇਕਿਨ ਅਸੀਂ ਸਮਝਦੇ ਹਾਂ ਕਿ ਵੀ ਇਸ ਸਾਰੇ ਪਾਰਟ ਨੇ ਅੱਜ ਤੁਹਾਨੂੰ ਗਲੋਬਲੀ ਸੋਸ਼ਲ ਮੀਡੀਆ ਤੇ YouTube ਤੇ ਉਹ ਸਿੱਖ ਐਕਟਿਵਿਸਟ ਮਿਲ ਜਾਣਗੇ ਜਿਹੜੇ ਪੂਰੀ ਪੈਨੀ ਨਜ਼ਰ ਰੱਖਦੇ ਨੇ ਕਿ ਇੰਟਰਨੈਸ਼ਨਲੀ ਕੀ ਹੋ ਰਿਹਾ ਦੁਨੀਆ 'ਚ ਕੀ ਚੱਲ ਰਿਹਾ ਹੈ ਔਰ ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ। ਔਰ ਦੂਸਰਾ ਇਹਦੇ ਲਈ ਇਸ ਤੱਕ ਪਹੁੰਚਾਉਣ ਲਈ ਇੱਕ ਓਵਰਨਾਈਟ ਨਹੀਂ ਹੈ, ਇੱਕ ਲੰਮਾ ਪੈਂਡਾ ਤੈਅ ਕੀਤਾ ਹੈ। ਔਰ ਇਹ ਵੀ ਬਹੁਤਿਆਂ ਨੂੰ ਸਮਝ ਆਈ ਹੈ ਕਿ ਜਿਹੜੀਆਂ ਅੱਜ ਜਿਹੜਾ ਇੱਕ ਨਵਾਂ ਵਰਲਡ ਆਰਡਰ ਜਾਂ ਡਿਸਆਰਡਰ ਜੋ ਵੀ ਉੱਭਰ ਰਿਹਾ 80 ਸਾਲ ਪੁਰਾਣਾ ਵਰਲਡ ਆਰਡਰ ਜਿਹੜਾ ਹੈ ਉਹ ਡਿਸਟਰੋਏ ਹੋ ਚੁੱਕਾ ਹੈ ਔਰ ਇਹਦੇ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਨੇ। ਔਰ ਇਹ ਜਦੋਂ ਅਸੀਂ 80 ਸਾਲ ਪਹਿਲਾਂ ਕਹਿੰਦੇ ਹਾਂ ਜ਼ਾਹਰ ਹੈ ਸੈਕੰਡ ਵਰਲਡ ਵਾਰ ਜਾਂ ਦੂਸਰੀ ਆਲਮੀ ਜੰਗ 1939 ਤੋਂ 1945 ਤੱਕ ਹੋਈ ਔਰ ਉਹਦੇ 'ਚ ਜ਼ਾਹਰ ਹੈ ਕਿ ਵੀ ਜਿਹੜਾ ਕਲੋਨੀਅਲ ਪਾਵਰ ਸੀ ਯੂਰਪ ਦੀਆਂ ਜਿਨ੍ਹਾਂ ਦੇ ਵਿੱਚ ਬ੍ਰਿਟਿਸ਼ ਮੁੱਖ ਸੀ, ਫ੍ਰੈਂਚ ਸਨ, ਨਾਰਵੀਜੀਅਨ ਸਨ, ਬੈਲਜੀਅਮ ਦੇ ਸਨ, ਸਪੈਨਿਸ਼ ਸਨ, ਪੁਰਤਗਾਲੀ ਸਨ। ਹਾਲਾਂ ਸਾਡੇ ਕੰਟੀਨੈਂਟ ਦੇ ਵਿੱਚ ਤਾਂ ਇਹ ਜਿਹੜੇ ਦੂਸਰੇ ਨੇ ਇਹ ਡੱਚ ਵੀ ਇਹ ਸਾਡੇ ਆਏ, ਦੂਜੇ ਵੀ ਇਹ ਫ੍ਰੈਂਚ ਵੀ ਆਏ, ਲੇਕਿਨ ਬ੍ਰਿਟਿਸ਼ ਨੇ ਹੀ ਜਿਹੜਾ ਉਹਨੂੰ ਫਾਈਨਲੀ ਇਹਨਾਂ ਸਾਰਿਆਂ ਨੂੰ ਖੂੰਜੇ ਲਾ ਕੇ ਪੁਰਤਗਾਲੀਆਂ ਦੇ ਕੋਲ 1960-61 ਤੱਕ ਗੋਆ ਸੀ ਉਹਨਾਂ ਦੇ ਕੋਲ, ਬਾਕੀ ਜਿਹੜੇ ਨੇ ਉਹ ਬ੍ਰਿਟਿਸ਼ ਨੇ ਹੀ ਡੋਮੀਨੇਟ ਕੀਤਾ ਸੀ। ਔਰ ਉਦੋਂ ਤੱਕ ਉੱਥੇ ਬੈਠਿਆਂ ਨੂੰ ਬਹੁਤਿਆਂ ਨੂੰ ਕੋਈ ਬਹੁਤਾ ਇਲਮ ਵੀ ਨਹੀਂ ਸੀ। ਅਮਰੀਕਾ ਜਿਹੜਾ ਖੁਦ 1930 ਦੀ ਜੇ ਅਸੀਂ ਗੱਲ ਕਰੀਏ ਤਾਂ ਖੁਦ ਗ੍ਰੇਟ ਡਿਪਰੈਸ਼ਨ ਦਾ ਸ਼ਿਕਾਰ ਸੀ, ਇਕੋਨਮੀ ਜਾਂ ਦੂਜਾ ਦਾ ਬੁਰਾ ਹਾਲ, ਲੋਕ ਮਰ ਰਹੇ ਸੀ ਭੁੱਖ ਨੰਗ ਨਾਲ, ਮਾਈਗ੍ਰੇਸ਼ਨਸ ਹੋ ਰਹੀਆਂ ਸੀ ਸਟੇਟ ਟੂ ਸਟੇਟ। ਪਰ ਇਸ ਸਾਰੇ ਪੀਰੀਅਡ 'ਚ ਦੂਸਰੀ ਆਲਮੀ ਜੰਗ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸੋਵੀਅਤ ਯੂਨੀਅਨ ਹਾਲਾਂ ਰਸ਼ੀਆ ਆਪਣੇ ਆਪ ਦੇ ਵਿੱਚ ਇੱਕ ਪਾਵਰ ਰਿਹਾ 19th 20th ਉਸ ਤੋਂ ਪਹਿਲੀਆਂ ਸੈਂਚਰੀਜ਼ ਦੇ ਵਿੱਚ ਵੀ ਉਹਨਾਂ ਦੇ ਆਪਣੇ ਏਮ ਰਹੇ ਨੇ। ਗ੍ਰੇਟ ਗੇਮ ਬ੍ਰਿਟਿਸ਼ ਇੱਕ ਆਪਣਾ ਉਹ ਸਾਰੇ ਨੂੰ ਕਰਦਾ ਰਿਹਾ, ਰਸ਼ੀਆ ਦਾ ਐਂਬੀਸ਼ਨ ਇੰਡੀਅਨ ਓਸ਼ਨਸ ਤੱਕ ਆਉਣਾ ਵੀ ਰਿਹਾ। ਇਸ ਲਈ ਜਦੋਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅੰਮ੍ਰਿਤਸਰ ਦੀ ਟ੍ਰੀਟੀ ਕੀਤੀ 1809 ਦੇ ਵਿੱਚ ਤੇ ਉਹਦਾ ਪਿੱਛੇ ਇੱਕ ਵੱਡਾ ਕਾਰਨ ਜਿਹੜਾ ਇਹ ਵੀ ਸੀ ਕਿ ਉਹ ਆਪਣੇ ਉਹਨਾਂ ਬਾਰਡਰਸ ਨੂੰ ਜਿਹੜੇ ਫਰੰਟੀਅਰਸ ਅਫਗਾਨਿਸਤਾਨ ਦੇ ਨਾਲ ਸੀ ਉਹ ਸਿਕਿਉਰ ਰੱਖਣਾ ਚਾਹੁੰਦੇ ਸੀ ਕਿ ਸਿੱਖ ਹੀ ਉਸ ਨੂੰ ਪ੍ਰੋਟੈਕਟ ਕਰ ਸਕਦੇ ਨੇ, ਕਿਉਂਕਿ ਉਹਨਾਂ ਨੂੰ ਇਹ ਫੀਅਰ ਸੀ ਕਿ ਰਸ਼ੀਆ ਜਿਹੜਾ ਉਹ ਉਧਰ ਦੀ ਆ ਸਕਦਾ ਹੈ। ਔਰ ਅਸੀਂ 1979 'ਚ ਦੇਖਿਆ ਕਿ ਰਸ਼ੀਆ ਅਫਗਾਨਿਸਤਾਨ 'ਚ ਆਇਆ ਔਰ 10 ਸਾਲ ਦੀ ਜੰਗ ਤੋਂ ਬਾਅਦ ਹੀ ਉਹਨੂੰ
ਡਿਫੀਟ ਹੋਈ ਔਰ ਜਾਣਾ ਪਿਆ। ਸੋ ਇਹ ਈਵਨ 19ਵੀਂ ਸਦੀ ਦੇ ਪਹਿਲੇ ਹਿੱਸੇ 'ਚ ਵੀ ਇਹ ਪਾਰਟ ਚੱਲ ਰਿਹਾ ਸੀ ਕਿ ਰਸ਼ੀਆ ਨੂੰ ਚੈੱਕ ਕਿਵੇਂ ਕਰਨਾ, ਔਰ ਇਹ ਇੱਕ ਵੱਡਾ ਪਾਰਟ ਸੀ ਕਿ ਅੰਗਰੇਜ਼ ਜਿਹੜੇ ਨੇ ਜਿਹੜੀ ਉਹਨਾਂ ਨੇ ਸਿੱਖਾਂ ਦੇ ਨਾਲ ਟਰੀਟੀ ਕੀਤੀ, ਸਤਲੁਜ ਹੱਦ ਮਿੱਥੀ ਗਈ ਔਰ ਉਹ ਜਿਹੜੀ ਹੈ ਆਲਮੋਸਟ 40 ਸਾਲ ਫੰਕਸ਼ਨਲ ਰਹੀ ਉਹ ਟਰੀਟੀ। 1849 ਚ ਅੰਗਰੇਜ਼ਾਂ ਨੇ ਉਹਨੂੰ ਵਾਇਲੇਟ ਕਰਕੇ ਆਪ ਹੀ ਜਿਹੜੀਆਂ ਜੰਗਾਂ ਛੇੜ ਕੇ, ਜਿਨ੍ਹਾਂ ਨੂੰ ਜੰਗ ਹਿੰਦ ਪੰਜਾਬ ਸ਼ਾਹ ਮੁਹੰਮਦ ਨੇ ਕਿਹਾ, ਤੇ ਸਿੱਖ ਐਮਪਾਇਰ ਨੂੰ ਉਹਨਾਂ ਨੇ ਜਿਹੜਾ ਉਹ ਆਪਣੇ 'ਚ ਜਜ਼ਬ ਕੀਤਾ ਜੀ। ਹੁਣ ਔਰ ਬ੍ਰਿਟਿਸ਼ ਜਿਹੜੇ ਨੇ ਉਹ ਪੀਕ ਵੱਲ ਗਏ, ਔਰ ਇਹ ਜਿਹੜਾ ਅਖਾਣ ਅਕਸਰ ਸੁਣਿਆ ਜਾਂਦਾ ਸੀ, ਸਾਡੇ ਬਜ਼ੁਰਗ ਵੀ ਦੁਹਰਾਉਂਦੇ ਹੁੰਦੇ ਸੀ ਕਿ ਅੰਗਰੇਜ਼ੀ ਰਾਜ ਵਿੱਚ ਸੂਰਜ ਕਦੇ ਅਸਤ ਨਹੀਂ ਹੁੰਦਾ। ਮਤਲਬ ਇਹ ਸੀ ਕਿ ਵੀ ਜਦੋਂ ਸੂਰਜ ਚੜ੍ਹਦਾ ਹੈ ਸਭ ਤੋਂ ਪਹਿਲਾਂ ਸਾਡੇ ਪਲੈਨਟ ਤੇ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਸੂਰਜ ਦੀਆਂ ਕਿਰਨਾਂ ਆਉਂਦੀਆਂ ਨੇ, ਉਹ ਵੀ ਬ੍ਰਿਟਿਸ਼ ਕਾਲੋਨੀ ਸੀ। ਤੇ ਜਿੱਥੇ ਸੈੱਟ ਹੁੰਦਾ ਆ ਕੇ ਵੈਨਕੂਵਰ ਦੇ ਵਿੱਚ, ਉਹ ਵੀ ਬ੍ਰਿਟਿਸ਼, ਔਰ ਅਫਰੀਕਾ ਦੇ ਵਿੱਚ, ਏਸ਼ੀਆ ਦੇ ਵਿੱਚ, ਇੰਡੀਆ ਨੂੰ ਤਾਂ ਜਿਹੜਾ ਸਾਰਾ ਹੀ ਕੰਟੀਨੈਂਟਸ ਇੰਡੀਆ ਨਾਂ ਵੀ ਉਹਨਾਂ ਦਾ ਹੀ ਦਿੱਤਾ ਹੋਇਆ, ਉਹ ਤਾਂ ਜੂਲ ਆਫ ਦਾ ਬ੍ਰਿਟਿਸ਼ ਐਮਪਾਇਰ, ਕਿ ਵੀ ਬ੍ਰਿਟਿਸ਼ ਐਮਪਾਇਰ ਦੇ ਤਖਤ ਦੇ ਵਿੱਚ ਇੱਕ ਜੂਲ ਹੈ। ਔਰ ਕੋਈ ਸ਼ੱਕ ਵੀ ਨਹੀਂ ਹੈ ਕਿ ਬਹੁਤ ਕੁਝ ਲੁੱਟ ਖਸੁੱਟ ਵੀ ਇਹਨਾਂ ਨੇ ਕੀਤੀ, ਪਰ ਸੈਕੰਡ ਵਰਲਡ ਵਾਰ ਨੇ ਬ੍ਰਿਟਿਸ਼ ਦਾ ਥੱਲਾ ਲਾ ਦਿੱਤਾ। ਇੰਨੇ ਕਰਜ਼ਾਈ ਹੋ ਗਏ ਕਿ ਉਹ ਬਾਕੀਆਂ ਨੂੰ ਕੰਟਰੋਲ 'ਚ ਨਹੀਂ ਸੀ ਰੱਖ ਸਕਦੇ, ਔਰ ਅਗਲੇ 10, 12, 15 ਸਾਲਾਂ 'ਚ ਅਸੀਂ ਦੇਖਦੇ ਹਾਂ ਕਿ 60 ਦੇ ਕਰੀਬ ਉਹ ਮੁਲਕ ਜਿਨ੍ਹਾਂ ਨੂੰ ਕਾਲੋਨੀਜ਼ ਬਣਾਇਆ ਹੋਇਆ ਸੀ ਬ੍ਰਿਟਿਸ਼ ਨੇ, ਉਹ ਆਜ਼ਾਦ ਹੋਏ, ਜਿਹਨੂੰ ਅੱਜ ਕਾਮਨਵੈਲਥ ਦਾ ਨਾਂ ਦਿੱਤਾ ਜਾਂਦਾ। ਜਦੋਂ ਇਹ ਹੁੰਦਾ ਹੈ ਜੀ ਕਾਮਨਵੈਲਥ ਗੇਮਸ, ਖੇਡਾਂ ਹੋ ਰਹੀਆਂ ਨੇ, ਤੇ ਉਹੀ ਸੀ ਜਿਹੜਾ ਇਹਨਾਂ ਦੀਆਂ ਕਾਲੋਨੀ ਸੀ। ਸੋ ਜ਼ਾਹਰ ਹੈ ਸੈਕੰਡ ਵਰਲਡ ਵਾਰ ਤੋਂ ਬਾਅਦ ਦੋ ਵੱਡੀਆਂ ਪਾਵਰਸ ਜਿਹੜੀਆਂ ਨੇ ਉਹ ਉੱਭਰਦੀਆਂ ਨੇ। ਅਮਰੀਕਾ, ਕਿਉਂਕਿ ਅਮਰੀਕਾ ਇੱਕੋ ਇੱਕ ਪਾਵਰ ਦੁਨੀਆ 'ਚ ਐਸੀ ਬਣ ਜਾਂਦੀ ਹੈ ਸੈਕੰਡ ਵਰਲਡ ਵਾਰ ਤੋਂ ਬਾਅਦ, ਜਿਹਦੇ ਕੋਲ ਐਟਮ ਬੰਬ ਹੈ। ਇਕੋਨਮੀ ਜਾਂ ਇਕਨੋਮਿਕਲੀ ਤਾਂ ਜੋ ਅੱਜ ਜਿੱਥੇ ਅੱਜ ਪਹੁੰਚੇ ਨੇ 29 ਟ੍ਰਿਲੀਅਨ ਡਾਲਰ ਦੀ ਇਕੋਨਮੀ, ਇਹ ਤਾਂ ਕਰੰਟ ਹੈ, ਲੇਕਿਨ ਮਿਲਟਰੀ ਪਾਵਰ ਦੇ ਤੌਰ ਦੇ ਉੱਤੇ ਔਰ ਫਿਰ ਹੌਲੀ ਇਕਨੋਮਿਕਲ ਪਾਵਰ ਦੇ ਤੌਰ ਤੇ ਅਮਰੀਕਾ ਦਾ ਉਭਾਰ ਹੁੰਦਾ ਹੈ। ਔਰ ਜਿਹੜਾ ਰਸ਼ੀਆ, ਜਿਹਦਾ ਨਾਂ ਸੋਵੀਅਤ ਯੂਨੀਅਨ ਸੀ, ਉਹ ਵੀ ਇੱਕ ਵੱਡੀ ਪਾਵਰ ਬਣਦਾ ਹੈ, ਕਿਉਂਕਿ ਲਗਭਗ ਅੱਧਾ ਯੂਰਪ, ਜਿਹਨੂੰ ਅਸੀਂ ਈਸਟਰਨ ਯੂਰਪ ਕਹਿੰਦੇ ਹਾਂ, ਉਸ ਦੇ ਉੱਤੇ ਉਹਦਾ ਕਬਜ਼ਾ ਹੁੰਦਾ ਹੈ। ਪੋਲੈਂਡ, ਹੰਗਰੀ, ਚੈਕੋਸਲੋਵਾਕੀਆ, ਈਸਟ ਜਰਮਨੀ ਔਰ ਵੈਸਟ ਯੂਰਪ ਜਿਹੜਾ ਹੈ ਉਸ ਦੇ ਉੱਤੇ ਅਮਰੀਕਾ ਦੀ ਡੋਮੀਨੈਂਸ ਹੁੰਦੀ ਹੈ। ਔਰ ਫਿਰ ਇਹ ਜਿਹੜਾ ਇਹ ਕਿਉਂਕਿ 1945 'ਚ ਦੂਸਰੀ ਆਲਮੀ ਜੰਗ ਖਤਮ ਹੋਈ, ਤੇ ਹੁਣ ਜਦੋਂ ਅਸੀਂ ਇਸ ਵਰ੍ਹਾ 2025 ਦੀ ਗੱਲ ਕਰ ਰਹੇ ਹਾਂ ਤੇ 80 ਸਾਲ ਇਸ ਦੇ ਵਿਚਾਲੇ ਨੇ। ਇਹਨਾਂ 80 ਸਾਲਾਂ ਦੇ ਵਿੱਚ ਫਿਰ ਇਹਨਾਂ ਦੋ ਪਾਵਰਸ ਦੀ, ਇੱਕ ਤਾਂ ਸ਼ੀਤ ਜੰਗ, ਕੋਲਡ ਵਾਰ, ਉਹ ਚੱਲਦੀ ਰਹੀ, ਲੇਕਿਨ ਉਹ ਸੰਸਥਾਵਾਂ ਡਿਵੈਲਪ ਹੋਈਆਂ ਇੰਟਰਨੈਸ਼ਨਲੀ, ਜਿਨ੍ਹਾਂ 'ਚ ਜ਼ਾਹਰ ਹੈ ਯੂਨਾਈਟਿਡ ਨੇਸ਼ਨਸ, ਉਹਨਾਂ ਦੇ ਚਾਰਟਰ, ਸਾਂਝਾ ਵਪਾਰ, ਔਰ ਕਿਉਂਕਿ ਯੂਰਪ ਵੰਡਿਆ ਗਿਆ ਸੀ, ਅੱਧਾ ਯੂਰਪ ਸੋਵੀਅਤ ਯੂਨੀਅਨ ਦੇ ਇਨਫਲੂਐਂਸ ਥੱਲੇ ਸੀ, ਅੱਧਾ ਇਹਨਾਂ ਦੇ। ਸੋ ਸੋਵੀਅਤ ਯੂਨੀਅਨ ਨੂੰ ਅੱਗੋਂ ਚੈੱਕ ਕਰਨ ਦੇ ਲਈ, ਹਾਲਾਂ ਉਦੋਂ ਜੇ ਤੁਸੀਂ ਦੇਖੋ ਤੇ ਚਰਚਲ ਉਹ ਇਹ ਚਾਹੁੰਦਾ ਸੀ ਕਿ ਸੋਵੀਅਤ ਯੂਨੀਅਨ ਨੂੰ ਵੀ ਹੁਣ ਪੈ ਜਾਓ। ਉਹਨਾਂ ਨੂੰ ਲੱਗਦਾ ਸੀ ਵੀ ਅਮਰੀਕਾ ਸਾਡੇ ਨਾਲ ਹੈ, ਅਮਰੀਕਾ ਦੇ ਕੋਲ ਐਟਮ ਬੰਬ ਹੈ, ਔਰ ਅਸੀਂ ਇਹਨਾਂ ਨੂੰ ਦੱਬ ਲਾਂਗੇ ਸੋਵੀਅਤਸ ਨੂੰ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਫਿਊਚਰ ਜਿਹੜਾ ਨੈਕਸਟ ਡੇਂਜਰ ਹੋਏਗਾ ਜਾਂ ਨੈਕਸਟ ਟਕਰਾਅ ਹੋਏਗਾ ਉਹ ਸੋਵੀਅਤ ਯੂਨੀਅਨ ਹੋਏਗਾ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਫਿਰ ਸੋਵੀਅਤ ਯੂਨੀਅਨ ਔਰ ਅਮਰੀਕਾ ਨੇ ਇਹਨਾਂ 80 ਸਾਲਾਂ ਦੇ ਵਿੱਚ, ਬੇਸ਼ੱਕ ਦੂਸਰੀ ਸੰਸਾਰ ਜੰਗ ਤੋਂ ਬਾਅਦ ਤੀਸਰੀ ਵਰਲਡ ਵਾਰ ਨਹੀਂ ਹੋਈ, ਪਰ ਜਿੰਨੇ ਕੁ ਲੋਕ ਪਹਿਲੀ ਵਰਲਡ ਵਾਰ ਤੇ ਦੂਸਰੀ ਵਰਲਡ ਵਾਰ 'ਚ ਮਾਰੇ ਗਏ, ਜੇ ਉਹਨਾਂ ਦੋਨਾਂ ਦੀ ਗਿਣਤੀ ਇਕੱਠੀ ਕਰ ਲਈਏ ਤੇ ਉਹਦੇ ਨਾਲੋਂ ਜ਼ਿਆਦਾ ਲੋਕ ਇਹਨਾਂ 80 ਸਾਲਾਂ 'ਚ ਪ੍ਰੌਕਸੀ ਵਾਰਸ ਦੇ ਵਿੱਚ ਮਰੇ, ਜਿਹੜੀਆਂ ਪ੍ਰੌਕਸੀ ਵਾਰਸ ਨੂੰ ਅਮਰੀਕਾ ਜਾਂ ਸੋਵੀਅਤ ਯੂਨੀਅਨ ਸਪੋਰਟ ਕਰਦਾ ਸੀ। ਉਹ ਤੁਸੀਂ ਕੋਰੀਆ ਤੋਂ ਸ਼ੁਰੂ ਕਰ ਲਓ, ਵਿਅਤਨਾਮ, ਕਾਂਗੋ, ਲਾਓਸ, ਸਾਊਥ ਅਮਰੀਕਾ ਦੇ ਸਾਰੇ, ਚਿਲੀ, ਵੈਨਜ਼ੂਏਲਾ, ਇਕਵਾਡੋਰ, ਕਿਹੜਾ ਉਹ ਖਿੱਤਾ ਹੈ ਜਿਹੜਾ, ਔਰ ਹੁਣ ਜੇ 9/11 ਤੱਕ ਪਹੁੰਚਦੇ ਹਾਂ ਅਸੀਂ ਦੇਖੀਏ, ਹਾਲਾਂ ਉਹਦੇ 'ਚ ਕੋਈ ਇੱਕ ਦੂਜੇ ਦੇ ਖਿਲਾਫ ਲਾਈਨ ਨਹੀਂ ਸੀ, ਲੇਕਿਨ ਇਹ ਵੀ ਉਸ ਕਿਸਮ ਦਾ ਹੀ ਜਿਹੜਾ ਇਨਰ ਕਨਫਲਿਕਟ ਦੇ ਨਾਂ ਥੱਲੇ ਦੂਜਾ, ਤੇ ਫਿਰ ਮਚ ਮੋਰ ਕੈਜੂਅਲਟੀਜ਼ ਨੇ। ਲੇਕਿਨ ਕਿਉਂਕਿ ਇਨ ਦਾ ਮੀਨ ਟਾਈਮ ਅਮਰੀਕਾ ਦੇ ਬਰਾਬਰ ਦੂਸਰੀਆਂ ਵੀ ਨਿਊਕਲੀਅਰ ਪਾਵਰਸ ਬਣ ਗਈਆਂ, UN ਬਣ ਗਈ, ਸਿਕਿਉਰਿਟੀ ਕਾਉਂਸਲ 'ਚ ਵੀਟੋ ਦਾ ਰਾਈਟ ਆ ਗਿਆ, ਰਸ਼ੀਆ ਵੀ ਸੋਵੀਅਤ ਯੂਨੀਅਨ ਵੀ ਨਿਊਕਲੀਅਰ ਹੋ ਗਿਆ, ਔਰ ਯੂਰਪ ਦੀਆਂ ਦੂਸਰੀਆਂ ਦੋ ਹੋਰ ਪਾਵਰਸ ਫਰਾਂਸ ਔਰ UK ਉਹ ਵੀ ਨਿਊਕਲੀਅਰ। ਫਰਕ ਇੰਨਾ ਹੈ ਕਿ ਫਰਾਂਸ ਦਾ ਆਪਣਾ ਸਟ੍ਰੈਟੇਜਿਕ ਨਿਊਕਲੀਅਰ ਪ੍ਰੋਗਰਾਮ ਹੈ, ਇੰਡੀਪੈਂਡੈਂਟ ਹੈਂਡਲਿੰਗ, ਉਹਨਾਂ ਦੇ ਕੋਲ 300 ਦੇ ਕਰੀਬ ਨਿਊਕਲੀਅਰ ਵਾਰ ਹੈਡ ਨੇ।
ਔਰ ਜਿਹੜਾ ਬ੍ਰਿਟਨ ਦਾ ਨਿਊਕਲੀਅਰ ਪਾਵਰ ਸਟਰਕਚਰ ਹੈ ਉਹ ਡਿਪੈਂਡੈਂਟ ਔਨ ਅਮਰੀਕਨ ਟੈਕਨੋਲੋਜੀ ਹੈ। ਹੁਣ ਇਹ ਗੱਲ ਇਸ ਲਈ ਨਿਊਕਲੀਅਰ ਡਿਬੇਟ ਇਸ ਲਈ ਸ਼ੁਰੂ ਹੋਈ ਜਾਏ ਜਿਹੜੀ ਪਿਛਲੇ 24 ਘੰਟੇ ਦੇ ਵਿੱਚ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਨ ਔਰ ਰਸ਼ੀਅਨ ਫੋਰਨ ਮਿਨਿਸਟਰ ਦੇ ਦੁਆਲੇ ਡਿਬੇਟ ਔਰ ਦੁਨੀਆ ਦਾ ਇੱਕਦਮ ਧਿਆਨ ਗਿਆ। ਉਹਦਾ ਕਾਰਨ ਇਹ ਹੈ ਕਿ ਵੀ ਜਿਸ ਤੇਜ਼ੀ ਨਾਲ ਇਹਨਾਂ 6 ਹਫ਼ਤਿਆਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਐਬੰਡਨ ਕੀਤਾ ਆਲਮੋਸਟ ਨੈਟੋ ਨੂੰ, ਯੂਕਰੇਨ ਦੇ ਮੁੱਦੇ ਤੇ ਰਸ਼ੀਆ ਵੱਲ ਝੁਕਾ ਔਰ ਰਸ਼ੀਆ ਨੂੰ ਜਿਹੜਾ ਹੈ ਜਿਵੇਂ ਖਤਰਾ ਜਿਹੜਾ ਹੈ, ਔਰ ਈਵਨ ਕੱਲਾ ਇਹੀ ਨਹੀਂ ਕਿ ਵੀ ਟਰੰਪ ਨੇ ਕਿਹਾ, JD ਵੈਂਸ ਵਾਈਸ ਪ੍ਰੈਜ਼ੀਡੈਂਟ ਜਦੋਂ ਯੂਰਪ ਦੇ ਦੌਰੇ ਤੇ ਜਾਂਦੇ ਨੇ ਔਰ ਉੱਥੇ ਉਹਨਾਂ ਦੇ ਇਕੱਠ ਦੇ ਵਿੱਚੋਂ ਕਹਿੰਦੇ ਨੇ ਵੀ ਤੁਹਾਨੂੰ ਖਤਰਾ ਰਸ਼ੀਆ ਤੋਂ ਨਹੀਂ ਹੈ, ਖਤਰਾ ਚਾਈਨਾ ਤੋਂ ਨਹੀਂ ਹੈ, ਤੁਹਾਨੂੰ ਖਤਰਾ ਆਪਣੇ ਆਪ ਤੋਂ ਹੈ, ਕਿਉਂਕਿ ਤੁਸੀਂ ਫਰੀडम्स ਨੂੰ ਕ੍ਰਸ਼ ਕਰ ਰਹੇ ਹੋ, ਤੁਸੀਂ ਫਲਾਣੇ ਨੂੰ ਕਰ ਰਹੇ ਹੋ, ਟਿਮਕੇ ਨੂੰ ਕਰ ਰਹੇ ਹੋ। ਸੋ ਉਹ ਵੀ ਬਹੁਤਿਆਂ ਲਈ ਸ਼ੌਕ ਸੀ। ਪਰ ਜਿਸ ਤਰੀਕੇ ਨਾਲ ਯੂਕਰੇਨ ਦੇ ਮੁੱਦੇ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਵਨ ਸਾਈਡਡ ਲਾਈਨ ਲੈ ਕੇ ਕਿ ਜੀ ਉਹਨੂੰ ਐਗਰੈਸਰ ਕਿਹਾ, ਯੂਕਰੇਨ ਨੂੰ 20% ਦੇ ਕਰੀਬ ਜਿਹੜੀ ਟੈਰੀਟਰੀ 18 ਤੋਂ 20% ਉਹ ਰੂਸ ਦੇ ਕੋਲ ਹੀ ਰਹਿਣ ਦੀ ਗੱਲ ਕੀਤੀ, ਕੋਈ ਸਿਕਿਉਰਿਟੀ ਗਰੰਟੀ ਵੀ ਨਹੀਂ, ਔਰ ਜੋ ਨੈਟੋ ਦੇ ਮੁਲਕਾਂ ਦੇ ਨਾਲ ਚੱਲ ਰਿਹਾ ਹੈ ਕਿ ਭਾਈ ਕਿਵੇਂ। ਸੋ ਇੱਕ ਗੱਲ ਜਿਹਨੂੰ ਤੁਸੀਂ ਰੂਡ ਅਵੇਕਨਿੰਗ ਕਹਿ ਸਕਦੇ ਹੋ, ਜਾਂ ਜਿਹਨੂੰ ਇਹ ਕਿਹਾ ਜਾਏ ਕਿ ਵੀ ਇਹ ਭੇਤ ਖੁੱਲ੍ਹ ਗਿਆ ਨੈਟੋ ਮੁਲਕਾਂ ਤੇ ਔਰ ਦੂਸਰਿਆਂ ਤੇ ਕਿ ਵੀ ਹੁਣ ਅਸੀਂ ਅਮਰੀਕਨ ਅੰਬਰੇਲਾ ਦੇ ਉੱਤੇ ਜਿਹੜੀ ਇੱਕ ਸੁਰੱਖਿਆ ਛਤਰੀ ਸੀ ਨੈਟੋ ਤੋਂ ਬਣਾਈ ਅਮਰੀਕਾ ਨੇ ਸੀ ਸੋਵੀਅਤ ਯੂਨੀਅਨ ਨੂੰ ਚੈੱਕ ਕਰਨ ਦੇ ਲਈ, ਤੇ ਉਹਨਾਂ ਦੇ ਲਈ ਪ੍ਰੋਟੈਕਸ਼ਨ ਸੀ। ਉਹਦਾ ਇੱਕ ਜਨਰਲ ਕਲੌਜ਼ ਇਹ ਸੀ ਨੈਟੋ ਦਾ ਵੀ ਜੇ ਕੋਈ ਇੱਕ ਮੁਲਕ ਦੇ ਉੱਤੇ ਯੂਰਪ ਦੇ ਜਿਹੜੇ ਨੈਟੋ ਦੇ ਮੈਂਬਰ ਨੇ ਔਰ ਯੂਰਪੀਅਨ ਯੂਨੀਅਨ ਸ਼ਾਇਦ ਹੁਣ 27 ਦੇ ਕਰੀਬ ਮੁਲਕ ਨੇ, ਕੋਈ ਇੱਕ ਮੁਲਕ ਤੇ ਹਮਲਾ ਕਰੇਗਾ ਤੇ ਉਹ ਸਾਰਿਆਂ ਤੇ ਹਮਲਾ ਮੰਨਿਆ ਜਾਏਗਾ ਔਰ ਕਲੈਕਟਿਵਲੀ ਉਸ ਨੂੰ ਜਿਹੜਾ ਹੈ ਉਹ ਡਿਫੈਂਡ ਕੀਤਾ ਜਾਏਗਾ। ਹੁਣ ਇਸ ਸਭ ਦੇ ਚੱਲਦੇ ਆ ਜਿਹੜੀ ਡਿਬੇਟ ਪਿਛਲੇ 24 ਘੰਟੇ ਜਿਵੇਂ ਮੈਂ ਕਿਹਾ ਇਸ ਵੇਲੇ ਆਲਮੀ ਸਤ੍ਹਾ ਦੇ ਉੱਤੇ ਪਹੁੰਚੀ ਹੈ। ਫਰਾਂਸ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਮੈਕਰੋਨ, ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਨਿਊਕਲੀਅਰ ਅੰਬਰੇਲਾ ਦੇਣ ਨੂੰ ਤਿਆਰ ਹੈ ਬਾਕੀ ਯੂਰਪ ਦੇ ਮੁਲਕਾਂ ਨੂੰ ਜੀ। ਹੁਣ ਇਹਦੇ 'ਚ ਜਿਹੜੀ ਜਦੋਂ ਅਸੀਂ ਵਿਜ਼ਨਰੀ ਲੀਡਰਸ਼ਿਪ ਦੀ ਗੱਲ ਦੇਖਦੇ ਹਾਂ ਕਿ ਦੂਰਦ੍ਰਿਸ਼ਟੀ ਕੀ ਹੁੰਦੀ ਹੈ, ਵਿਜ਼ਨ ਕੀ ਹੁੰਦੀ ਹੈ, 1960ਵਿਆਂ 'ਚ ਫਰਾਂਸ ਦੇ ਪ੍ਰਧਾਨ ਸੀ ਚਾਰਲਸ ਡੀ ਗੌਲ। ਉਹਨਾਂ ਦੀ ਇੱਕ ਬੜੀ ਮਸ਼ਹੂਰ ਕੋਟ ਹੈ ਔਰ ਉਹਨਾਂ ਦੇ ਪੀਰੀਅਡ 'ਚ ਹੀ ਫਰਾਂਸ ਨੇ ਆਪਣਾ ਨਿਊਕਲੀਅਰ ਪ੍ਰੋਗਰਾਮ ਡਿਵੈਲਪ ਕੀਤਾ ਇੰਡੀਪੈਂਡੈਂਟ। ਉਹਨਾਂ ਨੇ ਕਿਹਾ ਵੀ ਬੇਸ਼ੱਕ, ਔਰ ਉਹਨਾਂ ਦੇ ਇਹ ਲਫ਼ਜ਼ ਨੇ ਕਿ ਵੀ ਅਮਰੀਕਨਸ ਵਰ ਮੋਰ ਆਵਰ ਫਰੈਂਡਸ ਦੈਨ ਰਸ਼ੀਅਨਸ ਆਰ ਬਟ ਦ US ਟੂ ਹੈਡ ਇੰਟਰਸਟ ਐਂਡ ਵਨ ਡੇ देयर ਇੰਟਰਸਟ ਵੁੱਡ ਕਲੈਸ਼ ਵਿਦ ਆਵਰਸ। ਉਹਨੇ ਕਿਹਾ ਜੀ ਅਮਰੀਕਾ ਸਾਡਾ ਦੋਸਤ ਹੈ ਰਸ਼ੀਆ ਨਾਲੋਂ, ਸੋਵੀਅਤਸ ਨਾਲੋਂ, ਪਰ ਅਮਰੀਕਾ ਦੇ ਆਪਣੇ ਹਿੱਤ ਨੇ ਔਰ ਇੱਕ ਦਿਨ ਉਹ ਹਿੱਤ ਸਾਡੇ ਨਾਲ ਟਕਰਾ ਸਕਦੇ ਨੇ। ਔਰ ਇਹੀ ਕਾਰਨ ਸੀ ਕਿ ਉਹਨਾਂ ਨੇ ਆਪਣਾ ਇੰਡੀਪੈਂਡੈਂਟ ਜਿਹੜਾ ਨਿਊਕਲੀਅਰ ਪ੍ਰੋਗਰਾਮ ਡਿਵੈਲਪ ਕੀਤਾ ਔਰ ਨਤੀਜੇ ਦੇ ਤੌਰ ਤੇ ਅੱਜ ਜੇ ਹੁਣ ਯੂਕਰੇਨ ਤੋਂ ਪੈਰ ਪਿੱਛੇ ਖਿੱਚ ਲਏ ਅਮਰੀਕਾ ਨੇ ਜਾਂ ਹਿਊਮਿਲੀਏਸ਼ਨ ਤੱਕ ਗੱਲ ਗਈ ਤੇ ਫਰਾਂਸ ਜੰਪ ਇਨ ਕਰਕੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਹੁਣ ਹੋਏਗਾ ਕਿ ਹੁਣ ਜਦੋਂ ਮੈਂ ਇਹ ਦੇਖ ਰਿਹਾ ਸੀ ਕਿ ਵੀ ਇਹਨਾਂ ਦੇ ਜਿਹੜੇ ਆਰਸੈਨਲ ਜਿਹਨੂੰ ਕਹਿੰਦੇ ਨੇ ਵੀ ਉਹਨਾਂ ਦੇ ਜ਼ਖੀਰੇ ਦੇ ਵਿੱਚ ਕਿੰਨੇ ਕੀ ਵੈਪਨ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਦੁਨੀਆ 'ਚ ਸਭ ਤੋਂ ਵੱਡਾ ਜਿਹੜਾ ਨਿਊਕਲੀਅਰ ਹਥਿਆਰਾਂ ਦਾ ਜ਼ਖੀਰਾ ਹੈ ਉਹ ਰਸ਼ੀਆ ਦਾ ਹੈ। ਔਰ ਉਹਦੇ 'ਚ ਜਿਹੜਾ ਇਹ ਸਿਪਰੀ ਜਿਹੜੀ ਬਾਡੀ ਇਹਨਾਂ ਦੇ ਉੱਤੇ ਅੱਖ ਰੱਖਦੀ ਹੈ, ਉਹਨਾਂ ਦੀ ਜੂਨ 2023 ਦੀ ਇਹ ਰਿਪੋਰਟ ਸੀ ਕਿ ਰਸ਼ੀਆ ਦੇ ਕੋਲ 5899 ਨਿਊਕਲੀਅਰ ਵਾਰਹੈਡ ਨੇ, ਅਮਰੀਕਾ ਦੇ ਕੋਲ 5244 ਨੇ, ਚਾਈਨਾ ਦੇ ਕੋਲ 410 ਨੇ, ਫਰਾਂਸ ਦੇ ਕੋਲ 290 ਨੇ ਔਰ UK ਦੇ ਕੋਲ 225 ਨੇ। ਹੁਣ ਪਰ ਇਹਦੇ 'ਚ ਇਹ ਹੈ ਵੀ ਫਰਾਂਸ UK ਵਾਲਾ ਤਾਂ ਪ੍ਰੋਗਰਾਮ ਅਮਰੀਕਾ ਤੇ ਹੀ ਡਿਪੈਂਡ ਕਰਦਾ, ਸੋ ਉਹ ਜਿਹੜੇ ਨੇ ਉਹ ਜੋ ਜਿੱਧਰ ਨੂੰ ਅਮਰੀਕਾ ਜਾਏਗਾ ਉਧਰ ਨੂੰ ਹੀ ਜਾਣ ਦੀ ਲਾਈਨ ਹੋਏਗੀ। ਫਰਾਂਸ ਦੀਆਂ ਆਪਣੇ ਪਲੇਨਸ ਨੇ ਜਿਹੜੇ ਨਿਊਕਲੀਅਰ ਡਿਲੀਵਰ ਕਰ ਸਕਦੇ ਨੇ ਔਰ ਸਬਮਰੀਨਸ ਵੀ ਨੇ। ਸੋ ਹੁਣ ਜਿਹੜੀ ਡਿਬੇਟ ਸ਼ੁਰੂ ਹੋਈ ਵੀ ਜੇ ਇਹ ਵੀ ਬਾਕੀ ਯੂਰਪੀਅਨ ਮੁਲਕਾਂ ਨੂੰ ਅੰਬਰੇਲਾ ਨਿਊਕਲੀਅਰ ਦੇਣਾ, ਨਿਊਕਲੀਅਰ ਅੰਬਰੇਲਾ ਦਾ ਮਤਲਬ ਇਹ ਹੈ ਕਿ ਵੀ ਜਿਹੜਾ ਨੈਟੋ ਦੇ ਨਾਲ ਡੀਲ ਸੀ ਉਹਨੂੰ ਹੀ ਅੱਗੇ ਤੋਰਦੇ ਆ। ਜੇ ਅਮਰੀਕਾ ਨੇ ਕਦਮ ਪਿੱਛੇ ਖਿੱਚ ਲਿਆ ਤੇ ਫਰਾਂਸ ਜਿਹੜਾ ਉਹ ਬਾਕੀ ਮੁਲਕਾਂ ਨੂੰ ਜਿਹਨਾਂ 'ਚ ਬਾਲਟਿਕ ਸਟੇਟਾਂ ਨੇ ਜਾਂ
ਜਿਹੜੇ ਨਵੇਂ ਵੀ ਫਿਨਲੈਂਡ ਜਾਂ ਸਵੀਡਨ ਹੁਣੇ ਹੀ ਜੁਆਇਨ ਕੀਤਾ ਜਿਨ੍ਹਾਂ ਨੇ ਨੈਟੋ, ਉਹ ਉਹਨਾਂ ਨੂੰ ਵੀ ਪ੍ਰੋਟੈਕਟ ਕਰਨਗੇ। ਉਹਨਾਂ ਦੇ ਵੀ ਮੁਲਕਾਂ ਦੇ ਵਿੱਚ ਉਹਨਾਂ ਦੇ ਰੈਡੀ ਪ੍ਰੋਗਰਾਮ ਹੋਣਗੇ ਜਿਹਦੇ ਥੱਲੇ ਰਸ਼ੀਆ ਜਿਹੜਾ ਉਹਨੂੰ ਐਜ਼ ਏ ਡੈਟਰੈਂਟ ਹੋਏਗਾ ਰਸ਼ੀਆ ਦੇ ਲਈ। ਔਰ ਇਸ ਦੇ ਉੱਤੇ ਜਿਹੜੀ ਡਿਬੇਟ ਸ਼ੁਰੂ ਹੋਈ ਹੈ ਔਰ ਉਸ ਦੇ ਉੱਤੇ ਰਸ਼ੀਆ ਨੇ ਸਟਰੋਂਗਲੀ ਰਿਐਕਟ ਕੀਤਾ। ਰਸ਼ੀਆ ਨੇ ਕਿਹਾ ਵੀ ਇਹ ਜਿਹੜੇ ਮੈਕਰਨ ਦੇ ਨਿਊਕਲੀਅਰ ਉੱਤੇ ਕਮੈਂਟ ਨੇ ਇਹ ਰੂਸ ਨੂੰ ਥ੍ਰੈਟ ਹੈ। ਆਫ ਕੋਰਸ ਇਟ ਇਜ਼ ਏ ਥ੍ਰੈਟ ਅਗੇਂਸਟ ਰਸ਼ੀਆ। If he sees us as a threat and says that it is necessary to use a nuclear weapon, it's preparing to use a nuclear weapon against Russia. Of course it is a threat. ਔਰ ਇਹਨੂੰ ਰਸ਼ੀਆ ਆਪਣੇ ਤਰੀਕੇ ਨਾਲ ਕਹਿ ਰਿਹਾ ਕਿ ਜੀ ਇਹ ਜਿਹੜਾ ਇਹਨਾਂ ਦਾ ਇਹ ਅੰਬਰੈਲਾ ਨਿਊਕਲੀਅਰ ਇਵੇਂ ਹੀ ਹੈ ਜਿਵੇਂ ਤੁਸੀਂ ਸੁੱਤੇ ਬੱਚਿਆਂ ਦੇ ਉੱਤੇ ਛਤਰੀ ਤਾਣ ਦਿਓ, ਇਵੇਂ ਨਹੀਂ ਹੈ। ਔਰ ਇਹ ਗੱਲ ਕੱਲੀ ਇੱਥੋਂ ਤੱਕ ਮਹਿਦੂਦ ਨਹੀਂ ਹੈ। ਔਰ ਸਾਡੇ ਲਈ ਨਿਊਕਲੀਅਰ ਇਸ ਲਈ ਵੀ ਇੰਪੋਰਟੈਂਟ ਹੁੰਦਾ ਜਦੋਂ ਅਸੀਂ ਆਪਣੇ ਖਿੱਤੇ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਜਦੋਂ ਅਸੀਂ ਖਾਲਿਸਤਾਨ ਐਜ਼ ਏ ਬਫਰ ਸਟੇਟ ਬਿਟਵੀਨ ਦਾ 3 ਨਿਊਕਲੀਅਰ ਆਰਮਡ ਨੇਸ਼ਨਸ ਚਾਈਨਾ, ਇੰਡੀਆ, ਪਾਕਿਸਤਾਨ ਦੀ ਗੱਲ ਕਰਦੇ। ਹੁਣ ਤੁਸੀਂ ਇੰਡੀਅਨ ਆਕੂਪਾਈਡ ਪੰਜਾਬ ਜਿਹੜਾ ਸੈਂਟਰ ਹੋਏਗਾ ਖਾਲਿਸਤਾਨ ਦਾ ਔਰ ਉਹਦੇ ਨਾਲ ਲੱਗਦੇ ਇਲਾਕੇ ਜਿਹੜੇ ਤੁਸੀਂ ਦੇਖੋ ਹਰਿਆਣਾ, ਰਾਜਸਥਾਨ ਜਾਂ ਹਿਮਾਚਲ ਜਿਹੜਾ ਖਾਲਿਸਤਾਨ ਦਾ ਹਿੱਸਾ ਹੋਣੇ ਨੇ ਜਿਨ੍ਹਾਂ ਦਾ ਵੱਡਾ ਹਿੱਸਾ, ਅਸੀਂ ਸੈਂਡਵਿਚ ਹੈ ਨਾ ਪਾਵਰਸ ਦੇ ਵਿਚਾਲੇ। ਹੁਣ ਇਮੈਜਿਨ ਚਾਈਨਾ ਔਰ ਇੰਡੀਆ ਦੀ ਹੌਸਟੈਲਿਟੀ ਹੈ ਬਰਾਬਰ, ਅੱਜ ਵੀ 70-80 ਹਜ਼ਾਰ ਫੌਜ ਈਸਟਰਨ ਬਾਰਡਰ ਤੇ ਬੈਠੀ ਹੈ। ਪਾਕਿਸਤਾਨ ਇੰਡੀਆ ਦੀ ਹੌਸਟੈਲਿਟੀ ਹੈ, ਮਤਲਬ ਔਰ ਕਿਸ ਹੱਦ ਤੱਕ ਜਾ ਕੇ ਨਫ਼ਰਤ ਕਰਦੇ ਨੇ। ਐਸ ਜੈ ਸ਼ੰਕਰ ਇੱਕ ਪ੍ਰੈਸ ਕਾਨਫਰੰਸ ਉਹਨੂੰ ਪੁੱਛਿਆ ਕਿ ਜੀ ਕਸ਼ਮੀਰ ਮਸਲੇ ਦਾ ਹੱਲ, ਹਾਂ ਕਹਿੰਦਾ ਹੱਲ ਹੈ ਵੀ ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ ਉਹ ਇਧਰ ਜੁਆਇਨ ਅਸੀਂ ਕਰਵਾ ਲਈਏ, ਕਸ਼ਮੀਰ ਮਸਲਾ ਹੱਲ। ਸੋ ਇਹਨਾਂ ਦੀ ਸਾਈਕੀ ਇਹ ਔਰ ਜ਼ਾਹਰ ਹੈ ਕਿ ਪਾਕਿਸਤਾਨ ਜਿਹੜਾ ਉਹਦੇ ਲਈ ਤਾਂ ਐਗਜ਼ਿਸਟੈਂਸ਼ੀਅਲ ਜਿਹੜਾ ਉਹ ਥ੍ਰੈਟ ਹੈ ਉਹਨਾਂ ਦੇ ਲਈ। ਔਰ ਪਾਕਿਸਤਾਨ ਨੇ ਆਪਣਾ ਨਿਊਕਲੀਅਰ ਪ੍ਰੋਗਰਾਮ ਡਿਵੈਲਪ ਕੀਤਾ ਤਾਂ ਕਿ ਜਿਹੜੀ ਇੰਡੀਆ ਦਾ ਇਹ ਖਾਬ ਹੈ ਕਿ ਜੀ ਅਸੀਂ ਅਖੰਡ ਭਾਰਤ ਤੇ ਦੂਜਾ ਵੀ ਸਾਨੂੰ ਇਹ ਡਾਫੀ ਨਾ ਲੈਣ। ਸੋ ਇਹਨਾਂ ਸਾਰਿਆਂ ਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਕੋਈ ਵੀ ਜਿਹੜਾ ਟਕਰਾਅ ਹੈ ਉਹ ਕਨਵੈਨਸ਼ਨਲ ਵੈਪਨਸ ਤੱਕ ਨਹੀਂ ਰਹਿਣਾ। ਇਹੀ ਜੇ ਯੂਰਪ ਦੇ ਵਿੱਚ ਹੁਣ ਫਰਾਂਸ ਨੇ ਇਹ ਦਿੱਤਾ ਤੇ ਉਹਨੇ ਦੂਜੇ ਯੂਰਪੀਅਨ ਮੁਲਕਾਂ ਦਾ ਡਰ ਦੂਰ ਕੀਤਾ ਵੀ ਫਿਕਰ ਨਾ ਕਰੋ ਜੇ ਅਮਰੀਕਾ ਹਾਲਾਂ ਅਮਰੀਕਾ ਦੇ ਨਿਊਕਲੀਅਰ ਮਿਸਾਈਲਸ ਔਰ ਦੂਜੇ ਜਰਮਨ ਦੇ ਵਿੱਚ ਔਰ ਦੂਸਰੇ ਮੁਲਕਾਂ ਦੇ ਵਿੱਚ ਤਾਇਨਾਤ ਨੇ। ਔਰ ਇਹ ਵੀ ਨਹੀਂ ਹੈ ਵੀ ਅਮਰੀਕਾ ਨੇ ਕਿਹਾ ਵੀ ਅਸੀਂ ਵਿਦਡਰਾ ਕਰ ਰਹੇ, ਪਰ ਇਹ ਯੂਰਪ ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਵੀ ਸਾਨੂੰ ਆਪਣੀ ਰੱਖਿਆ ਆਪ ਕਰਨੀ ਪੈਣੀ ਹੈ। ਇਹ ਨਵਾਂ ਵਰਲਡ ਆਰਡਰ ਬਣ ਰਿਹਾ ਜਿਹਦੇ ਥੱਲੇ ਕੋਈ ਕਿਸੇ ਦਾ ਜਿਹੜਾ ਅੱਗੇ ਤਾਂ ਅਮਰੀਕਾ ਦੀ ਜਾਮਣੀ ਸੀ। ਹੁਣ ਸਾਡੇ ਲਈ ਵੀ ਇਹ ਇੰਪੋਰਟੈਂਟ ਹੈ ਜਦੋਂ ਅਸੀਂ ਖਾਲਿਸਤਾਨ ਦਾ ਕੇਸ ਪ੍ਰੈਜ਼ੈਂਟ ਕਰਦੇ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਤਿੰਨੋਂ ਹੀ ਨਿਊਕਲੀਅਰ ਆਰਮਡ ਮੁਲਕ ਜਿਨ੍ਹਾਂ ਦੀ ਬਿਲਟ ਇਨ ਹੌਸਟੈਲਿਟੀ ਹੈ, ਇਹਨਾਂ ਦਾ ਕੋਈ ਵੀ ਟਕਰਾਅ ਰਵਾਇਤੀ ਹਥਿਆਰਾਂ ਨਾਲ ਨਹੀਂ ਹੋਣਾ ਐਂਡ ਕਰੇਗਾ। ਤੇ ਸਾਡੀ ਸਿਵਲਾਈਜੇਸ਼ਨ, ਸਾਡੇ ਲੋਕ, ਸਾਡਾ ਸਾਰਾ ਜਿੱਥੇ ਸਾਡੀ ਤਹਿਜ਼ੀਬ ਦਾ ਕ੍ਰੇਡਲ ਹੈ ਦੋਵੇਂ ਪਾਸੇ ਪੰਜਾਬਾਂ ਦੇ, ਉਹਦੀ ਮੁਕੰਮਲ ਤਬਾਹੀ ਹੋਏਗੀ। ਇਸ ਲਈ ਖਾਲਿਸਤਾਨ ਇੱਕ ਐਜ਼ ਏ ਬਫਰ ਵਿਚਾਲੇ ਹੋਣਾ ਚਾਹੀਦਾ ਹੈ ਜਿਹੜਾ ਕਿ ਇਹਨਾਂ ਤਿੰਨਾਂ ਹੀ ਪਾਵਰਸ ਨੂੰ ਜਿਹੜਾ ਇੱਕ ਦੂਸਰੇ ਤੋਂ ਦੂਰ ਰੱਖੇ। ਸੋ ਅਸੀਂ ਦੇਖ ਰਹੇ ਹਾਂ ਕਿ ਵੀ ਬਿਟਰਨੈਸ ਤਾਂ ਹੁਣ 2 ਐਂਬੈਸਡਰ ਜਿਹੜੇ ਨੇ ਯੂਕੇ ਦੇ ਵਿੱਚ, ਨਿਊਜ਼ੀਲੈਂਡ ਦਾ ਐਂਬੈਸਡਰ ਉਹਨੂੰ ਵੀ ਅੱਜ ਆਪਣੇ ਅਹੁਦੇ ਤੋਂ ਫਾਰਗ ਕੀਤਾ ਗਿਆ ਕਿਉਂਕਿ ਉਹਨੇ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਲਾਈਨ ਲਈ ਹੈ ਰੂਸ ਬਾਰੇ, ਉਹਨੇ ਕਿਹਾ ਵੀ ਟਰੰਪ ਉਹੀ ਗਲਤੀ ਕਰ ਰਹੇ ਨੇ ਜਿਹੜੀ ਮਿਸਟਰ ਚੈਂਬਰਲੇਨ ਨੇ 1938 ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਸੀ 1938 ਚ ਕੀਤੀ ਸੀ, ਮਿਊਨਿਕ ਅਕਾਰਡ ਕਰਕੇ ਹਿਟਲਰ ਦੇ ਨਾਲ ਕਿ ਜੀ ਤੂੰ ਚੈਕੋਸਲੋਵਾਕੀਆ ਦਾ ਹਿੱਸਾ ਆਪਣੇ ਕੋਲ ਰੱਖ ਲੈ। ਉਹਨੇ ਕਿਹਾ ਉਹ ਕੋਵਾਰਡਿਸ ਸੀ ਔਰ ਨਤੀਜਾ ਫਿਰ ਦੁਨੀਆ ਨੇ ਦੇਖਿਆ ਵੀ ਕਿਵੇਂ ਚੈਂਬਰਲੇਨ ਦੇ ਉਸ ਫੈਸਲੇ ਨੇ ਹਿਟਲਰ ਨੂੰ ਉਤਸ਼ਾਹਿਤ ਕੀਤਾ। ਉਹਨੇ ਕਿਹਾ ਜੀ ਇਵੇਂ ਹੀ ਟਰੰਪ ਦਾ ਜਿਹੜਾ ਰਸ਼ੀਆ ਦੇ ਉੱਤੇ ਇਤਬਾਰ ਹੈ, ਹਾਲਾਂਕਿ ਕਿਉਂਕਿ ਨਿਊਜ਼ੀਲੈਂਡ 5 ਆਈਜ਼ ਕੰਟਰੀਜ਼ ਦਾ ਹਿੱਸਾ ਵੀ ਹੈ, ਬ੍ਰਿਟਿਸ਼ ਕਾਲੋਨੀ ਵੀ ਹੈ ਜਿਹੜਾ, ਔਰ ਉਹਨੂੰ ਰਿਜ਼ਾਈਨ ਕਰਨ ਜਿਹੜਾ ਉਹਦਾ ਲੈ ਲਿਆ ਉਹਨਾਂ ਨੇ, ਉਹ ਨਿਊਜ਼ੀਲੈਂਡ ਦਾ ਐਂਬੈਸਡਰ ਸੀ ਯੂਕੇ। ਈਵਨ ਹਾਲਾਂਕਿ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਟਰੰਪ ਨੇ ਉਹਦਾ ਜਿਹੜਾ ਜ਼ੈਲੈਂਸਕੀ ਦਾ ਲੈਟਰ ਪੜ੍ਹਿਆ ਕਿ ਉਹ ਹੁਣ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਹੈ, ਪਰ ਦੂਸਰਾ ਜਿਹੜਾ ਈਵਨ ਜਿਹੜਾ ਐਂਬੈਸਡਰ ਹੈ ਯੂਕਰੇਨ ਦਾ ਯੂਕੇ ਦੇ ਵਿੱਚ, ਉਸਨੇ ਵੀ ਜਿਹੜਾ ਇਹ ਕਿਹਾ ਕਿ US destroying world order, Ukraine's ambassador to UK says। ਸੋ ਇਹ ਜਿਹੜੀਆਂ ਨੇ ਮੰਬਲਿੰਗਸ ਔਰ
ਇਸ ਕਿਸਮ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਉਹ ਚੱਲਦੀਆਂ ਰਹਿਣੀਆਂ ਨੇ, ਕਿਉਂਕਿ ਇਹਨੇ ਕਾਫੀ ਬੈਡ ਬਲੱਡ ਪੈਦਾ ਕੀਤਾ ਹੈ। ਪਰ ਅਸੀਂ ਇਹ ਸਮਝਦੇ ਹਾਂ ਵੀ ਫਰਾਂਸ ਦਾ ਇਹ ਜਿਹੜਾ ਐਗਰੈਸਿਵ ਆਫਰ ਹੈ, ਇਹ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਮਾਨੇ ਰੱਖਦਾ ਹੈ, ਔਰ ਇਹ ਮੈਸੇਜ ਦੇ ਰਿਹਾ ਹੈ ਕਿ ਪੁਰਾਣਾ ਵਰਲਡ ਆਰਡਰ ਓਵਰ, ਔਰ ਹੁਣ ਨਵੇਂ ਵਰਲਡ ਆਰਡਰ ਦੇ ਵਿੱਚ ਕਿਹਨੇ ਕਿਹਦੀ ਛਤਰੀ ਲੈਣੀ ਹੈ। ਈਵਨ ਮੇਰੇ ਦਿਮਾਗ 'ਚ ਆ ਰਿਹਾ ਸੀ ਵੀ ਬੰਗਲਾਦੇਸ਼ ਜਿਹੜਾ ਇਨਸਿਕਿਉਰ ਹੈ, ਇੰਡੀਆ ਉਹਨਾਂ ਨੂੰ ਧਮਕੀਆਂ ਵੀ ਦੇ ਰਿਹਾ, ਪਾਕਿਸਤਾਨ ਵੱਲੋਂ ਝੁਕਿਆ ਹੈ, ਤੇ ਜੇ ਫਰਾਂਸ ਯੂਰਪ ਨੂੰ ਆਪਣੇ ਨਿਊਕਲੀਅਰ ਅੰਬਰੇਲੇ ਥੱਲੇ ਲੈਂਦਾ ਹੈ ਤੇ ਈਵਨ ਪਾਕਿਸਤਾਨ ਵੀ ਬੰਗਲਾਦੇਸ਼ ਨੂੰ ਆਪਣੇ ਨਿਊਕਲੀਅਰ ਅੰਬਰੇਲੇ ਥੱਲੇ ਲੈ ਸਕਦਾ ਹੈ। ਵਾਈ ਨਾਟ। ਹਾਂਜੀ, ਸੋ ਬਹੁਤ ਕੁਝ ਜਿਹੜਾ ਉਹ ਬਦਲਣ ਜਾ ਰਿਹਾ ਹੈ ਇਸ ਆਉਣ ਵਾਲੇ ਸਮੇਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਦੇ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ, ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਕਾਂਗਰਸ ਤੇ ਸੈਨੇਟ ਦੇ ਸਾਂਝੇ ਇਜਲਾਸ ਵਿੱਚ ਅਮਰੀਕਾ ਨਾਲ ਵਪਾਰ ਕਰਨ ਵਾਲੇ ਸਾਰੇ ਮੁਲਕਾਂ ਤੇ ਬਰਾਬਰ ਦਾ ਟੈਰਿਫ ਲਾਉਣ ਦਾ ਐਲਾਨ ਕੀਤਾ ਹੈ, ਔਰ ਭਾਰਤ ਤੇ 2 ਅਪ੍ਰੈਲ ਤੋਂ ਇਹ ਟੈਰਿਫ ਲਾਗੂ ਹੋਣੇ ਹਨ। ਕੈਨੇਡਾ, ਮੈਕਸੀਕੋ, ਚੀਨ ਸਮੇਤ ਬਹੁਤ ਸਾਰੇ ਮੁਲਕਾਂ ਨੇ ਅਮਰੀਕਾ ਤੇ ਜਵਾਬੀ ਟੈਰਿਫ ਲਾਉਣ ਦਾ ਐਲਾਨ ਕੀਤਾ ਹੈ, ਪਰ ਭਾਰਤ ਨੂੰ ਪੂਰੀ ਤਰ੍ਹਾਂ ਸੱਪ ਸੁੱਗਿਆ ਹੋਇਆ ਹੈ ਅਤੇ ਉਹ ਖਾਮੋਸ਼, ਅਤੇ ਇਸ ਨਾਲ ਭਾਰਤੀਆਂ ਵਿੱਚ ਜਿਹੜੀ ਇੱਕ ਖੌਫ ਦੀ ਜਿਹੜੀ ਲਹਿਰ ਉਹ ਪਸਰੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਮਾਮਲਾ ਸਿਰਫ ਟੈਕਸ ਜਾਂ ਮਸੂਲ ਚੁੰਗੀ ਲਾਉਣ ਤੱਕ ਨਹੀਂ ਹੈ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਕਿ ਪੁਰਾਣਾ ਵਰਲਡ ਆਰਡਰ ਜਿਹੜਾ 80 ਸਾਲ ਫੰਕਸ਼ਨਲ ਰਿਹਾ, ਜਿਹਦੇ ਥੱਲੇ ਯੂਰਪ ਅਮਰੀਕਾ ਦੇ ਅੰਬਰੇਲੇ ਥੱਲੇ ਮਹਿਫੂਜ਼ ਸੀ, ਨੈਟੋ ਦੇ ਥੱਲੇ ਅਮਰੀਕਾ ਦੁਨੀਆ ਦੇ ਵਿੱਚ ਇੱਕ ਬੈਨੇਵੋਲੈਂਸ ਦਾ ਮਾਡਲ ਬਣ ਕੇ ਅਫਰੀਕਾ, ਏਸ਼ੀਆ, ਅੰਡਰ ਡਿਵੈਲਪਡ ਕੰਟਰੀਜ਼, ਨਾਨ ਡਿਵੈਲਪਡ ਕੰਟਰੀਜ਼, ਉਹਦੇ 'ਚ ਅਮਰੀਕਾ ਦੀ ਏਡ, ਉਹਨਾਂ ਦਾ ਪੈਸਾ, ਉਹਨਾਂ ਦਾ ਫੂਡ, ਜਾਂ ਯੂਨਾਈਟਿਡ ਨੇਸ਼ਨਸ, ਯੂਨੈਸਕੋ ਵਗੈਰਾ ਰਾਹੀਂ ਜਿਹੜੀਆਂ ਕੋਈ ਵੈਕਸੀਨੇਸ਼ਨ ਪ੍ਰੋਗਰਾਮ ਹੈ, ਕੋਈ ਪੋਲੀਓ ਐਰੈਡੀਕੇਸ਼ਨ ਹੈ, ਕੋਈ TB ਐਰੈਡੀਕੇਸ਼ਨ ਹੈ, ਸਮਾਲ ਪੌਕਸ ਐਰੈਡੀਕੇਸ਼ਨ ਪ੍ਰੋਗਰਾਮ ਹੈ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇਸੇ ਤਰ੍ਹਾਂ ਈਵਨ ਯੂਨਾਈਟਿਡ ਨੇਸ਼ਨਸ ਦਾ ਜਿਹੜਾ
3-4 ਬਿਲੀਅਨ ਡਾਲਰ ਦਾ ਬਜਟ ਰਿਹਾ, ਉਹਦੇ ਵਿੱਚ 20 ਜਾਂ 22% ਕੱਲਾ ਅਮਰੀਕਾ ਡੋਨੇਟ ਕਰਦਾ ਰਿਹਾ, ਕਿਉਂਕਿ ਅਮਰੀਕਾ ਦੀ ਇਕਨੋਮੀ ਵੀ ਵੱਡੀ ਸੀ ਔਰ ਜ਼ਾਹਰ ਹੈ ਕਿ ਅਮਰੀਕਾ ਦਾ ਜਿਹੜਾ ਮਾਡਲ ਖਾਸ ਤੌਰ ਤੇ ਡੈਮੋਕ੍ਰੇਸੀ ਦਾ, ਐਕਸਪ੍ਰੈਸ਼ਨ ਦਾ ਔਰ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਹੋਏ ਔਰ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ, ਉਹ ਜਿਹੜਾ ਸਾਡਾ ਪ੍ਰਿੰਸੀਪਲ ਹੈ ਸਿੱਖੀ ਦਾ, ਉਹੀ ਯੂਨਾਈਟਿਡ ਨੇਸ਼ਨਸ ਦਾ ਸੈਂਟਰਲ ਥੀਮ ਸੀ। ਇਸ ਲਈ ਸਾਰਿਆਂ ਦੇ ਇੰਟਰਸਟ ਹਿਊਮਨ ਰੇਸ ਤੇ ਜਿਹੜੇ ਨੇ ਉਹਨਾਂ ਨੂੰ ਸਾਹਮਣੇ ਲੈ ਕੇ, ਭਾਵੇਂ ਜਦੋਂ ਇਸ ਦੀ ਸ਼ੁਰੂਆਤ ਹੁੰਦੀ ਹੈ ਸੈਕੰਡ ਆਲਮੀ ਜੰਗ ਤੋਂ ਬਾਅਦ ਦੁਨੀਆ 2 ਬਿਲੀਅਨ ਦੇ ਲਗਭਗ ਆਬਾਦੀ ਸੀ, ਅੱਜ 8 ਬਿਲੀਅਨ ਦੀ ਲਾਈਨ ਕ੍ਰਾਸ ਹੋ 4 ਟਾਈਮਸ ਮੋਰ। ਲੇਕਿਨ ਅਮਰੀਕਾ ਇਕੱਲਾ ਹੀ ਨਹੀਂ ਕਿ ਐਜ਼ ਏ ਡ੍ਰੀਮ ਲੈਂਡ ਜਾਂ ਲੈਂਡ ਆਫ ਓਪਰਚੁਨਿਟੀਜ਼ ਦੇ ਤੌਰ ਤੇ ਉੱਭਰਿਆ, ਅਮਰੀਕਨ ਮਦਦ ਦੇ ਨਾਲ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਹੁਤ ਕੁਝ ਹੋਇਆ ਔਰ ਇਹ ਥੈਂਕਲੈਸਨੈਸ ਹੋਏਗੀ ਮੁਲਕਾਂ ਦੀ ਜਾਂ ਉਹਨਾਂ ਦੀ ਜੇ ਉਹ ਇਸ ਨੂੰ ਐਡਮਿਟ ਨਾ ਕਰਨ ਕਿ ਭਾਈ ਅਮਰੀਕਾ ਨੇ ਕਿਸ ਹੱਦ ਤੱਕ ਜਾ ਕੇ ਈਵਨ 1960ਵਿਆਂ ਤੱਕ ਅਮਰੀਕਾ ਦੀ ਉਹ ਲਾਲ ਕਣਕ ਤੇ ਦੂਜੀ ਜਿਹੜੀ ਹੈ ਉਹ ਜਾਂਦੀ ਸੀ ਭਾਰਤ ਨੂੰ, ਤੇ ਉੱਥੇ ਜਿਹੜੀ ਹੈ ਉਹ ਲੋਕਾਂ ਦੇ ਚੁੱਲ੍ਹਿਆਂ ਤੇ ਰੋਟੀਆਂ ਪੱਕਦੀਆਂ ਸੀ, ਮੰਗਣ ਆਉਂਦੇ ਹੁੰਦੇ ਸੀ ਉਹਨਾਂ ਦੇ ਲਈ, ਔਰ ਇਹ ਹੋਰ ਵੀ ਬਹੁਤ ਸਾਰੇ ਖਿੱਤਿਆਂ ਦੇ ਲਈ ਟਰੂ ਸੀ। ਲੇਕਿਨ ਟਾਈਮ ਪਾ ਕੇ ਜਦੋਂ ਇਹ ਕਿਹਾ ਜਾਣ ਲੱਗ ਗਿਆ ਕੁਝ ਸਾਲ ਪਹਿਲਾਂ ਤੱਕ ਕਿ ਜੀ ਹੁਣ ਇੰਡੀਆ ਵੀ ਜਦੋਂ ਆ ਕੇ ਇਹਨਾਂ ਨੇ ਬ੍ਰਿਕਸ ਬਣਾਈ, ਜਿਹਦੇ 'ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ ਸੀ, ਇਹ ਪੰਜੋਂ ਮੁਲਕ ਜਿਹੜੇ ਨੇ ਖੁਦ ਯੂਨਾਈਟਿਡ ਨੇਸ਼ਨਸ ਦੀ ਸਿਕਿਉਰਿਟੀ ਕਾਉਂਸਲ ਦੀ ਮੈਂਬਰਸ਼ਿਪ ਦੇ ਦਾਅਵੇਦਾਰ ਸੀ ਕਿ ਜੀ ਹੁਣ ਦੁਨੀਆ ਜਿਹੜੀ ਹੈ ਉਹ ਬਾਈਪੋਲਰ ਨਹੀਂ ਰਹੀ। ਹੁਣ ਸੋਵੀਅਤ ਯੂਨੀਅਨ ਔਰ ਕਿਉਂਕਿ 1999-90 ਜਦੋਂ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ 15 ਮੁਲਕ ਉਹਦੇ 'ਚੋਂ ਬਣੇ, ਉਹਦੇ 'ਚੋਂ ਜ਼ਾਹਰ ਹੋਇਆ ਵੀ ਅਮਰੀਕਾ ਇੱਕੋ ਇੱਕ ਪਾਵਰ ਹੈ, ਪਰ ਫਿਰ ਬਾਕੀਆਂ ਨੇ ਸਿਰ ਚੁੱਕਣਾ ਸ਼ੁਰੂ ਕਰਤਾ ਕਿ ਵੀ ਹੁਣ ਮਲਟੀਪੋਲਰ ਵਰਲਡ ਹੈ। ਔਰ ਜ਼ਾਹਰ ਹੈ ਚਾਈਨਾ ਦਾ ਵਿਕਾਸ ਇੰਨੀ ਤੇਜ਼ੀ ਦੇ ਨਾਲ ਹੋਇਆ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਦੋਂ ਅਮਰੀਕਾ ਨੇ ਉਹਨੂੰ ਲਿਆਂਦਾ ਜੋ ਆਲਮੋਸਟ ਅੱਜ ਮਿਲਟਰੀ ਔਰ ਇਕਨੋਮਿਕਲੀ ਇੱਕ ਚੈਲੰਜ ਵਾਂਗ ਹੈ ਅਮਰੀਕਾ ਦੇ। ਸੋ ਇਸ ਸਾਰੇ ਦੇ ਚੱਲਦੇ ਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਵਿਦਨ ਮੈਕਸੀਕੋ, ਕੈਨੇਡਾ ਜਿਹੜਾ ਨਾਫਤਾ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਆਇਆ, ਉਹਦੇ ਥੱਲੇ ਅਮਰੀਕਾ ਦੇ ਜਿਹੜੇ ਮੈਨੂਫੈਕਚਰਿੰਗ ਅਮਰੀਕਾ ਜਿਹੜੀ ਹੁੰਦੀ ਸੀ ਮਾਰਕੀਟ ਦੁਨੀਆ 'ਚ ਸੀ ਉਹ ਬਦਲਣਾ ਸ਼ੁਰੂ ਹੋਇਆ ਟ੍ਰੈਂਡ। ਮੈਕਸੀਕੋ ਦੇ ਵਿੱਚ ਜਿਹੜੀ ਹੈ ਭਾਵੇਂ ਮਾਲਕ ਬਹੁਤੇ ਅਜੇ ਵੀ ਅਮਰੀਕਨ ਜਾਂ ਵੈਸਟਰਨ ਵੱਡੇ ਹੀ ਲਾਰਡ ਨੇ, ਉਹ ਚਾਈਨਾ ਦੇ ਵਿੱਚ ਫੈਕਟਰੀਆਂ ਹੋਣ ਜਾਂ ਇੰਡੀਆ 'ਚ ਥੋੜੀ ਬਹੁਤ ਇਨਵੈਸਟਮੈਂਟ ਹੋਈ ਹੋਏ ਜਾਂ ਬਾਕੀ ਥਾਵਾਂ ਤੇ ਹਾਂਗਕਾਂਗ ਦੇ ਵਿੱਚ ਜਾਂ ਜਿਹੜੇ ਉਹਦੇ ਵੱਖਰੇ ਰੀਜ਼ਨ ਨੇ, ਚੀਪ ਲੇਬਰ, ਦੂਜੇ ਟੈਰਿਫ ਟੈਕਸ ਕੋਈ ਨਹੀਂ ਸੀ ਜਾਂ ਦੂਜੇ। ਲੇਕਿਨ ਸਮਹਾਉ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰਾ ਪਾਰਟ ਜਿਹਦੇ 'ਚ ਅਮਰੀਕਾ ਇਸ ਪੱਖੋਂ ਜੈਨਰਸ ਰਿਹਾ ਕਿ ਇਹਨਾਂ ਨੇ ਕਿਸੇ ਦੇ ਉੱਤੇ ਵੀ ਟੈਰਿਫ ਨਹੀਂ ਲਾਇਆ, ਤੇ ਮੁਲਕ ਭਾਰਤ ਵਰਗੇ ਜਾਂ ਈਵਨ ਜਿਹੜੇ ਦੂਸਰੇ ਮੁਲਕ ਨੇ ਜਿਹੜੇ ਉਹ ਟੈਰਿਫ ਲਾਉਂਦੇ ਰਹੇ। ਹਾਲਾਂ ਇਸ ਦੇ ਫਿਰ ਉਹਦੇ ਥੱਲੇ ਟ੍ਰੇਡ ਡੈਫਿਸਿਟ ਵਧਣਾ ਸ਼ੁਰੂ ਹੋਇਆ। ਹੁਣ ਚਾਈਨਾ ਦੇ ਨਾਲ ਕੋਈ 600 ਬਿਲੀਅਨ ਕਹਿੰਦਾ, ਕੋਈ 800 ਬਿਲੀਅਨ ਡਾਲਰ ਕਹਿੰਦਾ, ਜਿਹੜਾ ਟ੍ਰੇਡ ਡੈਫਿਸਿਟ ਹੈ ਵੀ ਜਿਹੜਾ ਅਮਰੀਕਾ ਐਕਸਪੋਰਟ ਕਰਦਾ ਉਹ ਘੱਟ ਹੈ ਤੇ ਜਿਹੜਾ ਇੰਪੋਰਟ ਕਰਦਾ ਉਹਦੇ ਉਹ 600 ਬਿਲੀਅਨ ਜ਼ਿਆਦਾ ਹੁੰਦਾ। ਈਵਨ ਭਾਰਤ ਵਰਗੇ ਮੁਲਕ ਦੇ ਨਾਲ ਹੀ ਪਿਛਲੇ ਕੁਝ ਸਾਲਾਂ 'ਚ 43 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਹੈ ਅਮਰੀਕਾ ਦਾ। ਸੋ ਟਰੰਪ ਜਿਵੇਂ ਉਹਨੇ ਆਪਣੇ ਲੈਕਚਰ 'ਚ ਵੀ ਕਿਹਾ ਕਿ ਮੇਰੇ ਲਈ ਅੰਗਰੇਜ਼ੀ ਦਾ ਬਹੁਤ ਖੂਬਸੂਰਤ ਲਫ਼ਜ਼, ਮੋਸਟ ਫੇਵਰੇਟ ਮਾਈ ਵਰਡ ਇਜ਼ ਟੈਰਿਫ, ਟੈਰਿਫ। ਉਹਨੂੰ ਹਾਲਾਂ ਮੋਦੀ ਜਦੋਂ ਕਹਿੰਦਾ ਸੀ ਉਹ ਕਹਿੰਦਾ ਸੀ ਤਾਰੀਫ, ਮੇਰੀ ਪਤਾ ਨਹੀਂ ਤਾਰੀਫ ਕਰ ਰਿਹਾ, ਉਹਨੂੰ ਕਹਿੰਦਾ ਟੈਰਿਫ ਕਿੰਗ, ਟੈਰਿਫ ਕਿੰਗ। ਉਹ ਸਾਰਾ ਜਿਹੜਾ ਉਹ ਆਪਣੀ ਥਾਂ ਚੱਲ ਰਿਹਾ ਸੀ ਕੰਮ। ਹੁਣ ਜਦੋਂ ਕਿ ਕੋਈ ਭੁਲੇਖਾ ਨਹੀਂ ਰਹਿ ਗਿਆ ਵੀ ਟਰੰਪ ਨੇ ਡੰਡਾ ਝੁਕ ਲਿਆ ਹਰ ਇੱਕ ਦੇ ਪਿੱਛੇ, ਜੇ ਕੈਨੇਡਾ ਮੈਕਸੀਕੋ ਜਿਹੜੇ ਗੁਆਂਢੀ ਨੇ ਉਹ ਸਪੇਅਰ ਨਹੀਂ ਕੀਤੇ ਤਾਂ ਇੰਡੀਆ ਜਾਂ ਦੂਜੇ ਦਾ ਕੀ। ਮੋਦੀ ਨੂੰ ਤਾਂ ਉਹਨਾਂ ਨੇ ਸੱਦ ਕੇ ਕੋਲ ਖੜੇ ਕਰਕੇ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨੂੰ ਕਿਹਾ ਟੈਰਿਫ ਕਿੰਗ ਥਰੂ ਆਊਟ। ਔਰ ਈਵਨ ਸਟੇਟ ਆਫ ਦਾ ਯੂਨੀਅਨ ਐਡਰੈਸ ਜਦੋਂ ਉਹਨਾਂ ਨੇ ਬਾਕੀ ਮੁਲਕਾਂ ਦਾ ਨਾਂ ਲਿਆ ਫਿਰ ਇੰਡੀਆ ਵੱਲ ਆਇਆ ਟਰੰਪ ਕਿ ਜੀ 100% ਤੋਂ ਵੀ ਜ਼ਿਆਦਾ ਇਹ ਲਾਉਂਦੇ ਨੇ ਆਟੋ ਦੇ ਉੱਤੇ ਔਰ ਦੂਸਰੇ, ਔਰ ਆਪਣੇ ਉਹ ਜਿਹੜੇ ਡੇਵਿਡ ਹਾਰਵਲੇ ਕਿ ਕਿਹੜਾ ਮੋਟਰਸਾਈਕਲ ਹੈ ਉਸ ਦਾ ਕਈ ਵਾਰ ਉਹ ਤਾਂ ਮੋਦੀ ਨੇ ਪਹਿਲਾਂ ਹੀ ਆਪਣੇ ਬਜਟ ਚੋਂ ਕਢਾ ਦਿੱਤੇ। ਪਰ ਜਿਹੜੀ ਗੱਲ ਅਸੀਂ ਹੁਣ ਇਹ ਡਿਸਕਸ ਕਰ ਰਹੇ ਹਾਂ ਕਿ ਹਰ ਇੱਕ ਨੇ ਕੋਈ ਨਾ ਕੋਈ ਪੋਸਚਰਿੰਗ ਲਈ। ਫਰਾਂਸ ਵਾਲਾ ਆਇਆ, ਉਹਨੇ ਜਿਹੜਾ ਇਸ ਦੇ ਉੱਤੇ ਆਪਣਾ ਰੱਖਿਆ। ਯੂਕੇ ਵਾਲੇ ਨੇ ਘੱਟੋ ਘੱਟ ਆਪਣੇ ਆਪ ਨੂੰ ਟੈਰਿਫਸ ਤੋਂ ਬਚਾਇਆ। ਕੈਨੇਡਾ ਮੈਕਸੀਕੋ ਤਾਂ ਅੜ ਕੇ ਖਲੋ ਗਏ,
ਹੁਣ ਤਾਂ 30 ਦਿਨ ਹੋਰ ਦੇ ਦਿੱਤੇ ਨੇ, ਮੈਕਸੀਕੋ ਨੂੰ ਵੀ ਤੇ ਦੂਜੇ ਨੂੰ ਵੀ ਅੱਗੇ ਪਾ ਦਿੱਤਾ ਟੈਰਿਫ ਦਾ। ਜਸਟਿਨ ਟਰੂਡੋ ਨੇ ਤਾਂ ਬਿਲਕੁਲ ਇਸ ਦੇ ਉੱਤੇ ਲਾਈ ਨਹੀਂ, ਆਮੋ ਸਾਹਮਣੇ ਹੋ ਕੇ ਉਹਨੂੰ ਡੰਮ ਕਿਹਾ ਕਿ ਵੀ ਇਹ ਐਕਸ਼ਨ ਹੈ। ਹਾਲਾਂਕਿ ਜਿਹੜਾ ਉਹਨਾਂ ਦਾ ਕਮਰਸ ਸੈਕਟਰੀ ਹੈ ਅਮਰੀਕਾ ਦਾ, ਉਹਨੇ ਟਰੂਡੋ ਦੇ ਲਈ ਸਟੂਪਿਡ ਫੁਲਿਸ਼ ਲਫ਼ਜ਼ ਇਸਤੇਮਾਲ ਕੀਤਾ। ਇਹਦੇ ਬਾਵਜੂਦ ਟਰੂਡੋ ਨੇ ਟਰੰਪ ਦੇ ਨਾਲ ਕੱਲ ਗੁਫ਼ਤਗੂ ਕੀਤੀ, ਹਾਲਾਂਕਿ ਉਹਨੇ ਕਿਹਾ ਇਟ ਵਾਸ ਵੈਰੀ ਕਲਰਫੁਲ। ਤੇ ਟਰੰਪ ਨੇ ਉਹਦੇ 'ਚ ਲਿਖਿਆ, ਕਹਿੰਦਾ ਵੀ ਮੈਂ ਟਰੂਡੋ ਨੂੰ ਪੁੱਛਿਆ ਕਿ ਵੀ ਇਲੈਕਸ਼ਨਾਂ ਕਦੋਂ ਹੋਣੀਆਂ ਕੈਨੇਡਾ 'ਚ, ਕਹਿੰਦਾ ਉਹਨੇ ਦੱਸਿਆ ਨਹੀਂ। ਕਹਿੰਦਾ ਇਹਦਾ ਮਤਲਬ ਇਸੇ ਝਗੜੇ ਨੂੰ ਖੜਾ ਕਰਕੇ ਉਹ ਪਾਵਰ ਆਪਣੀ ਕਾਇਮ ਰੱਖਣ ਉਹ ਆਪਣੇ ਕੰਮ ਤੇ ਲੱਗਾ ਹੋਇਆ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਅੱਜ ਹੀ ਇੱਕ ਬੜੀ ਸੀਨੀਅਰ ਜੂਇਸ਼ ਲੇਡੀ ਹੈ, ਉਹ ਕ੍ਰਿਸਟੀਨਾ ਅਮਨਪੋਰ, ਈਰਾਨੀ ओरिजिन ਦੀ ਹੈ, ਬੜੀ ਮੇਰੀ ਫੇਵਰੇਟ ਜਰਨਲਿਸਟ, ਵੈਰੀ ਵੈਟਰਨ। ਤੇ ਉਹ ਇੰਟਰਵਿਊ ਕਰ ਰਹੀ ਸੀ ਕੈਨੇਡਾ ਦੀ ਫੋਰਨ ਮਿਨਿਸਟਰ ਨੂੰ, ਮੈਲਨੀ ਨੂੰ, ਉਹਦਾ ਬੀਬੀ ਦਾ ਨਾਂ ਹੈ। ਬੜਾ ਅੱਛਾ ਇੰਟਰਵਿਊ ਸੀ। ਤੇ ਉਹਦੇ 'ਚ ਉਹਨੇ ਕ੍ਰਿਸਟੀਨਾ ਅਮਨਪੋਰ ਨੇ ਕਿਹਾ ਕਿ ਵੀ ਮੈਂ ਜਦੋਂ ਸੁਣਦੀ ਹਾਂ, ਜਾਂ ਉਹਨੇ ਵੀ ਫੋਰਨ ਮਿਨਿਸਟਰ ਕੈਨੇਡਾ ਦੇ ਨੇ ਕਿਹਾ ਵੀ ਅਸੀਂ, ਸਾਡੇ ਕੋਲ ਕੀ ਚੋਇਸਿਸ ਨੇ, ਅਸੀਂ ਪ੍ਰਾਊਡ ਕੈਨੇਡੀਅਨ ਹੈ, ਅਸੀਂ ਜਿਹੜਾ ਉਹ ਸਾਡਾ ਇੱਕ ਆਪਣਾ ਪ੍ਰਾਈਡ ਹੈ, ਅਸੀਂ ਇੱਦਾਂ ਕਿਸੇ ਸਾਹਮਣੇ ਲੰਮੇ ਪੈਣ ਵਾਲੇ ਜਾਂ ਗਿਵ ਅਪ ਕਰਨ ਵਾਲੇ ਨਹੀਂ ਹੈ। ਔਰ ਦੂਸਰਾ ਹੋਏਗਾ, ਤੇ ਉਹਨੇ ਵੀ ਕ੍ਰਿਸਟੀਨਾ ਅਮਨਪੋਰ ਨੇ ਕਿਹਾ ਕਿ ਮਾਈ ਜਾਰ ਡ੍ਰੌਪਡ ਵੈਨ ਆਈ ਹੀਅਰ ਵੀ ਇਹ ਕਿਆ ਕੀ ਹੈ ਜਾਂ ਕਿਵੇਂ ਹੈ ਕਿ ਵੀ 51ਵਾਂ ਸੂਬਾ ਬਣ ਜਾਓ ਨਹੀਂ, ਜਾਂ ਗਵਰਨਰ ਟਰੂਡੋ ਜਾਂ ਇਹ ਵੋ। ਸੋ ਮਤਲਬ ਇਹ ਹੈ ਵੀ ਉਹਨਾਂ ਨੇ ਵੀ ਰਿਐਕਟ ਕੀਤਾ। ਮੈਕਸੀਕੋ ਨੇ ਇਮੀਡੀਏਟ ਨਹੀਂ ਸੀ ਕੀਤਾ। ਹੁਣ ਜਿਹੜੀ ਮੈਕਸੀਕੋ ਦੀ ਹੈਡ ਆਫ ਦਾ ਸਟੇਟ ਹੈ, ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਜੋ ਵੀ ਸਿਸਟਮ ਹੈ, ਉਹ ਵੀ ਇੱਕ ਜੂਇਸ਼ ਲੇਡੀ ਹੈ। ਉਹਨੇ ਗੱਲਬਾਤ ਕੀਤੀ, ਇਸ ਲਈ ਮਹੀਨਾ ਵਿੱਚ ਹੋਰ ਪੈ ਗਿਆ। ਸੋ ਹੋ ਸਕਦਾ ਹੈ ਕੈਨੇਡਾ ਔਰ ਮੈਕਸੀਕੋ ਅਲਟੀਮੇਟਲੀ ਕੋਈ ਨਾ ਕੋਈ ਡੀਲ ਜਿਹੜੀ ਆ ਉਹ ਹੋਰ ਨਵੀਂ ਸਟ੍ਰਾਈਕ ਹੋਏ, ਜਿਹੜੀ ਅਮਰੀਕਾ ਦੇ ਮੋਰ ਬੈਨੀਫਿਟ 'ਚ ਹੋਏ ਰਾਦਰ ਦੈਨ ਟੋਟਲ ਆਟੋ ਇੰਡਸਟਰੀ ਨੇ ਵੀ ਲੌਬੀ ਕੀਤੀ ਕਿ ਹੁਣ ਅਮਰੀਕਾ ਕੈਨੇਡਾ ਦਾ ਤਾਂ ਐਵੇਂ ਇਧਰੋਂ ਦੀ ਚੀਜ਼ ਉਧਰ ਗਈ, ਉਧਰੋਂ ਇੱਧਰ ਆਈ, ਤੇ ਉਹਦੇ ਵੀ ਇੱਕ ਵੱਡਾ ਕ੍ਰਾਈਸਿਸ ਹੈ। ਲੇਕਿਨ ਜਿਹੜੀ ਹੈਰਾਨੀ ਹੈ ਕਿ ਵੀ ਭਾਰਤ ਜਿਹਦੇ ਨਾਲ 42-43 ਬਿਲੀਅਨ ਡਾਲਰ ਦਾ ਟ੍ਰੇਡ ਸਰਪਲਸ ਹੈ, ਭਾਰਤ ਨੂੰ ਕੁੱਟਿਆ ਵੀ ਹੈ, ਬਾਰ-ਬਾਰ ਉਹ ਨਾਂ ਲੈ ਕੇ ਬੇਇੱਜ਼ਤ ਕਰ ਰਿਹਾ ਹੈ। ਮਤਲਬ ਜਿਵੇਂ ਹੁੰਦਾ ਨਾ ਕਿ ਵੀ ਤੁਹਾਨੂੰ ਸਰੇ ਬਾਜ਼ਾਰ ਜਿਹੜਾ ਕਰਨਾ ਤੇ ਉਹ ਜਿਵੇਂ ਇੱਕ ਪੱਤਰਕਾਰੀ ਕਹਿੰਦੇ ਕਿ ਵੀ ਉਧਰ ਸ਼ੇਅਰ ਬਾਜ਼ਾਰ ਡਿੱਗ ਰਿਹਾ, ਇੰਡੀਆ ਦਾ $1 ਟ੍ਰਿਲੀਅਨ ਗਾਇਬ ਹੋ ਗਿਆ, ਤੇ ਉਹ ਮੋਦੀ ਜਿਹੜਾ ਉਹ ਇੱਕ ਜ਼ੂ 'ਚ ਜਾ ਕੇ ਸ਼ੇਰ ਦੇ ਬੱਚੇ ਨੂੰ ਦੁੱਧ ਪਿਆ ਰਿਹਾ। ਉਹ ਕਹਿੰਦਾ ਸਾਨੂੰ ਇਹ ਸ਼ੇਰ ਨਹੀਂ ਚਾਹੀਦਾ, ਦੂਜੇ ਸ਼ੇਰ ਦੇਖੋ ਜਾਂ ਕਿੱਧਰ ਹੋ ਰਿਹਾ। ਫਿਰ ਇੱਕ ਦੋ ਮੂੰਹਾਂ ਸੱਪ ਫੜ ਕੇ ਬੈਠਾ, ਹੁਣ ਕੋਈ ਬੋਲ ਨਹੀਂ ਰਿਹਾ। ਹੁਣ ਮੋਦੀ ਜਿਹੜਾ ਉੱਥੋਂ ਸ਼ੇਰ ਦੇ ਬੱਚੇ ਨੂੰ ਦੁੱਧ ਪਿਆਉਂਦਾ ਹੁਣ ਜਿਹੜਾ ਉਹ ਪਹੁੰਚ ਗਿਆ ਆਪਣੇ ਉੱਤਰਾਖੰਡ, ਜਿੱਥੋਂ ਗੰਗਾ ਮਈਆ ਦਾ ਕੋਈ ਮੰਦਿਰ ਹੈ, ਉੱਥੇ ਪੂਜਾ ਕਰ ਰਿਹਾ, ਬਿਲਕੁਲ ਨਹੀਂ ਬੋਲ ਰਿਹਾ। ਔਰ ਐਸ ਜੈ ਸ਼ੰਕਰ UK ਉੱਥੇ ਆ ਕੇ ਕਹਿ ਰਿਹਾ ਅਸੀਂ ਤਾਂ ਡਾਲਰ ਨੂੰ ਕਮਜ਼ੋਰ ਹੋਣ ਹੀ ਨਹੀਂ ਦੇਣਾ, ਅਸੀਂ ਤਾਂ ਬ੍ਰਿਕਸ ਦੇ ਵਿੱਚ ਸਾਰੇ ਇੰਨੇ ਮੁਲਕ ਹੋਰ ਆ ਗਏ ਨੇ, ਉਹਨਾਂ ਸਾਰਿਆਂ ਦਾ ਆਪੋ ਆਪਣਾ ਵਿਊ ਹੈ। ਯਾਨੀ ਇੰਨਾ ਡਰ ਕੇ ਇੰਨਾ ਖੌਫ। ਮੈਂ ਇਹ ਦੇਖ ਰਿਹਾ ਸੀ ਵੀ ਸੁਹਾਸਿਨੀ ਹੈਦਰ, ਇਹ ਬੜੀ ਐਕਸਪਰਟ ਹੈ, ਸੁਬਰਾਮਨਿਅਮ ਸਵਾਮੀ ਦੀ ਡਾਟਰ ਹੈ, ਔਰ ਦਾ ਹਿੰਦੂ ਅਖਬਾਰ 'ਚ ਜਿਹੜੇ ਫੋਰਨ ਵਿਊ ਨੇ ਇਸ਼ੂ ਉਹਨਾਂ ਦੇ ਉੱਤੇ ਅਥਾਰਟੀ ਹੈ। ਉਹਨੇ ਦੋ ਜਿਹੜੇ ਨੇ ਸੁਹਾਸਿਨੀ ਹੈਦਰ ਨੇ ਜਿਹੜੇ ਟਵੀਟ ਉੱਪਰੋਂ ਥੱਲੇ ਕੀਤੇ। ਪਹਿਲਾ ਉਹਨੇ ਕਿਹਾ ਕਿ ਇੰਡੀਆਜ਼ ਸਾਇਲੈਂਸ on Wednesday was in contrast to countries like China, Mexico and Canada, which have already announced counter reciprocal tariffs on US goods. China and Canada have also filed complaints with the World Trade Organization against the US measures. ਉਹਨੇ ਕਿਹਾ ਵੀ ਇਹ ਇੰਡੀਆ ਦੀ ਸਾਇਲੈਂਸ ਸਮਝ ਨਹੀਂ ਆ ਰਹੀ, ਇਸ ਦੇ ਉਲਟ ਚਾਈਨਾ, ਮੈਕਸੀਕੋ ਤੇ ਕੈਨੇਡਾ ਉਹਨਾਂ ਨੇ ਕਾਊਂਟਰ ਕੀਤਾ। ਉਹਨਾਂ ਨੇ ਵੀ ਕਿਹਾ ਵੀ ਅਸੀਂ ਜਿੰਨੇ ਤੁਸੀਂ ਲਾਓਗੇ ਉਨੇ ਲਾਵਾਂਗੇ। ਨਾਲ ਦੀ ਨਾਲ ਚੀਨ ਔਰ ਕੈਨੇਡਾ ਜਿਹੜੇ ਨੇ ਅਮਰੀਕਾ ਨੂੰ ਲੈ ਗਏ ਨੇ ਧੂਰੂ ਕੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ 'ਚ ਕਿ ਵੀ ਤੁਸੀਂ ਇਹ ਜਿਹੜਾ ਇਹਦੇ WTO ਦੇ ਐਗਰੀਮੈਂਟ ਨੂੰ ਫਲਾਊਟ ਕੀਤਾ। ਫਿਰ ਉਹਨੇ ਜਿਹੜਾ ਦੂਸਰਾ ਟਵੀਟ ਕੀਤਾ, No response from India on Trump April 2nd tariffs, ਕਿ ਵੀ ਹੁਣ ਟਰੰਪ ਨੇ ਕਿਹਾ ਵੀ 2 ਅਪ੍ਰੈਲ ਤੋਂ ਇੰਡੀਆ ਦੇ ਉੱਤੇ ਟੈਰਿਫਸ ਲੱਗਣੀਆਂ ਨੇ, ਕੋਈ ਰਿਸਪੌਂਸ ਨਹੀਂ। While announcement that came while Commerce Minister Goyal, Piyush Goyal ਦਾ ਨਾਂ ਹੈ, he is in DC, is disappointing for those who thought BTA talks would put off tariffs. Officials hope there is still time for negotiation. ਹੁਣ ਪੀਯੂਸ਼ ਗੋਇਲ ਜਿਹੜਾ ਇੱਥੇ ਆ ਕੇ ਬੈਠਾ ਹੈ DC ਕਿ ਕੋਈ ਮਿੰਨਤ ਤਰਲਾ ਹੀ ਕਰ ਰਹੇ ਨੇ, ਪਰ ਪਬਲਿਕਲੀ ਮੂੰਹ ਵੀ ਨਾ ਖੋਲਣਾ। ਹਾਲ ਇਹ ਹੈ, ਅੱਜ ਹੀ ਮੈਂ 2-3 ਜਿਹੜੇ ਇੰਡੀਪੈਂਡੈਂਟ ਯੂਟਿਊਬਰ ਨੇ
ਕਿ ਇੰਨਾ ਖੌਫ ਪਿਆ ਹੋਇਆ ਕਿ ਵੀ ਈਵਨ ਆ ਜਿਹੜੀ ਹੁਣ ਇੰਡੀਆ ਦੀ ਐਕਸਪੋਰਟ ਹੈ ਉਹਦੇ 'ਚ ਡਾਇਮੰਡ ਇੰਡਸਟਰੀ ਹੈ ਬਹੁਤ ਵੱਡੀ। ਕੱਲੇ ਇਹਨਾਂ ਪਿਛਲੇ 6 ਮਹੀਨਿਆਂ 'ਚ 50 ਜਿਹੜੇ ਡਾਇਮੰਡ ਇੰਡਸਟਰੀ 'ਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੇ ਸੁਸਾਈਡ ਕੀਤਾ ਔਰ ਇਹ ਗਿਣਤੀ ਹਜ਼ਾਰਾਂ 'ਚ ਹੈ ਕਿਉਂਕਿ ਕਿੰਨੇ ਬਿਲੀਅਨ ਡਾਲਰ ਦੀ ਟ੍ਰੇਡ ਤੇ ਜੇ ਉਹ ਟੈਰਿਫ ਲੱਗ ਜਾਂਦਾ ਜਾਂ ਦੂਜਾ ਉਹ ਤਾਂ ਕੰਮ ਹੀ ਮੁੱਕ ਜਾਂਦਾ, ਪਹਿਲਾਂ ਹੀ ਆਊਟ ਆਫ ਬਿਜ਼ਨਸ ਹੋ ਰਹੇ ਨੇ। ਸੋ ਇਹ ਸਾਰੇ ਦੇ ਚੱਲਦੇ ਆ ਜਿਹੜਾ ਮੋਦੀ ਜਿਹੜਾ ਉਹ ਕਦੇ ਸ਼ੇਰ ਦੇ ਬੱਚੇ ਨੂੰ ਦੁੱਧ ਪਿਆ ਰਿਹਾ ਜ਼ੂ 'ਚ ਜਾ ਕੇ, ਕਦੇ ਜਿਹੜਾ ਉਹ ਗੰਗਾ ਦੀ ਪੂਜਾ ਕਰ ਰਿਹਾ, ਐਸ ਜੈ ਸ਼ੰਕਰ ਜਿਹੜਾ ਉਹ ਇੱਧਰ ਉੱਧਰ ਘੁੰਮ ਰਿਹਾ। ਔਰ ਇਹ ਜਿਹੜਾ ਇਸ ਦਾ ਨਤੀਜਾ ਹੈ ਕਿ ਵੀ ਇੱਕ ਖੌਫ ਭਰਪਿਆ ਭਾਰਤ ਦੇ ਲੋਕਾਂ 'ਚ, ਵਪਾਰੀਆਂ 'ਚ ਜਿਹੜੇ ਨੇ ਲੱਖਾਂ ਜੌਬ ਜਾਣ ਦਾ ਡਰ ਹੈ। ਉਧਰੋਂ ਟੈਸਲਾ ਵਾਲਾ ਜਿਹੜਾ ਉਹ ਇੰਡੀਆ ਆਫਿਸ ਖੋਲ ਰਿਹਾ ਔਰ ਆਲਰੇਡੀ ਜਿਵੇਂ ਜੇ ਟਰੰਪ ਨੇ ਕਿਹਾ ਵੀ ਸਾਡੇ ਤੇ ਤੁਸੀਂ 100% ਦੀ ਟੈਰਿਫ ਲਾਉਂਦੇ ਹੋ ਆਟੋ ਦੇ ਉੱਤੇ, ਦੂਜਾ ਤਾਂ ਇਹ ਹੋਏਗਾ ਵੀ ਤੁਸੀਂ ਹਟਾਓ ਨਹੀਂ ਤਾਂ ਅਸੀਂ ਵੀ ਉਨਾ ਹੀ ਲਾਵਾਂਗੇ। ਹਟਾਉਣ ਦਾ ਮਤਲਬ ਇਹ ਹੋਏਗਾ ਕਿ ਇਹ ਮਹਿੰਦਰਾ ਐਂਡ ਮਹਿੰਦਰਾ ਜਾਂ ਜਿਹੜੇ ਦੂਸਰੇ ਨੇ ਟਾਟਾ ਵਾਲੇ ਔਰ ਦੂਜੇ ਉਹਨਾਂ ਨੂੰ ਕੰਪੀਟ ਕਰਨਾ ਪਏਗਾ ਅਮਰੀਕਾ ਮੇਡ ਕਾਰਾਂ ਜਾਂ ਦੂਜਿਆਂ ਨਾਲ। ਉਹ ਤਾਂ ਇੰਡੀਅਨਸ ਕੋਈ ਥੁੱਕ ਸੁੱਟੇ ਅਮਰੀਕਾ ਮੇਡ ਉਹਨੂੰ ਚੁੱਕਿਆ ਹੁੰਦਾ ਉਹਨਾਂ ਨੇ, ਤੇ ਉਹ ਤਾਂ ਉਹਨਾਂ ਦੇ ਮੁਕਾਬਲੇ ਜੋ ਉਸੇ ਹੀ ਕੀਮਤ ਦੀਆਂ ਨੇ ਉਹਨਾਂ ਦੀਆਂ ਨੂੰ ਕੌਣ ਕਿੰਨੀ ਵੱਡੀ ਅਨਇੰਪਲੋਇਮੈਂਟ ਹੋਏਗੀ। ਸੋ ਇਹ ਸਾਰਾ ਇੱਕ ਪਾਸੇ ਇੱਕ ਹੀ ਕਹਿ ਰਹੇ ਨੇ ਵੀ ਇਹ ਵਿਸ਼ਵ ਗੁਰੂ ਨੂੰ ਪੁੱਛ ਕੇ ਹੀ ਨਹੀਂ ਕੁਝ ਹੋ ਰਿਹਾ। ਕਹਿੰਦਾ ਵੀ ਤੁਹਾਡਾ ਕਿਉਂ ਜੇ ਤੁਸੀਂ ਵਿਸ਼ਵ ਗੁਰੂ ਹੋ, ਜੁੱਤੀਆਂ ਪੈ ਰਹੀਆਂ ਚਾਰੇ ਪਾਸਿਓਂ ਔਰ ਤੁਸੀਂ ਭੁੱਲ ਵੀ ਨਹੀਂ ਰਹੇ ਵੀ ਵਿਸ਼ਵ ਗੁਰੂ ਕਿੱਥੇ ਲੁਕਿਆ ਹੋਇਆ ਹੈ। ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤ ਦਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਯੂਕੇ ਦੇ ਦੌਰੇ ਤੇ ਸੀ ਔਰ ਇਸ ਦੌਰਾਨ ਇੱਕ ਥਿੰਕ ਟੈਂਕ ਦੇ ਸਮਾਗਮ ਚੋਂ ਬਾਹਰ ਨਿਕਲਦਿਆਂ ਉਸ ਦਾ ਖਾਲਿਸਤਾਨੀ ਸਿੰਘਾਂ ਨੇ ਖਾਲਸਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸਵਾਗਤ ਕੀਤਾ। ਇੱਕ ਸਿੰਘ ਨੇ ਉਸ ਦੀ ਕਾਰ ਦੇ ਸਾਹਮਣੇ ਜਾ ਕੇ ਭਾਰਤੀ ਤਿਰੰਗੇ ਨੂੰ ਲੀਰੋ ਲੀਰ ਕਰ ਦਿੱਤਾ ਔਰ ਇਸ ਤੇ ਭਾਰਤ ਸਰਕਾਰ ਸਮੇਤ ਉਹਨਾਂ ਦੇ ਮੀਡੀਏ ਚੀਕਾਂ ਮਾਰ ਰਹੇ ਨੇ ਔਰ ਦਿੱਲੀ ਵਿਚਲੇ ਬ੍ਰਿਟਿਸ਼ ਐਮਬੈਸਡਰ ਨੂੰ ਤਲਬ ਕਰਕੇ ਭਾਰਤੀ ਵਿਦੇਸ਼ ਮੰਤਰਾਲੇ ਨੇ ਜਿਹੜੀ ਆਪਣੀ ਹੈ ਨਾਰਾਜ਼ਗੀ ਹੈ ਉਹ ਜਤਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो वैसे तो ये भी कहा जा सकता है भी अजी हमसे रूठ कर कहाँ जाइएगा, जहाँ जाइएगा हमें पाइएगा। हुण ये जरूर ये जिहड़े दिल्ली दे हाकम जिन्हां दा दिमाग 7वें आसमान ते सी, जिन्हां ने 40 साल पहला जिस फैसले नूं सारी ओपोजिशन
ਨੇ ਵੀ ਸਪੋਰਟ ਕੀਤਾ ਸੀ। ਸਿੱਖਾਂ ਦੇ ਖਿਲਾਫ ਟੋਟਲ ਵਾਰ ਦਾ ਐਲਾਨ ਕੀਤਾ ਸੀ। ਜੂਨ 84 ਦਾ ਪਹਿਲਾ ਹਫਤਾ ਟੈਂਕਾਂ ਤੋਪਾਂ ਨਾਲ ਹਮਲਾ, ਔਰ ਇਹ ਤਾਕਤ ਦੇ ਗਲਿਆਰਿਆਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਉਸ ਤੋਂ ਇਮੀਡੀਏਟ ਬਾਅਦ ਕਿ ਸਿੱਖ ਤਾਂ ਪੜ੍ਹਦੇ ਹੁੰਦੇ ਸੀ ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਇਹ ਸਮਝਦੇ ਸੀ ਕਿ ਬਈ ਸਿੱਖਾਂ ਨੂੰ ਗੋਡਿਆਂ ਭਰ ਨੇ ਅਸੀਂ ਕਰ ਲਿਆ। ਇਹਨਾਂ ਦਾ ਜਿਹੜਾ ਬੜਾ ਇਹ ਅਕਾਲ ਤਖਤ ਦਾ ਮਾਣ ਕਰਦੇ ਸੀ। ਇੱਥੋਂ ਹੀ ਮੋਰਚਾ ਐਮਰਜੈਂਸੀ ਦੇ ਖਿਲਾਫ ਵੀ, ਅੰਗਰੇਜ਼ਾਂ ਦੇ ਖਿਲਾਫ ਵੀ, ਔਰ ਇਹ ਆਪਣਾ ਪ੍ਰਾਈਡ ਕਿ ਅਸੀਂ ਦਿੱਲੀ ਤਖਤ ਤੋਂ ਜਿਹੜਾ 2 ਫੁੱਟ ਉੱਚਾ ਸਾਡਾ ਤਖਤ ਹੈ ਵੀ ਇਹਨਾਂ ਸਾਰਿਆਂ ਨੂੰ ਅਸੀਂ ਗੋਡਿਆਂ ਭਰਨੇ ਲੈ ਆਂਦਾ, ਇਹਨਾਂ ਦੀ ਨੌਜਵਾਨੀ ਅਸੀਂ ਮੁਕਾ ਦਿਆਂਗੇ। ਜੋ ਉਹਨਾਂ ਦੇ ਫੌਜੀ ਜਿਹੜੇ ਉਸ ਵੇਲੇ ਦੇ ਸੀ ਉਹ ਬਰੀਫ ਕਰਦੇ ਸੀ ਔਰ ਜਿਸ ਲੈਵਲ ਦਾ ਉਹਨਾਂ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ 40 ਵਰਿਆਂ 'ਚ ਐਸਾ ਕੋਈ ਹਥਿਆਰ ਨਹੀਂ। ਹਾਲਾਂਕਿ ਜਦੋਂ ਚਾਣਕਿਆ ਨੀਤੀ ਦੀ ਗੱਲ ਹੁੰਦੀ ਹੈ ਤੇ ਸਾਮ ਦਾਮ ਦੰਡ ਭੇਦ ਦੇ 4 ਹਥਿਆਰ ਅਕਸਰ ਇਹਨਾਂ ਦਾ ਜ਼ਿਕਰ ਹੁੰਦਾ ਹੈ, ਪਰ ਜੋ ਵੀ ਕੀਤਾ ਜਾ ਸਕਦਾ ਹੈ ਕਿ ਇੰਨੀ ਸਮਾਲ ਮਾਈਨੋਰਿਟੀ ਦੇ ਉੱਤੇ ਜਿਹਨਾਂ ਨੂੰ ਇਹ ਕਹਿਣਾ ਹੋਏ ਵੀ ਆਟੇ 'ਚ ਲੂਣ ਦੇ ਬਰਾਬਰ ਜਿਹਨਾਂ ਦੀ ਗਿਣਤੀ ਸੀ, ਕਿਵੇਂ ਨਿੱਕੇ ਜਿਹੇ ਉਸ ਪੰਜਾਬ ਨੂੰ ਬਰਬਾਦ ਕੀਤਾ ਹੈ। ਉਹਦੇ ਰਿਸੋਰਸ ਤਾਂ ਲੁੱਟ ਹੀ ਰਹੇ ਸੀ, ਜਿਹੜਾ ਇੱਕ ਵੱਡਾ ਕਾਰਨ ਸੀ ਜਦੋਂ ਮੋਰਚੇ ਲੱਗਦੇ ਰਹੇ ਨੇ। ਪਰ ਜਿਵੇਂ ਇੱਕ ਪੂਰੀ ਦੀ ਪੂਰੀ ਨਸਲ ਮਾਰ ਮੁਕਾਈ 84 ਤੋਂ 94 95 ਤੱਕ ਡੈਮੋਕ੍ਰੇਸੀ ਦੇ ਨਾਂ ਥੱਲੇ 6-6 ਫੁੱਟੇ ਸੋਹਣੇ ਗੁਰਸਿੱਖ ਨੌਜਵਾਨ, ਕਿਸ ਕਦਰ ਤੁਸੀਂ ਅੱਜ ਵੀ ਜਦੋਂ ਔਰ ਜਿਹੜੇ ਉੱਥੋਂ ਆਉਂਦੇ ਨੇ ਜਿਨ੍ਹਾਂ ਨੂੰ ਭੁੱਲਿਆ ਹੁੰਦਾ ਇੱਥੇ ਜਦੋਂ ਗੁਰਦੁਆਰਿਆਂ 'ਚ ਜਾਂਦੇ ਨੇ ਔਰ ਇਹ ਸ਼ਹੀਦ ਗੈਲਰੀਜ਼ ਔਰ ਦੂਸਰੀਆਂ ਜਿਹੜੀਆਂ ਨੇ ਲੰਗਰ ਹਾਲਾਂ 'ਚ ਔਰ ਦੂਸਰੇ, ਉਹ ਕਹਿੰਦੇ ਨੇ ਕਿ ਵੀ ਅਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਵੀ ਸਾਡੇ ਨਾਲ ਕੀ ਹੋਇਆ। ਔਰ ਇਹ ਉਹ ਨਹੀਂ ਵੀ ਅਸੀਂ ਕੋਈ 18ਵੀਂ ਸਦੀ ਦੇ ਕਦੇ ਜਦੋਂ ਸਿੱਖ ਅਜਾਇਬ ਘਰ 'ਚ ਜਿਹੜਾ ਜਾਣਾ ਤੇ ਉਹਦੇ 'ਚ ਭਾਈ ਤਾਰੂ ਸਿੰਘ ਦੀ ਤਸਵੀਰ ਹੈ, ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਭਾਈ ਮਨੀ ਸਿੰਘ, ਤਾਂ ਉਦੋਂ ਇੱਕ ਦਹਿਲਣ ਵਾਲਾ ਇੱਕ ਪਾਠ ਹੁੰਦਾ ਸੀ ਕਿ ਵੀ ਕਿੰਨੇ ਜ਼ੁਲਮ ਹੋਏ। ਪਰ ਇਹ ਲੱਗਦਾ ਸੀ ਕਿ ਵੀ ਉਹ 2 ਸਦੀਆਂ ਪਹਿਲਾਂ ਜਾਂ ਦੂਜਾ, ਪਰ ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿਸ ਕਦਰ ਜਿਹੜਾ ਉਹਨਾਂ ਨੇ ਇੱਕ ਪੂਰੀ ਜਿੰਨਾ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੰਨੇ ਸਿੱਖ 1699 ਤੋਂ 1799 ਤੱਕ 1 ਸਾਲ ਦੇ ਪੀਰੀਅਡ 'ਚ ਮਾਰੇ ਗਏ ਜਾਂ ਸ਼ਹੀਦ ਹੋਏ। ਸਰ ਕਪੂਰ ਸਿੰਘ ਉਹਨਾਂ ਦੀ ਗਿਣਤੀ ਅਕਸਰ 2 ਲੱਖ ਦੇ ਕਰੀਬ ਕਹਿੰਦੇ, ਜਿਨ੍ਹਾਂ 'ਚ ਘੱਲੂਘਾਰਿਆਂ ਦੇ ਵਿੱਚ ਸ਼ਹੀਦ ਹੋਏ ਵੀ ਸ਼ਾਮਲ ਨੇ। ਤੇ ਇਹਨਾਂ ਨੇ ਤਾਂ 20 ਸਾਲਾਂ 'ਚ 2 ਲੱਖ ਮਾਰ ਦਿੱਤਾ। ਤੁਸੀਂ ਨੰਬਰ ਜੇ ਤੁਸੀਂ 13 ਅਪ੍ਰੈਲ 1978 ਤੋਂ ਸ਼ੁਰੂ ਕਰੋ, ਜੂਨ 84, ਨਵੰਬਰ 84 30,000 ਸਿੱਖ ਜਿਹੜਾ ਇਹਨਾਂ ਨੇ ਭਾਰਤ ਭਰ ਦੇ ਵਿੱਚ ਮਾਰੇ। ਹੁਣ ਇਸ ਸਭ ਤੋਂ ਬਾਅਦ ਔਰ ਫਿਰ ਇੱਥੇ ਨਹੀਂ ਰੁਕੇ। ਉਹਨਾਂ ਨੂੰ ਇਹ ਲੱਗਦਾ ਸੀ ਕਿ ਬਈ ਬਾਹਰ ਨੇ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੁਣ ਐਕਸਪੋਜ਼ ਹੋਏ ਨੇ 2023 ਦੇ ਵਿੱਚ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ, ਪਰ ਕੰਮ ਤਾਂ ਇਹ 40 ਸਾਲਾਂ ਤੋਂ ਵੀ ਪਹਿਲਾਂ ਤੋਂ ਕਰ ਰਹੇ ਸੀ। 1981 82 ਦੇ ਵਿੱਚ ਜਿਹੜਾ ਕੈਨੇਡਾ ਦੇ ਗੁਰਦੁਆਰਿਆਂ 'ਚ ਔਰ ਉਹ ਸਾਰਾ ਉਹਨਾਂ ਦੀ, ਔਰ ਅਗਲਾ ਜਿਹੜਾ ਇਹ ਵਰ੍ਹਾ ਹੈ ਇਹ ਜਿਹੜਾ 에ਅਰ ਇੰਡੀਆ ਦਾ ਹਾਦਸਾ ਉਹਦੇ 40 ਸਾਲ ਹੋ ਜਾਣੇ ਨੇ 85 ਦੇ ਵਿੱਚ, ਇਸ ਵਰੇ ਦੇ ਵਿੱਚ ਹੀ, ਕਿਉਂਕਿ ਉਹ ਸਾਰੇ ਦੇ 1985 ਦੇ ਵਿੱਚ ਹੁੰਦਾ ਹੈ। ਔਰ ਇਸ ਕਿਸਮ ਦੀ ਕਰਤੂਤ ਵੀ ਉਹਨਾਂ ਨੇ ਪਲਾਨ ਕੀਤੀ, ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਲੈ ਆਏ, ਬਾਹਰਲੀਆਂ ਹਕੂਮਤਾਂ ਦੇ ਨਾਲ ਡੀਲਸ ਬਣਾਈਆਂ। ਇਹਨੇ ਰਾਜੀਵ ਗਾਂਧੀ ਜਦੋਂ ਯੂਕੇ 'ਚ ਆਇਆ ਤੇ ਉਹ 3rd ਰੇਟ ਇਹਨਾਂ ਦੇ ਜਗੁਆਰ ਜਹਾਜ਼ ਜਿਹੜੇ ਪਹਿਲਾਂ ਇੰਡੀਆ ਦੇ ਆਪਣੇ ਐਕਸਪਰਟ ਰਿਜੈਕਟ ਕਰ ਚੁੱਕੇ ਸੀ, ਉਹ ਇਸ ਲਈ ਰਾਜੀਵ ਗਾਂਧੀ ਨੇ ਖਰੀਦੇ। ਡੀਲ ਇਹ ਸੀ ਵੀ ਤੁਸੀਂ ਯੂਕੇ ਦੇ ਵਿੱਚ ਬੰਦ ਕਰੋਗੇ ਇਹਨਾਂ ਦੀ ਖਾਲਿਸਤਾਨੀਆਂ ਦੀ ਆਵਾਜ਼ ਨੂੰ। ਔਰ ਮਾਰਗਰਟ ਥੈਚਰ ਦਾ ਕੀ ਰੋਲ ਸੀ। ਈਵਨ ਨਵੰਬਰ 84 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਨਗਰ ਕੀਰਤਨ ਦੀ ਪਰਮਿਸ਼ਨ ਡਿਨਾਈ ਕਰਨ ਤੱਕ ਜਾਣਾ। ਇਸ ਸਭ ਦੇ ਚੱਲਦੇ ਆ ਫਿਰ ਡਾਇਰੈਕਟ ਕਿਲਿੰਗ ਗੈਂਗਸ ਜੋ ਸਾਹਮਣੇ ਆ ਰਿਹਾ। ਹੁਣ ਇਹਦੇ ਬਾਵਜੂਦ ਜਦੋਂ ਉਹਨਾਂ ਦੇ ਉਹ ਚਾਣਕਿਆਪੁਰੀ ਦੇ ਵਿੱਚ ਜਿਹੜਾ ਕੌਟਲਿਆ ਮਾਰਗ ਦੇ ਉੱਤੇ ਦਿੱਲੀ 'ਚ ਇਹਨਾਂ ਦੇ ਰਾਹ ਵਾਲੇ, ਇਹਨਾਂ ਦੇ IB ਵਾਲੇ, ਇਹਨਾਂ ਦੇ ਫੋਰਨ ਪਾਲਿਸੀ ਵਾਲੇ ਬੈਠਦੇ ਹੋਣਗੇ, ਐ ਸਿਰ ਫੜਿਆ ਹੋਏਗਾ, ਕਹਿਣਗੇ ਕਿ ਵੀ ਇਹ ਕਿਵੇਂ ਸਿੱਖਾਂ ਨੂੰ ਜਿਹੜਾ, ਔਰ ਠੀਕ ਰਾਜਾ ਨੁਸਰਤ ਅਲੀ ਜੀ ਨੇ ਜਦੋਂ ਇਹ ਕਿਹਾ ਕਿ ਡਾਇਸਪੋਰਾ ਸਿੱਖਾਂ ਨੇ ਆਊਟਡੂ ਕੀਤਾ ਇਹਨਾਂ ਦੀ ਇੰਡੀਆ ਦੀ ਡੀਪ ਸਟੇਟ ਨੂੰ, ਇਹਨਾਂ ਦੀਆਂ ਖੁਫੀਆ ਏਜੰਸੀਆਂ ਨੂੰ, ਔਰ ਇਹਨਾਂ ਦੇ ਵੀ ਡਰ ਖੌਫ ਬਾਹਰਲੀਆਂ ਹਕੂਮਤਾਂ ਦੇ। ਆ ਜਿਹੜਾ ਸੁਣਕ ਆਇਆ ਸੀ UK ਦਾ, ਰਿਸ਼ੀ ਸੁਣਕ, ਹਿੰਦੂ ਤੋਂ ਵੀ ਬॉय
ਔਰ ਉਹ ਪ੍ਰੀਤੀ ਪਟੇਲ ਤੇ ਦੂਜੇ ਕਿਸ ਹੱਦ ਤੱਕ ਜੀ 90,000 ਪਾਉਂਡ ਇਸ ਕੰਮ ਲਈ ਰੱਖਿਆ, ਸ਼ਨਾਖਤ ਕਰਨੀ ਹੈ ਵੀ ਖਾਲਿਸਤਾਨੀ ਕਿਹੜੇ ਨੇ। ਸੋ ਔਰ ਫਿਰ ਇਹਨਾਂ ਨੇ ਅਵਤਾਰ ਸਿੰਘ ਖੰਡੇ ਦਾ ਮਰਡਰ 15 ਜੂਨ 2023 ਨੂੰ ਕਰਵਾਇਆ। ਕਿਵੇਂ ਵੱਡੀ ਕਹਾਣੀ ਕਿ ਜੀ ਝੰਡਾ ਲਾ ਲਿਆ ਸਾਡਾ ਔਰ ਹਮਲਾ ਕਰਤਾ ਕੌਂਸੂਲੇਟ ਤੇ ਅੰਦਰ ਉਹਨਾਂ ਨੇ ਵੜ ਜਾਣਾ ਸੀ। ਕਿੰਨਿਆਂ ਨੂੰ ਈਵਨ NSA ਦੇ ਥੱਲੇ ਇੰਡੀਆ 'ਚ ਕੇਸ ਰਜਿਸਟਰ ਕੀਤੇ। ਇੱਥੋਂ ਗਿਆ ਨੂੰ ਮਤਲਬ ਤਾਂ ਇਹ ਸੀ ਕਿ ਵੀ ਜਿਹੜੀ ਬਾਹਰ ਐਕਟੀਵਿਟੀ ਹੈ ਖਾਲਿਸਤਾਨ ਦੇ ਨਾਂ ਤੇ ਉਹ ਖਤਮ ਹੋ ਜਾਏ। ਹੁਣ ਬਹੁਤਿਆਂ ਨੂੰ ਕਈ ਵਾਰੀ ਲੱਗਦਾ ਹੁੰਦਾ ਹੈ ਕਿ ਜੀ ਪ੍ਰੋਟੈਸਟ ਦੇ ਵਿੱਚ ਤਾਂ ਹਜ਼ਾਰਾਂ ਹੋਣੇ ਚਾਹੀਦੇ ਨੇ, ਸੈਂਕੜਿਆਂ ਨੇ ਜਾਂ ਦਰਜਨਾਂ ਨੇ। ਔਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ, ਔਰ ਇਹ ਗੱਲ ਪਿਛਲੇ ਦਿਨਾਂ 'ਚ ਇੱਕ ਪਾਕਿਸਤਾਨੀ ਆਲਮ ਨੂੰ ਜਦੋਂ ਪੁੱਛਿਆ ਗਿਆ ਕਿ ਕਸ਼ਮੀਰ ਦੇ ਵਿੱਚ ਤਾਂ ਲੱਗਦਾ ਵੀ ਮੂਵਮੈਂਟ ਖਤਮ ਹੋ ਗਈ, ਉਹਨੇ ਕਿਹਾ ਨਹੀਂ, ਕਦੇ ਵੀ ਇਸ ਤਰ੍ਹਾਂ ਮੂਵਮੈਂਟ ਨਹੀਂ ਖਤਮ ਹੁੰਦੀ। ਉਹਨੇ ਕਿਹਾ ਵੀ ਜਿਹੜਾ ਕੋਈ ਨਜ਼ਰੀਆ ਹੁੰਦਾ ਹੈ, ਜਦੋਂ ਤੱਕ ਕਿਸੇ ਨਜ਼ਰੀਏ ਲਈ ਇੱਕ ਵੀ ਬੰਦਾ ਮਰਨ ਨੂੰ ਤਿਆਰ ਹੈ, ਉਹ ਨਜ਼ਰੀਆ ਨਹੀਂ ਮਰਦਾ। ਔਰ ਉਹਨੇ ਕਿਹਾ ਜੀ ਕਸ਼ਮੀਰ ਦੇ ਲਈ ਤਾਂ ਅੱਜ ਵੀ ਲੋਕ ਖਲੋਤੇ ਨੇ, ਮਰਨ ਨੂੰ ਤਿਆਰ ਨੇ। ਸੋ ਨਜ਼ਰੀਆ ਤਾਂ ਅਲਾਈਵ ਹੈ। ਔਰ ਮੈਨੂੰ ਇਹ ਜਦੋਂ ਮੈਂ ਹਮੇਸ਼ਾ ਇਹ ਕਹਿੰਦਾ ਵੀ ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਤੇ ਜਿਉਂਦਾ ਹੈ ਔਰ ਉਹ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ, ਮੂਵਮੈਂਟ ਦਾ ਅਲਾਈਵ ਹੈ। ਹੁਣ ਇਹ ਗੱਲ ਇਹਨਾਂ ਨੂੰ ਤਕਲੀਫ ਦਿੰਦੀ ਹੈ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਜੀ ਨਵਾਂ ਵਰਲਡ ਆਰਡਰ, ਜੀਓ ਪੋਲਿਟਿਕਸ, ਸਿੱਖ ਫੈਕਟਰ ਇੰਟਰਨੈਸ਼ਨਲ ਰਡਾਰ ਤੇ ਆਉਣਾ, ਸਾਡੇ ਲਈ ਹਮਦਰਦੀ, ਇੰਟਰਸਟ, ਇੰਡੀਆ ਦਾ ਐਕਸਪੋਜ਼ ਹੋਣਾ ਐਜ਼ ਏ ਰੋਗ ਸਟੇਟ। ਔਰ ਫਿਰ ਸਿੱਖ ਨਿਕਲ ਕੇ ਖਾਲਿਸਤਾਨ ਦਾ ਝੰਡਾ ਤੁਸੀਂ ਦੇਖੋ ਜੇ ਸਾਡੇ ਅੰਦਰ ਚਾਹ ਪੈਦਾ ਕਰਦਾ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਉਹ ਖਾਲਿਸਤਾਨ ਰੈਫਰੈਂਡਮ ਦੇ ਥੱਲੇ ਕਿਵੇਂ ਲੱਖਾਂ ਦੀ ਗਿਣਤੀ 'ਚ ਸਿੱਖ ਨਿਕਲੇ, ਜਾਂ ਸਾਡੀਆਂ ਪੈਰੇਡਸ ਦੇ ਉੱਤੇ ਜਿਹੜੀਆਂ ਲੱਖਾਂ ਦੀ ਗਿਣਤੀ 'ਚ ਨਗਰ ਕੀਰਤਨ ਹੁੰਦੇ ਨੇ ਉਹਨਾਂ ਦੇ ਮੌਕੇ ਜੋ ਪਾਰਟ ਹੁੰਦਾ ਤੇ ਦੁਸ਼ਮਣ ਦੇ ਅੰਦਰ ਕੀ ਵਾਪਰਦਾ ਹੋਏਗਾ ਕਿ ਉਹਨਾਂ ਨੂੰ ਕਿੰਨੀ ਤਕਲੀਫ ਹੁੰਦੀ ਹੋਏਗੀ। ਔਰ ਇੱਕ ਤਾਜ਼ਾ ਜਦੋਂ ਅਸੀਂ ਕਹਿੰਦੇ ਹਾਂ ਕਿ ਐਸ ਜੈ ਸ਼ੰਕਰ ਫੋਰਨ ਮਿਨਿਸਟਰ ਜਿਹਨੂੰ ਕ੍ਰੋਨਿਕ ਕੌਨਸਟੀਪੇਸ਼ਨ ਹੈ, ਉਸ ਨੇ ਖਾਲਿਸਤਾਨੀ ਮਹਿਮਾਨ ਨਵਾਜ਼ੀ ਦਾ ਜਿਹੜਾ ਉਹ ਸਵਾਦ ਚੱਖਿਆ ਔਰ ਬਹੁਤ ਮਿੱਠਾ ਸਵਾਦ ਸੀ। ਔਰ ਜਾ ਕੇ ਉਹਦਾ ਇੰਨਾ ਕੁ ਅਸਰ ਹੈ ਵੀ ਉਹ ਆਪਣੀ ਫੋਰਨ ਮਿਨਿਸਟਰੀ, ਐਕਸਟਰਨਲ ਅਫੇਅਰਸ ਮਿਨਿਸਟਰੀ ਨੂੰ ਵੀ ਸਵਾਦ ਚਖਾ ਰਿਹਾ ਕਿ ਵੀ ਉਹ ਤਾਂ ਬਹੁਤ ਮਿੱਠਾ ਸਵਾਦ ਸੀ। ਹੁਣ ਕਿਉਂਕਿ ਉਹ UK ਦੇ ਦੌਰੇ ਤੇ ਫ੍ਰੀ ਟ੍ਰੇਡ ਸਾਈਨ, ਕਿਉਂਕਿ ਜਦੋਂ ਦਾ ਅਮਰੀਕਾ ਨੇ ਟੈਰਿਫ ਦਾ ਜਿਹੜਾ ਉਹ ਸਕਰੂ ਦਬਾਇਆ ਹੋਇਆ ਤੇ ਇਹਨਾਂ ਨੂੰ ਵੀ ਲੱਗਦਾ ਵੀ ਕੋਈ ਇੰਗਲੈਂਡ UK ਨਾਲ ਡਾਇਰੈਕਟ ਟ੍ਰੇਡ ਔਰ ਦੂਜੀ ਤੀਜੀ ਟ੍ਰੀਟੀ ਹੋ ਜਾਏ। ਸੋ ਉੱਥੇ ਇੱਕ ਥਿੰਕ ਟੈਂਕ ਹੈ, ਉਹ ਛਾਠਮ ਹਾਊਸ ਦੇ ਵਿੱਚ ਇਹਨੂੰ ਸੱਦਿਆ ਹੋਇਆ ਸੀ ਬੋਲਣ ਦੇ ਲਈ ਇੰਡੀਆ ਔਰ ਇੰਟਰਨੈਸ਼ਨਲ ਵਰਲਡ ਆਰਡਰ ਦੇ ਉੱਤੇ ਕਿ ਭਾਈ ਇੰਡੀਆ ਔਰ ਚੇਂਜਿੰਗ ਵਰਲਡ ਆਰਡਰ ਤੇ। ਔਰ ਉੱਥੇ ਇਹ ਗਿਆ, ਉੱਥੋਂ ਐਡਰੈਸ ਕਰਕੇ ਜਦੋਂ ਇਹ ਬਾਹਰ ਨਿਕਲਿਆ, ਜਿਉਂ ਹੀ ਇਹਦੀ ਗੱਡੀ ਮੁੜੀ ਅੱਗੋਂ ਇਹਦਾ ਸਵਾਗਤ ਦਰਜਨਾਂ ਦੀ ਗਿਣਤੀ 'ਚ ਜਿਹੜੇ ਨੌਜਵਾਨ ਖਾਲਿਸਤਾਨੀ ਝੰਡੇ ਜਿਨ੍ਹਾਂ ਨੇ ਚੁੱਕੇ ਹੋਏ ਸੀ, ਬੀਬੀਆਂ ਵੀ ਉਸ ਇਕੱਠ ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਦੇ ਉੱਤੇ, ਔਰ ਖਾਲਿਸਤਾਨ ਜ਼ਿੰਦਾਬਾਦ ਗੂੰਜਿਆ। ਔਰ ਇੱਕ ਸਿੰਘ ਜਿਹੜੇ ਦੀਪਿੰਦਰ ਸਿੰਘ ਨੇ ਜਿਹੜੇ ਕਾਫੀ ਐਕਟਿਵ ਨੇ ਸਿੱਖਸ ਫਾਰ ਜਸਟਿਸ ਦੇ, ਔਰ ਖੁਦ ਵੀ ਜਿਹੜਾ ਪੋਲਿਟਿਕਸ ਪੰਜਾਬ ਦੇ ਉੱਤੇ ਸ਼ੋਅ ਰਨ ਕਰ, ਉਹ ਇੰਡੀਅਨ ਝੰਡਾ ਤਿਰੰਗਾ ਲੈ ਕੇ ਔਰ ਭੱਜ ਕੇ ਉਹਦੀ ਗੱਡੀ ਦੇ ਮੋਹਰੇ ਪਹੁੰਚ ਗਏ ਐਸ ਜੈ ਸ਼ੰਕਰ ਦੀ, ਉਹਨੂੰ ਟੀਅਰ ਕੀਤਾ। ਇਨ ਦਾ ਮੀਨ ਟਾਈਮ ਦਰਸ਼ਕ ਦੇਖ ਸਕਦੇ ਨੇ ਕਿ 3-4 ਪੁਲਿਸ ਆਫੀਸਰ ਜਿਹੜੇ ਨੇ ਉਹਨਾਂ ਨੂੰ ਪੈਸੇ ਲੈ। ਪਰ ਇਹ ਇੰਨਾ ਸਡਨਲੀ ਹੋਇਆ, ਇਹੀ ਜਲਵਾਗਰ ਹੁੰਦਾ। ਦੇਖੋ ਕੁਝ ਐਕਸ਼ਨ ਜਿਹੜੇ ਨੇ ਉਹ ਪਲੈਨਡ ਨਹੀਂ ਹੁੰਦੇ ਕਿ ਵੀ ਕਿਵੇਂ ਕੀ ਹੋਣਾ, ਬਸ ਵਾਪਰ ਜਾਂਦੇ ਨੇ। ਹੁਣ 26 ਜਨਵਰੀ ਨੂੰ ਜਦੋਂ ਲਾਲ ਕਿਲ੍ਹੇ ਦੇ ਉੱਤੇ ਝੰਡਾ ਲਹਿਰਾਇਆ, ਉਸ ਨੌਜਵਾਨ ਨੇ ਜਿਹੜਾ ਭਾਈ ਤਾਰਾ ਸਿੰਘ ਵਾਂ ਦੇ ਪਿੰਡ ਦਾ ਸੀ, ਉਹ ਜਿਵੇਂ ਉਹ ਚੜ੍ਹਿਆ, ਜਿਵੇਂ ਉਹਨੇ ਆਪਣਾ ਲਾਇਆ, ਉਹ ਸੀਨ ਹਿਸਟੋਰੀਕਲ ਹੈ ਔਰ ਉਹ ਦਿਨ ਵੀ ਹਿਸਟੋਰੀਕਲ ਹੈ, ਉਹ ਵਾਕਿਆ ਵੀ ਹਿਸਟੋਰੀਕਲ ਹੈ। ਹੁਣ ਇੱਕ ਪਾਸੇ ਜਿੱਥੇ ਇਹਨਾਂ ਨੇ ਖੌਫ ਭਰਪਾ ਕੀਤਾ ਹੋਇਆ, ਸਾਰੇ ਪਾਸੇ ਡਰਾਇਆ ਹੋਇਆ, ਔਰ ਇਸ ਸਭ ਦੇ ਬਾਵਜੂਦ ਐਸ ਜੈ ਸ਼ੰਕਰ ਨੂੰ ਚੇਜ਼ ਕਰਨਾ ਔਰ ਉਹਦੇ ਸਾਹਮਣੇ ਤੱਕ ਪਹੁੰਚ ਜਾਣਾ ਔਰ ਉਹਨਾਂ ਨੂੰ ਦੱਸਣਾ ਵੀ ਆ ਤੁਹਾਡਾ ਚੀਥੜਾ ਹੈ ਸਾਡੇ ਹੱਥਾਂ 'ਚ, ਅਸੀਂ ਇਹਦੀ ਪਰਵਾਹ ਨਹੀਂ ਕਰਦੇ, ਆ ਸਾਡਾ ਝੰਡਾ, ਅਸੀਂ ਮੁਲਕ ਬਣਾਉਣਾ। ਕਿੰਨਾ ਪਾਵਰਫੁਲ ਮੈਸੇਜ ਗਿਆ। ਔਰ ਕਿੰਨੀ ਘਬਰਾਹਟ ਤੁਸੀਂ ਉਦੋਂ ਕਿ ਜੇ ਕੋਈ ਇੰਸਟਰੂਮੈਂਟ ਲੱਗਾ ਹੋਇਆ ਜੈ ਸ਼ੰਕਰ ਦੇ ਦਿਲ ਦੀ ਧੜਕਣ ਕਿੱਥੇ ਪਹੁੰਚੀ ਹੋਏਗੀ। ਜੇ ਕਿਤੇ ਵੈਸੇ ਹੀ ਹਾਰਟ ਅਟੈਕ ਹੋ ਜਾਂਦਾ ਤਾਂ ਇਹਨਾਂ ਨੇ ਤਾਂ ਮਰਡਰ ਦਾ ਕੇਸ ਇਸ਼ੂ ਪਾ ਦੇਣਾ ਸੀ। ਔਰ ਵਾਪਸ ਪਹੁੰਚ ਕੇ ਫਿਰ ਉਹਨਾਂ ਨੇ ਚੀਕਾਂ ਮਾਰੀ, ਇੰਡੀਅਨ ਮੀਡੀਆ ਨੇ ਤਾਂ ਮਾਰੀਆਂ ਹੀ ਮਾਰੀਆਂ। ਇਹਨਾਂ ਨੇ
ਜਿਹੜਾ ਈਵਨ ਬ੍ਰਿਟਿਸ਼ ਇਸ ਵੇਲੇ ਫੁੱਲ ਫਲੈਜਡ ਐਮਬੈਸਡਰ ਨਹੀਂ ਹੈ ਦਿੱਲੀ ਦੇ ਵਿੱਚ, ਚਾਰਜ ਡੀ ਅਫੇਅਰ ਹੈ, ਬ੍ਰਿਟਿਸ਼ ਹਾਈ ਕਮਿਸ਼ਨਰ ਹੈ ਐਲੈਕਸ ਐਲਿਸ, ਉਹਨੂੰ ਤਲਬ ਕੀਤਾ, ਉਹਨੂੰ ਕਿਹਾ ਤੁਹਾਡੀ ਸਿਕਿਉਰਿਟੀ ਕਿੱਥੇ ਗਈ ਹੈ, ਤਾਂ ਕੁਝ ਹੋ ਜਾਣਾ ਸੀ ਸਾਡੇ ਐਸ ਜੈ ਸ਼ੰਕਰ ਜੀ ਨੂੰ। ਨਹੀਂ, ਔਰ ਇਹ ਤੁਸੀਂ ਬਿਲਕੁਲ ਉਹਨਾਂ ਨੇ ਵੀ ਅੱਗੋਂ ਕੰਡੈਮ ਕੀਤਾ, ਉਹਨਾਂ ਨੇ ਵੀ ਕਿਹਾ ਜੀ ਅਸੀਂ ਬਿਲਕੁਲ ਕੰਡੈਮ ਕਰਦੇ ਹਾਂ, ਇਹ ਐਕਸ਼ਨ ਬਿਲਕੁਲ ਠੀਕ ਨਹੀਂ ਹੈ। ਔਰ ਦੂਸਰਾ, ਪਰ ਇਹ ਯੂਕੇ ਕੰਡੈਮ ਸਿਕਿਉਰਿਟੀ ਬ੍ਰੀਚ ਕਿੱਥੋਂ ਹੋਈ? ਹੁਣ ਇਹਨਾਂ ਦਾ ਤਾਂ ਇਹ ਹੈ ਵੀ ਉਹਨਾਂ ਨੂੰ ਡੈਮੋਨਸਟ੍ਰੇਟਰਸ ਨੂੰ ਇਹਨਾਂ ਨੇੜੇ ਕਿਵੇਂ ਪਹੁੰਚਣ ਦਿੱਤਾ ਗਿਆ। ਹੁਣ ਉਹ ਤਾਂ ਉਹਨਾਂ ਨੇ ਥਾਂ ਅਲਾਟ ਕੀਤੀ, ਆਲਰੇਡੀ ਉਹ ਬੈਰੀਕੇਡ ਲੱਗਾ ਹੋਇਆ ਹੈ ਉੱਥੇ, ਕਰੇ ਉਹਨਾਂ ਨੇ ਨਾਅਰੇ ਹੀ ਲਾਉਣੇ ਸੀ। ਹੁਣ ਕਦੋਂ ਕਿਹੜੇ ਸਿੰਘ ਦੇ ਵਿੱਚ ਜਿਹੜਾ ਉਹ ਸਿੰਘ ਜਾਗ ਪੈਣਾ ਜਿਹਨੇ ਭੱਜ ਕੇ ਜਾ ਕੇ ਜਿਹੜਾ ਉਹਨੂੰ ਥੱਲੇ ਧੂ ਕੇ ਸੁੱਟ ਲੈਣਾ, ਇਹ ਤਾਂ ਹੁਣ ਗੁਰੂ ਦੀ ਕਲਾ ਹੈ ਨਾ। ਇਹਦੇ ਲਈ ਤਾਂ ਨਾ ਕੋਈ ਬ੍ਰਿਟਿਸ਼ ਕਾਨੂੰਨ ਬੁੱਕ 'ਚ ਲਿਖਿਆ ਹੋਇਆ ਹੈ। ਪੁਲਿਸ ਨੇ ਆਪਣਾ ਕੰਮ ਕੀਤਾ ਉਹਨਾਂ ਨੇ, ਪਰ ਉਨੀ ਦੇਰ 'ਚ ਸਿੰਘ ਨੇ ਆਪਣਾ ਕੰਮ ਕਰ ਦਿੱਤਾ। ਸੋ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਭਾਰਤੀ ਹਾਕਮਾਂ ਨੂੰ ਕਿ ਵੀ ਜੇ ਤੁਹਾਨੂੰ ਸਿੱਖਾਂ ਦਾ ਇਤਿਹਾਸ, ਔਰ ਇਹ ਗੱਲ ਸਤਪਾਲ ਮਲਿਕ ਜਿਹੜਾ ਮੇਘਾਲਿਆ ਦਾ ਗਵਰਨਰ ਸੀ, ਕਹਿੰਦਾ ਮੈਂ ਮੋਦੀ ਨੂੰ ਇਹ ਕਿਹਾ ਸੀ ਕਿ ਵੀ ਇਹ ਸਿੱਖਾਂ ਦੇ ਨਾਲ ਪੰਗਾ ਨਾ ਲੈ, ਇਹ छोड़ने वाले नहीं हैं। इंदिरा गांधी ने मृत्युंजय यज्ञ भी करवाया था, लेकिन बेअंत सिंह सतवंत सिंह ने उसको छोड़ा नहीं था। फिर वो कहता है कि भी एक सिख लड़का कैसे 21 साल ढूंढता रहा डायर को, इंग्लैंड में जाके मारा था। सो हुणे जदों इंग्लैंड की धरती ते आउंदे ने, इन्हां नूं किते ना किते उधम सिंह भी नज़र आउंदा होना है। इन्हां नूं हुण तां खालिस्तान दे झंडे जागदे सुत्तियां हर पासे नज़र आउंदे ने। सो इन्हां नूं अज भी जे सचमुच ही ये कहा जाता है कि जी ब्राह्मण बहुत अकलमंद, सियाणा, दूरदर्शी फलाना, तो इन्हां नूं तां दूरदर्शी हुण 40 साल जे नज़र नहीं आया, अगों ही देख लैण कि भाई ये सिखां नाल दुश्मनी जिहड़ी है ये ठीक नहीं है। बैठो नैगोशिएशन टेबल दे उत्ते नक्शा विछा लो, खालिस्तान जिहड़ा है वो हवाले करो सिखां दे, गुड नेबरली रिलेशनस ਤੁਹਾਡੇ ਨਾਲ ਸਾਡੇ ਰਹਿਣਗੇ, ਕਿਉਂਕਿ ਗਵਾਂਢੀ ਤਾਂ ਤੁਸੀਂ ਰਹਿਣਾ ਹੀ ਹੈ ਜਮਨਾ ਪਾਰ, ਔਰ ਭੁੱਖੇ ਨੰਗੇ ਵੀ ਤੁਸੀਂ ਰਹਿਣਾ ਹੈ, ਕਿਉਂਕਿ ਤੁਹਾਡਾ ਦਰਿਦਰ ਨਾਰਾਇਣ ਦੇਵਤਾ, ਤੁਸੀਂ ਸਾਰਿਆਂ ਨੂੰ ਕਰਮਾਂ ਦੀ ਗਤੀ ਦੇ ਥੱਲੇ ਹਰ ਇੱਕ ਨੂੰ ਰੱਜ ਕੇ ਤਾਂ ਖਾਣ ਨਹੀਂ ਦੇਣਾ, ਦਰਿਦਰ ਵੀ ਰੱਖਣਾ ਹੈ, ਦੂਜਾ ਵੀ ਰੱਖਣਾ ਹੈ। ਤੁਹਾਡੇ ਇਹਨਾਂ ਭੁੱਖਿਆਂ ਨੰਗਿਆਂ ਨੂੰ ਵੀ ਸਿੱਖ ਹੀ ਖਵਾਉਣਗੇ, ਫਿਕਰ ਨਾ ਕਰੋ। ਪਰ ਇੱਜ਼ਤ ਔਰ ਆਨਰ ਦੇ ਨਾਲ ਜਿਹੜਾ ਹੈ ਉਹ ਖਾਲਿਸਤਾਨ ਦੇ ਬਾਉਂਡਰੀਜ਼ ਡਰਾ ਦੀ ਗੱਲਬਾਤ ਹੀ ਹੋਏਗੀ। ਹੁਣ ਉਸ ਤੋਂ ਬਿਨਾਂ ਜਿਹੜਾ ਹੋਰ ਕੋਈ ਜਿਹੜਾ ਹੈ ਉਹ ਰਾਹ ਨਹੀਂ ਹੈ। जी डॉक्टर साहब थोड़ा बहुत बहुत शुक्रिया। सो थले ने ब्रेक व्यूअर्स तो सुने इसी तरह बने रहना, मिलते हैं आफ्टर दिस शॉर्ट ब्रेक। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਵਿੱਚ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਔਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਆਸਟ੍ਰੇਲੀਆ ਦੀਆਂ ਸੰਗਤਾਂ ਨੂੰ ਮਸ਼ਵਰਾ ਦਿੱਤਾ ਗਿਆ ਹੈ ਕਿ ਉਹ ਉਹਨਾਂ ਉਮੀਦਵਾਰਾਂ ਨੂੰ ਹੀ ਵੋਟਾਂ ਪਾਉਣ ਜਿਹੜੇ ਸਿੱਖ ਮੁੱਦਿਆਂ ਤੇ ਸਟੈਂਡ ਲੈਣ ਲਈ ਤਿਆਰ ਹਨ, ਜਿਨ੍ਹਾਂ ਮੁੱਦਿਆਂ ਵਿੱਚ ਭਾਰਤ ਵੱਲੋਂ ਕੀਤੀ ਜਾ ਰਹੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣਾ ਸ਼ਾਮਲ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਨੇਡਾ, ਅਮਰੀਕਾ, ਯੂਕੇ ਤੋਂ ਬਾਅਦ ਆਸਟ੍ਰੇਲੀਆ ਉਹ ਚੌਥਾ ਵੱਡਾ ਮੁਲਕ ਬਣ ਗਿਆ ਜਿੱਥੇ ਸਿੱਖ ਪਾਪੂਲੇਸ਼ਨ ਕਲੋਜ਼ ਟੂ 500,000 ਮਿਲੀਅਨ ਹੈ। ਔਰ ਪਿਛਲੇ ਵਰ੍ਹਿਆਂ ਦੇ ਵਿੱਚ ਜਿਹੜੀ ਖਾਸ ਤੌਰ ਤੇ ਸਟੂਡੈਂਟਸ ਦੀ ਮਾਈਗ੍ਰੇਸ਼ਨ ਪੰਜਾਬ ਚੋਂ ਹੋਈ, ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਵੀ ਵੱਡੀ ਗਿਣਤੀ 'ਚ ਸਿੱਖ ਵਿਦਿਆਰਥੀ ਆਏ ਨੇ ਜੀ। ਔਰ ਆਸਟ੍ਰੇਲੀਆ ਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ, ਲੰਬਾ ਚੌੜਾ ਮੁਲਕ ਹੈ, ਆਬਾਦੀ ਉਸ ਦੀ ਵੀ ਭਾਵੇਂ ਜਿਹੜੀ ਆ ਉਹ ਕੈਨੇਡਾ ਜਿੰਨੀ ਹੈ, ਏਰੀਆ ਉਹਨਾਂ ਦੇ ਕੋਲ ਬਹੁਤ ਵੱਡਾ ਹੈ। ਔਰ ਸਿੱਖ ਭਾਵੇਂ 19ਵੀਂ ਸਦੀ ਦੇ ਵਿੱਚ ਹੀ ਜਿਹੜਾ ਉਹ ਤਾਂ ਸ਼ਾਇਦ 180 ਸਾਲ ਦੇ ਨੇੜੇ ਤੇੜੇ ਜਿਹੜੀ ਆਸਟ੍ਰੇਲੀਆ 'ਚ ਸਿੱਖਾਂ ਦੀ ਆਮਦ ਦੀ ਗੱਲ ਹੁੰਦੀ ਹੈ। ਔਰ ਪੁਰਾਣੇ ਘੋੜਿਆਂ ਦੇ ਉੱਤੇ ਜਾਂ ਜਿਹੜੇ ਪਿੰਡੋਂ ਪਿੰਡੀ ਫਿਰ ਕੇ ਆਪਣਾ ਛੋਟਾ ਮੋਟਾ ਸਮਾਨ ਘਰੇਲੂ ਰੋਡ ਦਾ ਵੇਚਣ ਵਾਲੇ, ਪਰ ਸਿੱਖਾਂ ਦੇ ਲਈ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਨੇ, ਐਬੋਰੀਜਨਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹਨਾਂ 'ਚ ਵੀ ਚੰਗੀਆਂ ਯਾਦਾਂ ਨੇ। ਔਰ ਜਿਹੜੇ ਮੁੱਖ ਧਾਰਾ ਵਾਲੇ ਜਿਹੜੇ ਅੱਜ ਬਣੇ ਹੋਏ ਨੇ, ਉਹਨਾਂ ਦੇ ਵੀ ਜਿਹੜੀਆਂ ਨੇ ਉਹਨਾਂ ਨੇ ਕੁਝ ਚੀਜ਼ਾਂ ਉਸ ਪੀਰੀਅਡ ਦੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ। ਫਿਰ ਇਕੱਲਾ ਇਹੀ ਨਹੀਂ ਹੈ, ਜਦੋਂ ਅਸੀਂ ਪੱਗ ਦੇ ਹਵਾਲੇ ਨਾਲ ਦੇਖਦੇ ਹਾਂ ਆਸਟ੍ਰੇਲੀਅਨ ਫੌਜ ਦੇ ਵਿੱਚ, ਕਿਉਂਕਿ ਫਸਟ ਵਰਲਡ ਵਾਰ ਵੇਲੇ ਜਿਹੜੀ ਗੈਲੀਪੋਲੀ ਦੀ ਲੜਾਈ ਹੁੰਦੀ ਹੈ ਜਿਸ ਨੂੰ ਇੱਕ ਬੜਾ ਆਈਡੀਅਲ, ਹਾਲਾਂ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ, ਉਹਦੇ 'ਚ ਵੀ ਸਿੱਖ ਫੌਜੀ ਜਿਹੜੇ ਨੇ ਆਸਟ੍ਰੇਲੀਅਨ ਫੌਜ ਦੇ ਨਾਲ ਜੂਝੇ, ਕਿਉਂਕਿ ਬੇਸਿਕਲੀ ਬ੍ਰਿਟਿਸ਼ ਕਾਲੋਨੀ ਸੀ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਵੱਡੀ ਗਿਣਤੀ 'ਚ ਸ਼ਾਇਦ 200 to 300% ਸਿੱਖ ਪਾਪੂਲੇਸ਼ਨ ਇਹਨਾਂ ਪਿਛਲੇ 4-5 ਸਾਲਾਂ 'ਚ ਜਿਹੜੇ ਆਏ ਨੇ। ਕੁਛ ਹਿੱਸਿਆਂ ਦੇ ਵਿੱਚ ਪੰਜਾਬੀ ਨੂੰ ਐਜ਼ ਏ ਬੋਲੀ ਜਿਹੜਾ ਹੈ ਉਹ ਕਾਫੀ ਮਾਨਤਾ ਹਾਸਲ ਹੈ। ਔਰ ਆਸਟ੍ਰੇਲੀਆ ਦੇ ਵਿੱਚ ਵੀ 4-5 ਥਾਵਾਂ ਦੇ ਉੱਤੇ ਜਿੱਥੇ ਸਿੱਖਸ ਫਾਰ ਜਸਟਿਸ ਵੱਲੋਂ ਖਾਲਿਸਤਾਨ ਰੈਫਰੈਂਡਮ ਕਰਵਾਇਆ ਗਿਆ, ਵੱਡੀ ਗਿਣਤੀ ਦੇ ਵਿੱਚ, ਭਰਪੂਰ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਹੋਈ। ਇਸ ਵੇਲੇ ਮੈਲਬਰਨ, ਸਿਡਨੀ, ਬ੍ਰਿਸਬੇਨ, ਪਰਥ, ਐਡੀਲੇਡ, ਇਹ ਸਾਰੀਆਂ ਥਾਵਾਂ ਜਿੱਥੇ ਵੱਡੀ ਸਿੱਖ ਪਾਪੂਲੇਸ਼ਨ ਹੈ ਔਰ ਖਾਲਿਸਤਾਨ ਦੀ ਐਕਟੀਵਿਟੀ ਬਰਾਬਰ ਹੈ। ਔਰ ਜਿਹੜਾ ਇਸ ਹਵਾਲੇ ਨਾਲ ਮੈਂ ਦੇਖਦਾ ਕਿ ਵੀ ਈਵਨ ਜਿਹੜਾ ਪੋਲੀਟੀਸ਼ੀਅਨਸ ਦੇ ਨਾਲ ਇੰਟਰੈਕਸ਼ਨ ਹੈ, ਉਸ ਦੇ ਵਿੱਚ ਵੀ ਆਸਟ੍ਰੇਲੀਆ ਵਾਲਿਆਂ ਨੇ, ਜਿਵੇਂ ਅਸੀਂ ਯੂਕੇ 'ਚ ਦੇਖਦੇ ਹਾਂ ਕਿ ਸਿੱਖ ਫੈਡਰੇਸ਼ਨ ਯੂਕੇ ਨੇ ਕਾਫੀ ਇਸ ਲੌਬਿੰਗ ਦੇ ਫੀਲਡ 'ਚ ਜਿਹੜੀ ਹੈ ਉਹ ਪੇਸ਼ਕਦਮੀ ਕੀਤੀ ਹੈ। ਆਸਟ੍ਰੇਲੀਆ 'ਚ ਵੀ ਜਿਹੜਾ ਪਿੱਛੇ ਵੀ ਇੱਕ ਵੱਡਾ ਸਮਾਗਮ ਜਿਹਦੇ 'ਚ ਡਾਕਟਰ ਇਕਬਾਲ ਕਰਾਮਤ ਚੀਮਾ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ, ਔਰ ਉਹਦੇ 'ਚ ਵੀ ਮੈਂਬਰਸ ਆਫ ਪਾਰਲੀਮੈਂਟ, ਔਰ ਉਹਦੇ 'ਚ ਵੀ ਉਹ ਲੇਬਰ ਹੋਏ, ਲਿਬਰਲ ਹੋਣ ਜਾਂ ਗ੍ਰੀਨ ਪਾਰਟੀ ਹੋਏ, ਜਿਵੇਂ ਡੇਵਿਡ ਸ਼ੂਬ੍ਰਿਜ ਹੈ। ਡੇਵਿਡ ਸ਼ੂਬ੍ਰਿਜ ਤਾਂ ਸਿੱਖਾਂ ਦੇ ਸਪੋਕਸਮੈਨ ਵਾਂਗ ਹੈ। ਫਾਰਮਰਸ ਐਜੀਟੇਸ਼ਨ ਹੋਏ ਔਰ ਦੂਸਰਾ ਕਿਤੇ ਵੀ ਧੱਕਾ ਹੋਏ, ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋਏ, ਉਸ ਦੇ ਉੱਤੇ ਬੜੀ ਮੁਖਰ ਆਵਾਜ਼ ਹੁੰਦੀ ਹੈ। ਔਰ ਜਿਹੜੇ ਕੁਝ ਐਕਟਿਵਿਸਟ ਨੇ ਜਿਹੜੇ ਬਹੁਤ ਵਾਰ ਜਨਤਕ ਤੌਰ ਤੇ ਆਪਣੇ ਆਪ ਨੂੰ ਸਾਹਮਣੇ ਨਹੀਂ ਲਿਆਉਂਦੇ, ਲੇਕਿਨ ਉਹ ਵਿਦਿਨ ਆਸਟ੍ਰੇਲੀਆ ਦੀਆਂ ਫੈਡਰਲ ਏਜੰਸੀਜ਼ ਦੇ ਨਾਲ, ਉਹਨਾਂ ਦੀ ਪੁਲਿਸ ਦੇ ਨਾਲ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਜ਼ ਦੇ ਨਾਲ, ਜਾਂ ਦੂਸਰੇ ਸਿਟੀ ਲੈਵਲ ਤੇ, ਔਰ ਜਿਹੜੇ ਈਵਨ ਅਸੀਂ ਦੇਖਦੇ ਹਾਂ ਕਿ ਜਿਵੇਂ ਜਗਦੀਪ ਸਿੰਘ ਸੰਧੂ ਕੌਂਸਲਮੈਨ ਨੇ, ਇਸ ਲੈਵਲ ਤੇ ਵੀ ਐਂਟਰੀ ਹੋਈ ਹੈ। ਹੁਣ ਫੈਡਰਲ ਇਲੈਕਸ਼ਨਸ ਹੋਣ ਜਾ ਰਹੀਆਂ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਹਿੰਦੂਤਵੀ ਜਥੇਬੰਦੀਆਂ ਦੇ ਵੀ ਇੱਕ ਪਾਵਰਫੁਲ ਲੌਬੀ ਮੌਜੂਦ ਹੈ। ਔਰ ਉਹ ਬੇਸ਼ੱਕ ਉਹਨਾਂ ਦੇ ਕੁਝ ਆਗੂ ਜਿਹੜੇ ਪਿੱਛੇ ਜਿਹੇ ਇੱਕ ਰੇਪ ਕੇਸ ਦੇ ਵਿੱਚ ਉਹਨਾਂ ਦਾ ਉਹ ਬੰਦਾ ਜਿਹੜਾ ਮੋਦੀ ਦੀ ਆਸਟ੍ਰੇਲੀਆ ਆਮਦ ਵੇਲੇ ਅੱਗੇ ਸੀ ਰਿਸੈਪਸ਼ਨ ਕਮੇਟੀ, ਉਹਦੇ 'ਚ ਵੀ ਐਕਸਪੋਜ਼ ਹੋਏ ਨੇ। ਖਾਲਿਸਤਾਨ ਰੈਫਰੈਂਡਮ ਦੇ ਦੌਰਾਨ ਮੰਦਰਾਂ ਦੇ ਵਿੱਚ ਜਿਹੜੀ ਗ੍ਰੈਫਿਟੀ ਔਰ ਦੂਜੀ ਲਿਖਣ ਦੀ ਲਾਈਨ ਥੱਲੇ ਸਾਹਮਣੇ ਆਇਆ ਪੁਲਿਸ ਇਨਵੈਸਟੀਗੇਸ਼ਨ, ਜੋ ਕਿ ਇਹਨਾਂ ਦਾ ਆਪਣਾ ਹੀ ਕੰਮ ਸੀ। ਇਹਨਾਂ ਨੇ ਵਾਇਲੈਂਸ ਕਰਨ ਦੀ ਵੀ ਕੋਸ਼ਿਸ਼ ਕੀਤੀ। ਫਿਰ ਆਸਟ੍ਰੇਲੀਆ ਹੀ ਐਸਾ ਮੁਲਕ ਹੈ ਜਿੱਥੇ ਫਾਰਮਰ ਐਜੀਟੇਸ਼ਨ ਦੇ ਦੌਰਾਨ ਹਰਿਆਣੇ ਦਾ ਇੱਕ ਨੌਜਵਾਨ ਜਿਹੜਾ ਉਹ ਅਟੈਕ ਕਰਨ ਦੀ ਉਹਦੀ ਐਕਸਟ੍ਰਾਡੀ ਉਹਨੂੰ ਡਿਪੋਰਟ ਵੀ ਕੀਤਾ ਗਿਆ ਆਸਟ੍ਰੇਲੀਆ ਤੋਂ। ਸੋ ਇਹ ਸਾਰੇ ਦੇ ਚੱਲਦੇ ਆ ਜਿਹੜਾ ਇਸ ਵੇਲੇ ਸਿੱਖ ਨੰਬਰ ਹੈ
ਬੇਸ਼ੱਕ ਵੱਡੀ ਪਾਪੂਲੇਸ਼ਨ 'ਚ ਤੁਸੀਂ ਬਹੁਤ ਉਹਨਾਂ ਨੰਬਰ ਮੈਟਰ ਨਾ ਹੋਏ, ਲੇਕਿਨ ਇਸ ਵੇਲੇ ਇਫੈਕਟਿਵ ਜ਼ਰੂਰ ਹੈ। ਇਹ ਠੀਕ ਹੈ ਵੀ ਅਜੇ ਅਸੀਂ ਡਾਇਰੈਕਟ ਸਾਡੇ ਕੈਂਡੀਡੇਟ ਕਿੰਨੇ ਕੁ ਜਿਹੜੇ ਨੇ ਉਹ ਆਪਣੀ ਥਾਂ ਬਣਾ ਸਕਦੇ ਨੇ, ਇਹ ਵੱਖਰੀ ਗੱਲ ਹੈ, ਲੇਕਿਨ ਇੰਨਾ ਕੁ ਸਾਡਾ ਇਨਫਲੂਐਂਸ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਉਹ ਪਾਕਟਸ ਜ਼ਰੂਰ ਨੇ ਜਿੱਥੇ ਫੈਡਰਲ ਇਲੈਕਸ਼ਨਸ ਦੇ ਵਿੱਚ ਉਹ ਪ੍ਰਭਾਵੀ ਨੇ, ਜਿੱਥੇ ਲੋਕਲ ਕੌਂਸਲ ਇਲੈਕਸ਼ਨਸ ਜਾਂ ਸਕੂਲ ਬੋਰਡਸ ਜਾਂ ਦੂਸਰਾ ਥੋੜਾ ਬਹੁਤ ਉਹਨਾਂ ਦਾ ਸਿਸਟਮ ਡਿਫਰੈਂਟ ਹੈ ਅਮਰੀਕਾ ਨਾਲੋਂ, ਕੈਨੇਡਾ ਪੈਟਰਨ ਦਾ ਹੈ। ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਪਾਰਟਿਸਿਪੇਸ਼ਨ, ਔਰ ਇਹ ਇਸ ਵਾਰ ਵੀ ਸਿੱਖ ਚਿਹਰੇ ਜਿਹੜੇ ਨੇ ਔਰ ਇੰਡੀਅਨਸ ਨੂੰ ਵੀ ਇਸ ਗੱਲ ਦਾ ਪਤਾ ਹੈ, ਇੱਕ ਪਾਸੇ ਉਹ ਆਪਣੇ ਵੱਡੀ ਗਿਣਤੀ 'ਚ ਹਿੰਦੂ ਤਾਂ ਵੀ ਚਿਹਰੇ ਉਤਾਰਦੇ ਨੇ ਲੋਕਲ ਲੈਵਲ ਦੇ ਉੱਤੇ ਵੀ, ਲੇਕਿਨ ਕੁਝ ਉਹ ਜਿਹੜੇ ਸ਼ੋਧੇ ਸਿੱਖ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਜਿਹੜਾ ਉਸ ਅਸੀਂ ਇਹਨਾਂ ਦੀ ਮਦਦ ਨਾਲ ਅੱਗੇ ਆਪਣਾ ਕਰੀਅਰ, ਉਹਨਾਂ ਨੂੰ ਵੀ ਉਹ ਉਭਾਰਦੇ ਨੇ ਐਜ਼ ਏ ਸਿੱਖ ਚਿਹਰੇ, ਪਰ ਉਹ ਉਹਨਾਂ ਦੇ ਇੱਕ ਦੁਮ ਛੱਲਿਆਂ ਵਾਂਗ ਉਹਨਾਂ ਦੀ ਵੀ ਪਛਾਣ ਹੋਣੀ ਚਾਹੀਦੀ ਹੈ। ਸੋ ਅਸੀਂ ਇਹ ਸਮੇਂ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ, ਔਰ ਜਿਵੇਂ ਸਾਡੀ ਲਾਈਨ ਰਹੀ ਹੈ ਵੀ ਘੱਟ ਗਿਣਤੀਆਂ ਨੂੰ ਸੂਟ ਕਰਦਾ ਹੈ ਵੀ ਸਾਡੇ ਆਂਡੇ ਹਰ ਟੋਕਰੀ 'ਚ ਹੋਣ। ਸੋ ਇਹ ਮੈਟਰ ਨਹੀਂ ਕਰਦਾ ਤੁਸੀਂ ਲੇਬਰ 'ਚੋਂ, ਤੁਸੀਂ ਲਿਬਰਲ 'ਚੋਂ, ਤੁਸੀਂ ਗ੍ਰੀਨ ਪਾਰਟੀ 'ਚੋਂ ਜਾਂ ਕਿਸੇ ਹੋਰ 'ਚੋਂ, ਔਰ ਉਹਦੇ 'ਚ ਸ਼ਮੂਲੀਅਤ ਹੋਣੀ ਜ਼ਰੂਰੀ ਹੈ। ਲੇਕਿਨ ਗੁਰਦੁਆਰੇ ਸਾਡੇ ਇੱਕ ਵੱਡੇ ਸੈਂਟਰ ਹਰ ਪਾਸੇ ਬਣੇ ਹੋਏ ਨੇ, ਗੁਰਦੁਆਰਿਆਂ ਦਾ ਇੱਕ ਆਪਣਾ ਜਾਓ ਜਲਾਲ ਹੁੰਦਾ ਹੈ ਜਿਹੜਾ ਗੁਰੂ ਦੇ ਦਰਬਾਰ ਦਾ। ਸੋ ਇੱਥੇ ਜਦੋਂ ਕੋਈ ਵੀ ਪੋਲੀਟੀਸ਼ੀਅਨ ਦੂਸਰਾ ਆਉਂਦਾ ਉਹਨੂੰ ਇਹ ਲੱਗਦਾ ਵੀ ਮੇਰੇ ਨਾਲ ਸਿੱਖ ਖਲੋਤੇ ਨੇ, ਔਰ ਹਰ ਇੱਕ ਨੂੰ ਮੌਕਾ ਹੋਣਾ ਚਾਹੀਦਾ। ਪਰ ਮੈਂ ਸਮਝਦਾ ਵੀ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਨੇ, ਇਹਨੂੰ ਮੈਂ ਐਡਵਾਈਜ਼ਰੀ ਕਹਾਂਗਾ, ਇਹ ਸਮੂਹ ਸਿੱਖਾਂ ਦੇ ਲਈ ਆਸਟ੍ਰੇਲੀਆ ਦੇ ਜਿਨ੍ਹਾਂ ਨੇ ਫੈਡਰਲ ਚੋਣਾਂ ਦੇ ਵਿੱਚ ਪਾਰਟਿਸਿਪੇਟ ਕਰਨਾ, ਉਹਨਾਂ ਨੂੰ ਇਹ ਹਦਾਇਤਨਾਮਾ ਹੈ, ਇਹ ਸਲਾਹਨਾਮਾ ਹੈ, ਮਸ਼ਵਰਾ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਅਸੀਂ ਅਪੀਲ ਵੀ ਹੈ ਗੁਰਦੁਆਰਾ ਕਮੇਟੀਆਂ, ਸਿੱਖ ਸੰਸਥਾਵਾਂ, ਸੰਗਤਾਂ ਨੂੰ, ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਸਿੱਖ ਵਿਰੋਧੀ ਰਾਜਨੀਤਿਕ ਲੋਕਾਂ ਨੂੰ ਸਿੱਖ ਪਲੇਟਫਾਰਮਾਂ ਤੇ ਬੋਲਣ ਦੀ ਇਜਾਜ਼ਤ ਨਾ ਦਿੱਤੀ ਜਾਏ, ਕਿਉਂਕਿ ਅੱਜ ਕੱਲ ਤੁਹਾਡੇ ਕੋਲ ਹਰ ਇੱਕ ਦਾ ਰਿਕਾਰਡ ਹੁੰਦਾ ਵੀ ਜਿਹਨੇ ਸਿੱਖਾਂ ਦੇ ਖਿਲਾਫ ਲਾਈਨ ਲਈ ਹੋਈ, ਜ਼ਾਹਰ ਹੈ ਹਿੰਦੂਤਵੀ ਇਨਫਲੂਐਂਸ ਨੂੰ ਕਾਊਂਟਰ ਕਰਨਾ, ਉਹਨਾਂ ਨੂੰ ਜਿਹੜਾ ਉਹ ਸਿੱਖ ਪਲੇਟਫਾਰਮ ਖਾਸ ਤੌਰ ਤੇ ਗੁਰਦੁਆਰੇ ਜਾਂ ਸਿੱਖ ਇਕੱਠਾਂ ਦੇ ਵਿੱਚ ਉਹਨਾਂ ਨੂੰ ਬਿਲਕੁਲ ਨਾ ਬੋਲਣ ਦਿੱਤਾ ਜਾਏ। ਜਿਹੜੇ ਰਾਜਨੀਤਿਕ ਆਗੂ ਸਿੱਧੇ ਜਾਂ ਸਿੱਧੇ ਤੌਰ ਤੇ ਸਿੱਖ ਮੁੱਦਿਆਂ ਵਿਰੁੱਧ ਬੋਲਦੇ ਜਾਂ ਕੰਮ ਕਰਦੇ ਪਾਏ ਗਏ ਹਨ, ਉਹਨਾਂ ਨੂੰ ਸਿੱਖ ਸਟੇਜਾਂ ਤੇ ਬੋਲਣ ਦਾ ਮੌਕਾ ਨਾ ਦਿੱਤਾ ਜਾਏ, ਸਿੱਖ ਹਿੱਤਾਂ ਤੇ ਪਹਿਰਾ ਦਿੱਤਾ ਜਾਏ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਾ ਕੀਤਾ ਜਾਏ। ਇਹ ਪਹਿਲਾ ਮਸ਼ਵਰਾ ਹੈ। ਦੂਸਰਾ, ਭਾਰਤ ਦੀ ਸਿੱਖ ਮੁੱਦਿਆਂ ਵਿੱਚ ਦਖਲ ਅੰਦਾਜ਼ੀ ਅਤੇ ਟਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਸਪਸ਼ਟ ਜਵਾਬ ਮੰਗਿਆ ਜਾਏ। ਜਿਹੜਾ ਵੀ ਉਮੀਦਵਾਰ ਅਪਰੋਚ ਕਰਦਾ ਉਹਨੂੰ ਇਹ ਕਿਹਾ ਜਾਏ ਕਿ ਭਾਰਤ ਵੱਲੋਂ ਵਿਦੇਸ਼ਾਂ 'ਚ ਵਸਦੇ ਸਿੱਖਾਂ ਦੇ ਮੁੱਦਿਆਂ 'ਚ ਦਖਲ ਅੰਦਾਜ਼ੀ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਰਾਜਨੀਤਿਕ ਆਗੂਆਂ ਨੂੰ ਸਪਸ਼ਟ ਜਵਾਬ ਦੇਣ ਲਈ ਮਜਬੂਰ ਕੀਤਾ ਜਾਏ। ਉਹਨਾਂ ਨੂੰ ਪੁੱਛਿਆ ਜਾਏ ਕਿ ਕੀ ਉਹ ਆਸਟ੍ਰੇਲੀਆ ਵਿੱਚ ਸਿੱਖਾਂ ਦੀ ਸੁਰੱਖਿਆ ਤੇ ਹੱਕਾਂ ਨੂੰ ਕਿਵੇਂ ਯਕੀਨੀ ਬਣਾਉਣਗੇ, ਇਸ ਮੁੱਦੇ ਤੇ ਉਹਨਾਂ ਦੀ ਨੀਤੀ ਤੇ ਪਹੁੰਚ ਕੀ ਹੋਏਗੀ, ਕਿ ਦੱਸੋ ਤੁਸੀਂ ਕੰਡੈਮ ਕਰਦੇ ਹੋ, ਤੁਸੀਂ ਕੀ ਮੇਜਰ ਸੁਜੈਸਟ ਕਰੋਗੇ ਸਰਕਾਰੀ ਲੈਵਲ ਤੇ ਕਿ ਸਿੱਖਾਂ ਦੀ ਹਿਫਾਜ਼ਤ ਹੋਏ, ਔਰ ਇਹ ਜਿਹੜੇ ਦਖਲਅੰਦਾਜ਼ੀ ਕਰਨ ਵਾਲੇ ਨੇ ਇਹਨਾਂ ਨੂੰ ਨੱਥ ਪਾਈ ਜਾਏ। ਤੀਸਰਾ ਨੁਕਤਾ, 1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ, ਔਰ ਇਹ ਕਿਉਂਕਿ ਜਿਵੇਂ ਕੈਨੇਡਾ 'ਚ, ਅਮਰੀਕਾ 'ਚ, ਯੂਕੇ ਦੇ ਵਿੱਚ ਵੀ ਇਹ ਹੋਇਆ, ਆਸਟ੍ਰੇਲੀਆ 'ਚ ਵੀ ਉਹ ਵਕਤ ਆ ਗਿਆ ਜਿੱਥੇ ਕਿ ਪੋਲੀਟੀਸ਼ੀਅਨਸ ਨੂੰ ਹੋਏ ਕਿ ਭਾਈ ਇਹਨੂੰ ਤੁਸੀਂ ਮਾਨਤਾ ਦਿਓ ਸਿੱਖ ਨਸਲਕੁਸ਼ੀ ਨੂੰ, ਔਰ ਇਹ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਇਸ ਮੁੱਦੇ ਦੇ ਉੱਤੇ ਮਤਾ ਪਾਸ ਕਰਵਾਉਣ ਦੀ ਮੰਗ ਕੀਤੀ ਜਾਏ, ਔਰ ਇਸ ਲਈ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੂੰ ਪੁੱਛਿਆ ਜਾਏ ਵੀ ਤੁਹਾਡਾ ਇਸ ਦੇ ਉੱਤੇ ਕਿਹੜੀ ਪਲੈਨਿੰਗ ਹੈ ਔਰ ਤੁਸੀਂ ਕੀ ਉਪਰਾਲੇ ਕਰੋਗੇ। ਚੌਥਾ ਹੈ, ਸਿੱਖ ਪਹਿਚਾਨ ਬਾਰੇ ਜਾਗਰੂਕਤਾ ਨੂੰ ਵਧਾਉਣ ਸੰਬੰਧੀ ਸਿੱਖ ਪਹਿਚਾਨ ਤੇ ਸਿੱਖ ਇਤਿਹਾਸ ਬਾਰੇ ਜਨਤਕ ਜਾਗਰੂਕਤਾ ਵਧਾਉਣ ਲਈ ਆਗੂਆਂ ਤੋਂ ਠੋਸ ਯੋਜਨਾਵਾਂ ਦੀ ਮੰਗ ਕੀਤੀ ਜਾਏ। ਸਿੱਖ ਧਰਮ ਤੇ ਸੱਭਿਆਚਾਰ ਨੂੰ ਆਸਟ੍ਰੇਲੀਆਈ ਸਮਾਜ ਵਿੱਚ ਸਹੀ ਢੰਗ ਨਾਲ ਪੇਸ਼ ਕਰਨ ਲਈ ਉਹ ਕਿਹੜੇ ਕਦਮ ਚੁੱਕਣਗੇ, ਸਿੱਖਾਂ ਦੀ ਵਿਲੱਖਣ ਪਛਾਣ ਨੂੰ ਮਜ਼ਬੂਤ ਕਰਨ ਲਈ ਉਹ ਕਿਵੇਂ ਯੋਗਦਾਨ ਪਾਉਣਗੇ। ਉਹਦੇ 'ਚ ਪੱਗ ਦਾ ਇਸ਼ੂ ਹੈ, ਕਿਰਪਾਨ ਦਾ ਇਸ਼ੂ ਹੈ, ਓਵਰਆਲ ਸਿੱਖ ਹਿਸਟਰੀ, ਜਿਵੇਂ ਕੈਨੇਡਾ 'ਚ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਹੈ, ਆਸਟ੍ਰੇਲੀਆ 'ਚ ਸਿੱਖਾਂ ਦੀ ਪਛਾਣ ਤਾਂ ਬਹੁਤ ਪੋਜ਼ਿਟਿਵਲੀ ਹੈ। ਉਹ ਵਾਈਲਡ ਫਾਇਰਸ ਹੋਣ, ਉਹ ਫਲੱਡਸ ਹੋਣ, ਉਹ ਕੋਵਿਡ-19 ਹੋਏ,
ਸਿੱਖਾਂ ਨੇ ਆਪਣਾ ਯੂਨੀਕ ਜਿਹੜਾ ਇਵਨ ਉਹਨਾਂ ਦਾ ਪ੍ਰਾਈਮ ਮਿਨਿਸਟਰ ਪੱਗ ਬੰਨ੍ਹ ਕੇ ਆਇਆ ਹੁੰਦਾ ਔਰ ਹਰ ਥਾਂ ਉਹ ਐਡਵਾਈਜ਼ ਬਾਕੀਆਂ ਨੂੰ ਵੀ ਐਡਵਾਈਜ਼ ਕਰਦਾ ਵੀ ਸਿੱਖਾਂ ਵਾਂਗ ਸਾਰੀ ਸੁਸਾਇਟੀ ਲਈ ਖਲੋਵੋ। ਜੀ। ਔਰ ਇਹ ਜਿਹੜੀ ਉਹਨਾਂ ਨੇ ਕਿਹਾ ਕਿ ਵੀ ਜਿਹੜੀਆਂ ਪਿਛਲੇ ਕੁਝ ਸਾਲਾਂ 'ਚ ਵਿਸ਼ਵ ਪੱਧਰ ਤੇ ਵਾਪਰੀਆਂ ਘਟਨਾਵਾਂ ਕਾਰਨ ਸਿੱਖ ਪਹਿਚਾਣ ਤੇ ਸਿੱਖਾਂ ਦੀ ਸਥਿਤੀ ਦੁਨੀਆ ਸਾਹਮਣੇ ਖੁੱਲ੍ਹ ਕੇ ਆ ਗਈ ਹੈ। ਸਿੱਖ ਪੱਖ ਨੂੰ ਲੁਕਾਈ ਸਾਹਮਣੇ ਰੱਖਣਾ ਸਮੇਂ ਦੀ ਅਹਿਮ ਮੰਗ ਹੈ। ਚੋਣਾਂ ਆਧਾਰਿਤ ਮੁਲਕਾਂ ਵਿੱਚ ਚੋਣਾਂ ਦਾ ਸਮਾਂ ਆਪਣਾ ਪੱਖ ਰੱਖਣ ਵਾਸਤੇ ਬਿਲਕੁਲ ਢੁਕਵਾਂ ਮੌਕਾ ਹੁੰਦਾ ਹੈ। ਇਸ ਲਈ ਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਹਮੇਸ਼ਾ ਯਾਦ ਰੱਖੋ ਕਿ ਗੁਰਦੁਆਰਿਆਂ ਦੀ ਮਰਿਆਦਾ, ਸਿੱਖ ਵਿਰਾਸਤ, ਸਿੱਖ ਪਰੰਪਰਾ ਨਾਲ ਕਿਸੇ ਵੀ ਵਿੱਤੀ ਫਾਇਦੇ ਜਾਂ ਰਿਆਇਤਾਂ ਦੇ ਬਦਲੇ ਵਿੱਚ ਸਮਝੌਤਾ ਨਾ ਕੀਤਾ ਜਾਏ। ਔਰ ਸਰ ਅਜੀਤ ਸਿੰਘ ਜਿਹੜੇ ਐਡੀਲੇਡ ਦੇ ਨਿਵਾਸੀ ਨੇ, ਸਿੱਖ ਫੈਡਰੇਸ਼ਨ ਆਸਟ੍ਰੇਲੀਆ ਦੇ ਮੁੱਖ ਸਪੋਕਸਪਰਸਨ ਨੇ, ਸਾਡੇ ਸਾਥੀ ਸਹਿਯੋਗੀ ਨੇ ਸਿੰਸ 90s ਔਰ ਉਹ ਸਾਂਝ ਹਮੇਸ਼ਾ ਹੀ ਪੰਥਕ ਰਹੀ ਔਰ ਬਹੁਤ ਜਿਹੜੇ ਜਜ਼ਬੇ ਨਾਲ ਭਰਪੂਰ ਔਰ ਬੜੇ ਠਰਮੇ ਦੇ ਨਾਲ ਹਰ ਸਿਚੁਏਸ਼ਨ ਨੂੰ ਸਮਝਣ, ਕੌਮ ਦੀ ਗੱਲ ਨੂੰ ਅੱਗੇ ਕਰਨ 'ਚ ਸਰ ਅਜੀਤ ਸਿੰਘ ਹੋਰਾਂ ਦਾ ਵੱਡਾ ਰੋਲ ਰਿਹਾ। ਸੋ ਅਸੀਂ ਇਹਨਾਂ ਦੇ ਜਿਹੜੇ ਜੋ ਉਹਨਾਂ ਨੇ ਇਸ ਤੇ ਰਾਹੀਂ ਮਸ਼ਵਰਾ ਦਿੱਤਾ ਹੈ ਉਸ ਦੇ ਉੱਤੇ ਸਿਰਫ ਸਟੈਂਪ ਹੀ ਨਹੀਂ ਲਾਉਂਦੇ। ਅਸੀਂ ਸਮਝਦੇ ਹਾਂ ਵੀ ਇਹੀ ਮੌਕਾ ਹੁੰਦਾ। ਸਿਆਸਤਦਾਨ ਹਰ ਥਾਂ ਦੇ ਸਿਆਸਤਦਾਨ ਹੀ ਹੁੰਦੇ ਨੇ, ਬਹੁਤ ਇਹਨਾਂ ਦੀ ਥਿੱਕ ਚਮੜੀ ਹੁੰਦੀ ਹੈ। ਇਹੀ ਮੌਕਾ ਹੁੰਦਾ ਹੈ ਜਦੋਂ ਤੁਸੀਂ ਬਾਂਹ ਮਰੋੜ ਕੇ ਉਹਨਾਂ ਤੋਂ ਮਨਵਾ ਸਕਦੇ ਹੋ ਤੇ ਫਿਰ ਉਹਦੇ ਤੇ ਤੁਸੀਂ ਫੋਲੋਅਪ ਵੀ ਕਰੋ ਜਦੋਂ ਬਣ ਜਾਂਦੇ ਨੇ, ਤਾਂ ਕਿ ਇਹ ਜਿਹੜੇ ਪੰਥਕ ਚੜ੍ਹਦੀ ਕਲਾ ਦੇ ਏਜੰਡੇ ਨੇ ਉਹਨਾਂ ਨੂੰ ਲਾਗੂ ਕਰਵਾਇਆ ਜਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣ ਬ੍ਰੇਕ ਫਿਊਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਅਮਰੀਕਾ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਕੀਤੀ ਗਈ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਵਿੱਚ ਭਾਰਤੀ ਕੰਪਨੀਆਂ ਵੱਲੋਂ ਬਣਾਈਆਂ ਗਈਆਂ ਅਤੇ ਵਿਕ ਰਹੀਆਂ ਜੈਨਰਿਕ ਡਰੱਗਸ ਵਿੱਚ ਬਹੁਤ ਨੁਕਸਾਨ। ਅਮਰੀਕਾ ਵਿੱਚ ਬਣੀਆਂ ਜੈਨਰਿਕ ਦਵਾਈਆਂ ਦੇ ਮੁਕਾਬਲੇ ਭਾਰਤੀ ਦਵਾਈਆਂ ਦੇ 54% ਤੋਂ ਜ਼ਿਆਦਾ ਸਾਈਡ ਇਫੈਕਟ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਸਾਂਝੇ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਗੱਲ ਸ਼ੁਰੂ ਕਰਾਂ ਨਿਰਾਦ ਚੌਧਰੀ ਤੋਂ। ਬੰਗਾਲੀ ਰਾਈਟਰ, 99 ਸਾਲ ਦੀ ਉਮਰ 'ਚ UK 'ਚ ਹੀ ਰਹਿੰਦਾ ਰਿਹਾ, ਉੱਥੇ ਹੀ ਡੈਥ ਹੋਈ। ਔਰ ਉਹਦਾ ਇੱਕ ਕਮੈਂਟ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਕਰਪਸ਼ਨ ਇਹਨਾਂ ਦੇ ਉਹ ਇੰਡੀਅਨ ਹੋ ਹੀ ਨਹੀਂ ਸਕਦਾ ਜਿਹੜਾ ਕਰਪਟ ਨਾ ਹੋਏ। ਔਰ ਮੈਨੂੰ ਯਾਦ ਹੈ, ਇਹ ਸ਼ਾਇਦ 15-16 ਸਾਲ ਪੁਰਾਣੀ ਗੱਲ ਹੈ ਵੀ ਸਾਡੇ ਮਿੱਤਰ ਸ਼ੇਖ ਸਾਹਿਬ ਕੋਈ ਦਵਾਈ ਲਿਖੀ, ਡਾਕਟਰ ਨੇ, ਜੈਨਰਿਕ ਮੈਡੀਸਨ ਸੀ, ਲੈਣ ਗਏ ਤੇ ਵਾਪਸ ਆ ਗਏ ਤੇ ਮੈਨੂੰ ਕਹਿੰਦਾ ਕਿ ਵੀ ਮੈਂ ਤਾਂ ਉਹ ਇੰਡੀਆ ਦੀ ਬਣੀ ਹੋਈ ਸੀ, ਕਹਿੰਦਾ ਮੈਂ ਤਾਂ ਨਹੀਂ ਲੈਂਦਾ ਇਹ ਕਹਿੰਦਾ ਹੋ ਹੀ ਨਹੀਂ ਸਕਦਾ ਵੀ ਉਹ ਦਵਾਈ ਅਸਲੀ ਹੋਏ, ਬੇਈਮਾਨੀ ਦੂਜੀ ਤੀਜੀ। ਮੈਂ ਕਿਹਾ ਤੁਸੀਂ ਜਿਹੜਾ
ਉਹਨਾਂ ਨੂੰ ਕੋਈ ਆਲਟਰਨੇਟ ਕਹਿਣਾ ਸੀ, ਉਹ ਕਹਿੰਦੇ ਨਹੀਂ ਇਹ FDA ਅਪਰੂਵਡ ਹੈ, ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਦੀ ਹੈ। ਦੂਸਰੀ ਉਹ ਤਾਂ ਜਿਹੜੀ ਉਹਨਾਂ ਨੇ ਨਹੀਂ ਲਈ, ਫਿਰ ਕਿਤੇ ਜਾ ਕੇ ਅਮਰੀਕਨ ਕੰਪਨੀ ਦਾ ਉਹੀ ਕਿਉਂਕਿ ਜਿਹੜੇ ਪੇਟੈਂਟ ਨੇ ਉਹ ਤਾਂ ਬਹੁਤ ਮਹਿੰਗੇ ਹੁੰਦੇ ਨੇ, ਜੈਨਰਿਕ ਦੇ ਥੱਲੇ ਹੁੰਦਾ ਕਿ ਵੀ। ਔਰ ਉਦੋਂ ਇਹ ਮੈਂ 15 ਸਾਲ ਪੁਰਾਣੀ ਗੱਲ ਕਰ ਰਿਹਾ, ਉਦੋਂ ਮੈਨੂੰ ਵੀ ਇਹ ਅਹਿਸਾਸ ਨਹੀਂ ਸੀ ਕਿ ਇੰਨੇ ਵੱਡੇ ਪੈਮਾਨੇ ਤੇ, ਹੁਣ ਲੇਟਲੀ ਮੈਂ ਦੇਖਦਾ ਵੀ ਇੰਨੇ ਵੱਡੇ ਪੈਮਾਨੇ ਤੇ ਇੱਕ ਤਾਂ ਫੂਡ ਸਪਲੀਮੈਂਟ ਦੇ ਨਾਂ ਥੱਲੇ ਤਾਂ ਜੋ ਇਹਨਾਂ ਨੇ ਵਾੜਿਆ ਹੀ ਹੁੰਦਾ ਹੈ। ਈਵਨ FDA ਅਪਰੂਵਡ ਜਿਹੜੀਆਂ ਇੰਡੀਆ ਦੀਆਂ ਜੈਨਰਿਕ ਮੈਡੀਸਿਨਸ ਨੇ ਉਹਨਾਂ ਨੇ ਫਲੱਡ ਕੀਤਾ ਹੋਇਆ ਅਮਰੀਕਾ ਦੀ ਮੰਡੀ ਨੂੰ, ਮਾਰਕੀਟ ਨੂੰ। ਅਫਰੀਕਾ ਜਾਂ ਪਾਕਿਸਤਾਨ ਜਾਂ ਦੂਜੀਆਂ ਥਾਵਾਂ ਤੇ ਤਾਂ ਕੀ ਕਰਦੇ ਹੋਣਗੇ, ਪਰ ਈਵਨ ਇੱਥੇ ਵੀ ਹਾਲਾਂ ਇਹ ਮੈਨੂੰ ਸੀ ਕਿ ਵੀ ਰੈਨਬੈਕਸੀ ਜਿਹੜਾ ਇੱਕ ਵੱਡੀ ਡਰੱਗ ਮੈਨੂਫੈਕਚਰਿੰਗ ਦੂਜਾ ਤੀਜਾ ਐਟ ਵਨ ਸਟੇਜ ਉਹਦੀਆਂ ਬੜੀ ਮੈਡੀਸਿਨਸ ਜਿਹੜੀਆਂ ਅਮਰੀਕਾ 'ਚ ਆਉਂਦੀਆਂ, ਜਿਹੜੀ ਸਟੈਂਡਰਡਾਈਜ਼ ਸੀ ਕਿਉਂਕਿ ਇਹਨਾਂ ਦੀ FDA ਵਾਲੇ ਉਹਨਾਂ ਦੇ ਉੱਥੇ ਜਾ ਕੇ ਪਲਾਂਟ ਵੀ ਜਿੱਥੇ ਬਣਦੀਆਂ ਚੈੱਕ ਕਰਦੇ ਸੀ। ਬਾਅਦ 'ਚ ਉਹਦੇ 'ਚ ਵੀ ਗੜਬੜ ਨਿਕਲੀ, ਰੈਨਬੈਕਸੀ 'ਚ ਵੀ, ਔਰ ਉਹ ਅਮਰੀਕਾ ਨੇ ਬੈਨ ਕੀਤੀ। ਪਰ ਜੈਨਰਿਕ ਦਵਾਈਆਂ ਜਿਹੜੀਆਂ ਨੇ ਤਾਂ ਕਿ ਜੇ ਕਾਮਨ ਬੰਦੇ ਨੂੰ ਉਹਦਾ ਨੁਕਸਾਨ ਨਾ ਹੋਏ, ਉਹਦਾ ਹੁਣ ਜਿਹੜੀ ਇਹ ਅਸੀਂ ਖਬਰ ਡਿਸਕਸ ਕਰ ਰਹੇ ਹਾਂ ਇਹ ਉਸ ਰਿਸਰਚ ਚੋਂ ਨਿਕਲੀ ਹੈ ਜਿਹਨੂੰ ਓਹਾਇਓ ਯੂਨੀਵਰਸਿਟੀ ਦੇ ਮਾਹਰ ਪ੍ਰੋਫੈਸਰਾਂ ਨੇ FDA ਦੇ ਨਾਲ ਮਿਲ ਕੇ ਜਿਹੜਾ ਰਿਸਰਚ ਪੇਪਰ ਇਸ ਤੇ ਕੀਤਾ, ਔਰ ਉਹਦਾ ਹੈਡਿੰਗ ਦਿੱਤਾ ਹੈ ਕਿ all generic drugs are not equal. Study finds generics made in India have more severe adverse events. ਕਿ ਜਿਹੜੀਆਂ ਇੰਡੀਆ ਦੀਆਂ ਬਣੀਆਂ ਹੋਈਆਂ ਜੈਨਰਿਕ ਮੈਡੀਸਿਨਸ ਨੇ ਉਹਨਾਂ ਦੇ ਬਹੁਤ ਸੀਵੀਅਰ ਸਾਈਡ ਇਫੈਕਟ ਨੇ, ਔਰ ਉਹੀ ਡਰੱਗ ਜਿਹਦਾ ਜੈਨਰਿਕ ਅਮਰੀਕਾ ਦੀ ਕੰਪਨੀ 'ਚ ਬਣਿਆ ਔਰ ਉਹੀ ਡਰੱਗ ਜਿਹਦਾ ਜੈਨਰਿਕ ਇੰਡੀਆ 'ਚ ਬਣਿਆ 54% ਜ਼ਿਆਦਾ ਸਾਈਡ ਇਫੈਕਟ ਨੇ ਜਿਹੜੇ ਇੰਡੀਆ ਦੀਆਂ ਬਣੀਆਂ ਹੋਈਆਂ ਜੈਨਰਿਕ ਮੈਡੀਕੇਸ਼ਨਸ ਨੇ, ਔਰ ਉਹ ਇਸ ਲੈਵਲ ਦੇ ਨੇ। ਔਰ ਇਹ ਜਿਹੜੀ ਸਟੱਡੀ ਹੈ ਇਹ ਜਿਹੜੇ ਨੇ ਜੈਨਰਿਕ ਡਰੱਗਸ ਦੇ ਉੱਤੇ ਓਹਾਇਓ ਸਟੇਟ ਯੂਨੀਵਰਸਿਟੀ, ਫਿਸ਼ਰ ਕਾਲਜ ਆਫ ਬਿਜ਼ਨਸ, ਔਰ ਇਹਦੇ 'ਚ ਵੱਡੇ ਵੱਡੇ ਸਕਾਲਰ ਜਿਨ੍ਹਾਂ ਦੇ ਵਿੱਚ ਡਾਕਟਰ ਜੂਨ ਨੋ PhD at Ohio State, assistant professor at Korea University. Other authors include Zachary Wright, who will receive his PhD from Ohio State and is now an assistant professor at Brigham Young University. Hunwoo Park for former assistant professor. यानी एक authentic study है, ये कोई propaganda piece नहीं है भी जी ਇੰਡੀਆ ਨੂੰ ਬਦਨਾਮ ਕਰਨ ਦੇ ਲਈ ਜਾਂ ਦੂਜਾ ਕੀਤਾ। ਔਰ ਉਹਦੇ 'ਚ ਇਹ ਜਿਹੜੀ ਸਟੱਡੀ ਵੀ ਉਹਨਾਂ ਨੇ ਜਾਰੀ ਕੀਤੀ ਹੈ ਉਹ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਵੀ, ਕਿਉਂਕਿ ਅਪਰੂਵ ਤਾਂ ਉਹਨਾਂ ਨੇ ਕੀਤੀਆਂ ਹੁੰਦੀਆਂ, ਉਹਨਾਂ ਨੂੰ ਵੀ ਨਾਲ ਲੈ ਕੇ ਕੀਤੀ, ਕਿਉਂਕਿ ਇਹ ਸਾਰੀ ਸਟੱਡੀ ਦੇ ਉੱਤੇ ਫੈਡਰਲ ਗ੍ਰਾਂਟ ਤੇ ਕੰਟੈਕਟ ਜਿਹੜੀ ਹੈ ਕੰਪਲੀਟਲੀ ਇੰਡੀਪੈਂਡੈਂਟ ਲੈਵਲ ਦੇ ਉੱਤੇ ਰਨ ਕੀਤੀ ਗਈ, ਪਰ FDA ਨਾਲ ਉਹਨਾਂ ਨੇ ਕਲੋਜ਼ਲੀ ਵਰਕ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੈ ਦਿਸ ਸਟੱਡੀ ਇਜ਼ ਸਿਗਨੀਫਿਕੈਂਟ ਬਿਕੋਜ਼ ਇਟ ਇਜ਼ ਦਾ ਫਸਟ to be able to link a large sample of generic drugs to the actual plant where they were manufactured. ਉਹਨਾਂ ਨੇ ਕਿਹਾ ਵੀ ਕਿਉਂਕਿ FDA ਤਾਂ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਜੀ ਤੁਸੀਂ ਦੱਸੋ ਵੀ ਤੁਹਾਡੇ ਕੀ ਪੈਮਾਨੇ ਨੇ, ਉਹਨਾਂ ਨੇ ਇਸ ਇਨਫੋਰਮੇਸ਼ਨ ਨੂੰ ਜਾਰੀ ਨਹੀਂ ਕੀਤਾ। ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜੀ ਟਰਾਂਸਪੇਰੈਂਸੀ ਹੈ ਡਰੱਗ ਮੈਨੂਫੈਕਚਰਿੰਗ 'ਚ ਬੜੀ ਇੰਪੋਰਟੈਂਟ ਹੈ ਕਿਉਂਕਿ ਲੋਕਾਂ ਦੀ ਜਾਨ ਦਾ ਮਾਮਲਾ ਜਿਹੜੀ ਤੁਸੀਂ ਉਹਨਾਂ ਨੂੰ ਮੈਡੀਸਿਨ ਦੇਣੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇੱਕ ਹੋਰ ਕੀ ਟੂ ਦਾ ਸਟੱਡੀ ਇਜ਼ ਦੈਟ it match the drugs made in India to the same drug made in the United States. So ਦੋਨੋਂ generics ਨੂੰ ਉਹਨਾਂ ਨੇ parallel ਰੱਖ ਕੇ ਜਿਹੜਾ ਕੀਤਾ। The drugs had the same active ingredients, the same dosage form and same route of administration. ਇਹ ਨਹੀਂ ਹੈ ਵੀ ਇੱਕ ਨੂੰ ਤੁਸੀਂ ਇੰਟਰਾਵੀਨਸ ਦਿੱਤਾ ਹੈ ਇੱਕ ਨੂੰ ਤੁਸੀਂ ਇੰਟਰਾਮਸਕੂਲਰ, ਨਹੀਂ, ਸੇਮ ਮੋਡ ਹੈ, ਸੇਮ ਜਿਹੜੀ ਹੈ ਇੰਗਰੀਡੀਐਂਟ ਨੇ ਸੇਮ। That means that drugs are pharmaceutically equivalent and we are comparing apples to apples. ਇਹਦੇ 'ਚ ਇਹ ਨਹੀਂ ਹੈ ਵੀ ਤੁਸੀਂ ਐਪਲਸ ਨੂੰ ਔਰੇਂਜਸ ਨਾਲ ਕੰਪੇਅਰ ਕਰ ਰਹੇ ਹੋ, ਇੱਕ ਬਿਲਕੁਲ ਸਿਮਿਲਰ ਹੈ। ਫਿਰ ਉਹਨਾਂ ਨੇ ਇਸ ਦੇ ਉੱਤੇ ਦੇ ਮੈਚ 2443 ਡਰੱਗਸ ਮੇਡ ਇਨ ਦਾ ਯੂਨਾਈਟਿਡ ਸਟੇਟਸ, ਇਹ 2443 ਡਰੱਗਸ ਦੇ ਉੱਤੇ ਉਹਨਾਂ ਨੇ ਕੀਤਾ। ਫਿਰ ਉਹਨਾਂ ਨੇ ਦੇਖਿਆ ਕਿ ਵੀ ਇਹ ਜਿਹੜੀਆਂ ਨੇ 93% ਜੈਨਰਿਕ ਡਰੱਗਸ ਇਕਨੋਮਿਕ ਕੰਟਰੀਜ਼ 'ਚੋਂ ਜਿਨ੍ਹਾਂ 'ਚ ਇੰਡੀਆ ਸਭ ਤੋਂ ਅੱਗੇ ਹੈ ਔਰ ਸਭ ਤੋਂ ਜ਼ਿਆਦਾ ਜਿਹੜੀਆਂ ਇੰਡੀਆ ਮੇਡ ਡਰੱਗਸ ਅਮਰੀਕਾ 'ਚ ਨੇ, ਇਸ ਲਈ ਇਸ ਸਟੱਡੀ 'ਚ ਉਹਨਾਂ ਡਰੱਗਸ ਨੂੰ ਲਿਆਂਦਾ ਗਿਆ। ਫਿਰ ਦਾ ਰਿਸਰਚਰਸ ਕੰਪੇਅਰਡ ਦਾ ਫ੍ਰੀਕੁਐਂਸੀ ਵਿਦ ਵਿਚ ਡਰੱਗਸ ਵਰ ਐਸੋਸੀਏਟਡ ਵਿਦ ਐਡਵਰਸ ਇਵੈਂਟ reports for genetic drugs made in India versus the matching drugs made in United States. These adverse events reports are available in the FDA adverse event reporting system.
ਉਹਨੂੰ ਉਹਨਾਂ ਨੇ ਡਾਟਾ ਉਹਨਾਂ ਦੇ ਉਸ ਸਿਸਟਮ ਦੇ ਵਿੱਚ ਪਾਇਆ ਕਿ ਵੀ ਉਹਦੇ 'ਚ ਉਹਨਾਂ ਨੇ ਫਿਰ ਫਾਈਂਡ ਆਊਟ ਕੀਤਾ ਕਿ ਭਾਈ ਕਿਸ ਲੈਵਲ ਦੇ ਉੱਤੇ ਰਿਜ਼ਲਟਸ ਸ਼ੋਡ that the number of severe adverse events for generic drugs made in India was 54% higher than for equivalent match generic drugs made in United States. 54% ਜ਼ਿਆਦਾ ਜਿਹੜੇ ਨੇ ਇੰਡੀਆ ਦੀਆਂ ਡਰੱਗਸ ਦੇ ਸਾਈਡ ਇਫੈਕਟਸ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹਦੇ 'ਚ ਅਸੀਂ ਬਾਕੀ ਵੀ ਜਿਹੜੀਆਂ ਸਾਰੇ ਫੈਕਟਰ ਇਨ ਮਾਈਂਡ ਰੱਖੇ ਨੇ ਔਰ ਇਹ ਉਹਨਾਂ ਨੇ ਕਿਹਾ ਵੀ ਹੁਣ ਜੈਨਰਿਕ ਡਰੱਗਸ ਇਸ ਲਈ ਨੇ ਲੋਕ ਲੈਂਦੇ ਕਿਉਂਕਿ ਉਹ ਚੀਪਰ ਨੇ, ਪਰ ਇਹਦੇ 'ਚੋਂ ਜਿਹੜੇ ਇਹਨਾਂ ਦੇ ਸਾਈਡ ਇਫੈਕਟ ਨੇ ਉਹ ਬਹੁਤ ਜ਼ਿਆਦਾ ਨੇ ਔਰ ਇਹ ਓਵਰਸਾਈਟ ਉਹਨੇ ਫਿਰ ਫਾਈਨਲੀ ਕਿਹਾ ਕਿ ਵੀ ਇੱਕੋ ਜੈਨਰਿਕ ਜਿਹੜਾ ਹੋਣ ਦੇ ਨਾਤੇ ਉਹਨੇ ਕਿਹਾ ਫਰਕ ਇਹ ਹੈ ਕਿ ਅਮਰੀਕਾ ਦੇ ਵਿੱਚ ਜਿਹੜਾ FDA ਜਿੱਥੇ ਡਰੱਗਸ ਬਣਦੀਆਂ ਉੱਥੇ ਕਿਸੇ ਵੇਲੇ ਵੀ ਛਾਪਾ ਮਾਰ ਸਕਦੇ ਨੇ ਜਾ ਕੇ ਕਿ ਵੀ ਉਹਦਾ ਸਟੈਂਡਰਡ ਕੀ ਹੈ। ਬਿਲਕੁਲ। ਉਹ ਕਹਿੰਦੇ ਵੀ ਇੰਡੀਆ 'ਚ ਜਦੋਂ ਉਹਨਾਂ ਨੇ ਉਸ ਸਟੈਂਡਰਡ ਨੂੰ ਦੇਖਣਾ ਹੈ ਤੇ ਉਹ ਅਪਾਇੰਟਮੈਂਟ ਲੈ ਕੇ ਜਾਂਦੇ ਨੇ, ਸੋ ਉਨਾ ਹੀ ਕੁ ਦੇਰ ਲਈ ਉਹ ਫਿਰ ਬਿਲਕੁਲ ਠੀਕ ਕਰ ਦਿੰਦੇ, ਮੁੜ ਕੇ ਚੁੱਕ ਚੱਕ ਕੇ ਕਹਿੰਦੇ ਉਹਨੇ ਮਿਲਾ ਦਿਓ, ਇਹਦੇ ਚਾਕ ਮਿੱਟੀ ਪਾ ਦਿਓ, ਇਹਦੇ 'ਚ ਪੀਲੀ ਮਿੱਟੀ ਪਾ ਦਿਓ, ਇਹਦੇ 'ਚ ਗਾਚੀ ਪਾ ਦਿਓ, ਇਹਦੇ 'ਚ ਸਲੇਟੀਆਂ ਪਾ ਦਿਓ, ਇਹਨੂੰ ਚਿੱਟੀ ਬਣਾ ਦਿਓ, ਪੀਲੀ ਬਣਾ ਦਿਓ। ਸੋ ਇਹ ਹੁਣ ਅਸੀਂ ਇਸ ਪਲੇਟਫਾਰਮ ਤੋਂ ਇਹੀ ਕਹਿ ਸਕਦੇ ਹਾਂ ਕਿ ਭਾਈ ਇਹਨਾਂ ਤੋਂ ਦੂਰ ਹੀ ਰਹੋ, ਇਹਨਾਂ ਦੀ ਕੋਈ ਜਿੱਥੇ ਵੀ ਮੇਡ ਇਨ ਇੰਡੀਆ ਜਿਹਦੇ ਤੇ ਲੱਗਾ ਵਾਪਸ ਕਰ ਦਿਓ, ਉਹਨਾਂ ਨੂੰ ਕਹੋ ਜੀ ਨਹੀਂ ਇਹ ਅਸੀਂ ਨਹੀਂ ਲੈਣੇ ਹੈ, ਸਾਨੂੰ ਅਮਰੀਕਾ ਦੀ ਕੰਪਨੀ ਦੀ ਜੈਨਰਿਕ ਵੀ ਚਾਹੀਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇੰਦਰਜੀਤ ਸਿੰਘ ਸੰਧੂ ਜੀ ਸਾਡੇ ਪਿਆਰੇ ਵਿਊਅਰ ਨੇ, ਉਹ ਸਾਨੂੰ ਫਤਿਹ ਵੀ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ, ਔਰ ਬਲਜੀਤ ਬਰਾਜ ਜੀ ਵੀ, ਔਰ ਗੁਰਦੇਵ ਨੰਨੜ ਜੀ ਵੀ, ਔਰ ਸੋਨ ਮਾਇਲ ਜੀ ਵੀ, ਔਰ ਸਤਨਾਮ ਸਿੰਘ ਜੀ ਵੀ, ਰਣਜੀਤ ਸਿੰਘ ਜੀ ਵੀ, ਪਰਮਿੰਦਰ ਜੀ ਵੀ, ਮੁਹੰਮਦ ਯਾਕੂਬ ਜੀ। ਇਹ ਕਹਿੰਦੇ ਰੇਲ ਸਿੱਖ ਫੋਰ ਖਾਲਿਸਤਾਨ, ਖਾਲਸਾ ਫੋਰ ਖਾਲਿਸਤਾਨ, ਲਵ ਖਾਲਿਸਤਾਨ। ਇਹਨਾਂ ਦੇ ਅੱਜ ਮੈਸੇਜ ਹੀ ਨਹੀਂ ਆਏ, ਕੀ ਗੱਲ ਹੈ ਅੱਜ ਉਹਨਾਂ ਨੇ ਰੋਜ਼ਾ ਨਹੀਂ ਖੋਲਿਆ ਹੈਗਾ, ਅੱਜ ਉਹਨਾਂ ਦਾ ਇੱਕੋ ਮੈਸੇਜ ਹੈ। ਓਕੇ ਤੁਸੀਂ ਜ਼ਿਆਦਾ ਪੜ੍ਹਦੇ ਨਹੀਂ ਉਹਨਾਂ ਦੇ, ਉਹ ਵੀ ਫਿਰ ਗੁੱਸਾ ਨਹੀਂ ਤੇ ਮੈਂ ਇੱਕ ਪੜ੍ਹਦੇ ਸੀ ਜੋ ਉਹਨਾਂ ਲਿਖਿਆ ਹੁੰਦਾ, ਮੈਂ ਉਹ ਬਰੀਫ ਵਿੱਚ ਦੱਸਦਾ ਨਹੀਂ ਆ। ਓਕੇ ਐਨੀਵੇ, ਔਰ ਪੰਨੂ ਜੀ ਵੀ, ਔਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮੁਹੰਮਦ ਜੋਨਸ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕਮਲਜੀਤ ਸਿੰਘ ਕਹਿੰਦੇ ਨੇ ਪ੍ਰਗਟ ਸਿੰਘ said AAP and BJP deliberately want to make the fight between both in itself in Punjab because they have the same ideology and want to kick out other parties from the Punjab। ਕਮਲਜੀਤ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿਉਂਕਿ ਆਮ ਆਦਮੀ ਪਾਰਟੀ ਵੀ ਹਿੰਦੂਤਵੀ ਏਜੰਡਾ ਹੈ, ਬੀਜੇਪੀ ਤਾਂ ਹੈ ਹੀ ਹੈ, ਔਰ ਈਵਨ ਭਗਵੰਤ ਮਾਨ ਐਕਸਟਰਾ ਅਮਿਤ ਸ਼ਾਹ ਦੇ ਏਜੰਡੇ ਨੂੰ ਜਿਹੜਾ ਉਹ ਲਾਗੂ ਕਰਦਾ। ਬਿਲਕੁਲ ਤੁਹਾਡੀ ਠੀਕ ਆਬਜ਼ਰਵੇਸ਼ਨ ਹੈ। ਔਰ ਫਿਰ ਜੌਨਸ ਜੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਕੋ ਔਰ ਨੀਲਮ ਕੋ सलाम जी। और फिर कहते हैं डॉक्टर साहब खालसा जरूर बनेगा इंशाल्लाह। और ऑल अबाउट ट्रूथ एंड सिखिज्म जी फतेह बुलाते ने। और फिर इसी तरह राजनप्रीत सिंह जी भी, जसपाल सिंह कैले जी भी, और निहंग सिंह जी कहते हैं एक्सलेंट इन्फॉर्मेशन डॉक्टर साहब, सलाम है ਤੁਹਾਡੀ ਨੌਲੇਜ ਨੂੰ ਆਸਮ। ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ, ਅਸੀਂ ਵੀ ਤੁਹਾਡੇ ਵਰਗੇ ਵੀਰਾਂ ਤੋਂ ਹੀ ਸਿੱਖਦੇ ਹਾਂ, ਰੋਜ਼ ਦੀ ਰੋਜ਼ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ ਸਾਰਿਆਂ ਤੋਂ ਜੀ। ਔਰ ਇਸੇ ਤਰ੍ਹਾਂ ਬਿਲਾਲ ਅਹਿਮਦ ਜੀ ਕਹਿੰਦੇ ਨੇ ਕਿ ਹੈਲੋ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਜੀ ਐਂਡ ਯੂਰ ਟੀਮ, ਜੁਮਾ ਮੁਬਾਰਕ ਬਿਲਾਲ ਅਹਿਮਦ ਲਾਹੌਰ। ਤੁਹਾਨੂੰ ਵੀ ਜੁਮਾ ਮੁਬਾਰਕ ਬਿਲਾਲ ਅਹਿਮਦ ਜੀ, ਬਹੁਤ ਸ਼ੁਕਰੀਆ, ਔਰ ਰਮਜ਼ਾਨ ਦਾ ਮਹੀਨਾ ਵੀ ਮੁਬਾਰਕ। ਔਰ ਮੇਰੇ ਨਾਲ ਨਾਰਾਜ਼ ਨਹੀਂ, ਐਕਚੁਅਲੀ ਤੁਹਾਡਾ ਕੱਲ ਕੋਈ ਮੈਸੇਜ ਅਪੀਅਰ ਨਹੀਂ ਹੋਇਆ, ਐਂਡ ਵਿੱਚ ਤੁਸੀਂ ਮੇਰੇ ਨਾਲ ਨਾਰਾਜ਼ਗੀ ਜਿਹੜੀ ਜ਼ਾਹਿਰ ਕੀਤੀ ਕਿ ਤੁਸੀਂ ਮੇਰਾ ਮੈਸੇਜ ਨਹੀਂ ਪੜਿਆ। ਐਦਾਂ ਦੀ ਕੋਈ ਗੱਲ ਨਹੀਂ, ਮੈਂ ਤੇ ਕੱਲ ਸਗੋਂ ਮਿਸ ਕਰ ਰਹੀ ਸੀ ਤੁਹਾਨੂੰ ਕਿ ਤੁਸੀਂ ਆਏ ਨਹੀਂ ਹੈਗੇ ਸਾਡਾ ਸ਼ੋਅ ਦੇਖਣ ਵਾਸਤੇ। ਐਵਰੀ ਡੇ ਤੁਸੀਂ ਸਾਡਾ ਸ਼ੋਅ ਦੇਖਦੇ ਹੋ, ਤੁਹਾਡਾ ਕੱਲ ਕੋਈ ਮੈਸੇਜ ਅਪੀਅਰ ਨਹੀਂ ਹੋਇਆ, ਇਸ ਕਰਕੇ ਮੈਂ ਤੁਹਾਡਾ ਮੈਸੇਜ ਨਹੀਂ ਪੜਿਆ, ਤੁਸੀਂ ਨਾਰਾਜ਼ ਨਾ ਹੋਵੋ। ਹੈ ਹੀ ਨਹੀਂ ਸੀ ਪੜਨਾ ਕੀ ਸੀ। ਸੋ ਸਿੰਘ ਗਰਚਾ ਜੀ ਵੀ, ਔਰ ਇਸੇ ਤਰ੍ਹਾਂ ਹਾਂਜੀ ਫਿਰ ਪਾਲ ਸਿੰਘ ਜੀ, ਬਲਿਹਾਰ ਸਿੰਘ ਕੰਗ ਜੀ ਵੀ, ਔਰ ਨੂਪਾ ਜੀ ਕਹਿੰਦੇ ਨੇ ਕਿ ਵਨ ਹੂ ਲਵਸ ਭਾਰਤ or Bharat Mata should serve in part instead of USA. Why you live USA while you swing a flag of India? ਅਨੂਪਾ ਜੀ ਤੁਸੀਂ ਬਿਲਕੁਲ ਠੀਕ ਕਿਹਾ। ਔਰ ਇਹ ਜਦੋਂ ਕੈਨੇਡਾ ਦੇ ਵਿੱਚ ਵੀ ਜਿਹੜੇ ਹਿੰਦੂ ਤਵੀਆਂ ਨੇ ਜਸਟਿਨ ਟਰੂਡੋ ਦੇ ਖਿਲਾਫ ਆਵਾਜ਼ ਜਿਹੜੀ ਹੈ ਉਹ ਬਣਾਉਣੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਇਹੀ ਪੁੱਛਿਆ ਗਿਆ ਸੀ ਕਿ ਵੀ ਤੁਸੀਂ ਕੈਨੇਡੀਅਨ ਹੋ ਕਿ ਇੰਡੀਅਨ ਹੋ। ਜੇ ਤੁਸੀਂ ਕੈਨੇਡੀਅਨ ਹੋ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜੇ ਕਹਿ ਰਿਹਾ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਇੰਡੀਅਨ ਏਜੰਟਾਂ ਨੇ
ਤੇ ਤੁਸੀਂ ਇਹ ਦੱਸੋ। ਔਰ ਉਸੇ ਮੁੱਦੇ ਤੇ ਕਿਹਾ ਗਿਆ ਵੀ ਜੇ ਤੁਹਾਡੀ ਨਹੀਂ ਹੈ ਲਾਇਲਟੀ ਕੈਨੇਡਾ ਨਾਲ, ਇੰਡੀਆ ਜਾਓ। ਤੇ ਉੱਥੇ ਉਹਨਾਂ ਨੇ ਪ੍ਰਚਾਰ ਕਰਤਾ ਜੀ, ਉੱਥੇ ਕੈਨੇਡਾ 'ਚ ਸਿੱਖਾਂ ਨੇ ਧਮਕੀਆਂ ਦੇ ਦਿੱਤੀਆਂ ਹਿੰਦੂਆਂ ਨੂੰ ਕਿ ਛੱਡ ਜਾਓ ਕੈਨੇਡਾ। ਇਹੀ ਕਾਰਨ ਸੀ ਕਿ ਭਾਈ ਜੇ ਤੁਸੀਂ ਕੈਨੇਡਾ 'ਚ ਹੋ ਫਿਰ ਕੈਨੇਡਾ ਦੀ ਗੱਲ ਕਰੋ, ਫਿਰ ਆਪਣਾ ਉਹ ਝੰਡੇ ਨਾ ਚੁੱਕੋ ਉਹਨਾਂ ਦੇ। ਬਿਲਕੁਲ। ਮਨਪ੍ਰੀਤ ਸਿੰਘ ਢਿੱਲੋਂ ਜੀ ਵੀ ਔਰ ਜਰਨੈਲ ਸਿੰਘ ਗਰੇਵਾਲ ਜੀ ਵੀ ਔਰ ਇਸੇ ਤਰ੍ਹਾਂ ਗੁਰਚਰਨ ਸਿੰਘ ਜੀ ਵੀ, ਧਰਮ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਸੁਰਜੀਤ ਸਿੰਘ ਜੀ ਵੀ, ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, we should prefer people like Jathedar Trudeau rather than Sikh face who don't even stand for us। ਹਾਂ, ਤੁਸੀਂ ਬਿਲਕੁਲ ਠੀਕ ਕਿਹਾ ਇਸ ਵੇਲੇ। ਔਰ ਚੰਗਾ ਲੱਗਾ ਵੀ ਤੁਸੀਂ ਟਰੂਡੋ ਦੇ ਲਈ ਜਥੇਦਾਰ ਹੈ। ਵਾਕਿਆ ਹੀ ਜਸਟਿਨ ਟਰੂਡੋ ਨੇ ਆਪਣੀ ਬੜੀ ਡੂੰਗੀ ਥਾਂ ਸਿੱਖ ਦਿਲਾਂ 'ਚ ਵੀ ਬਣਾਈ ਹੈ, ਸਿੱਖ ਇਤਿਹਾਸ 'ਚ ਵੀ ਬਣਾਈ ਹੈ। ਬਿਲਕੁਲ। ਬਲਿਹਾਰ ਸਿੰਘ ਟਵਾਣਾ ਜੀ ਵੀ ਔਰ ਕੁਲਦੀਪ ਸਿੰਘ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਸੁਰਿੰਦਰ ਕੌਰ ਜੀ ਵੀ ਔਰ ਗੁਰਪ੍ਰਕਾਸ਼ ਸਿੰਘ ਜੀ ਵੀ, ਹਰਵਿੰਦਰ ਸਿੰਘ ਜੀ ਵੀ, ਗੋਪੀ ਪੰਨੂ ਸਭ ਦਾ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਤਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@virifo.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ। ਦੇਖਦੇ ਰਹੋ ਵੀਰੀਫੋ। ਫੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।